ਅੱਜ ਦੇ ਸਪੈਸ਼ਲ ਪ੍ਰੋਗਰਾਮ ਪੱਖ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਦਵਿੰਦਰ ਤੂਰ ਤੇ ਮੇਰੇ ਨਾਲ ਹਰਪ੍ਰੀਤ ਰੰਧਾਵਾ, ਪਰਮਿੰਦਰ ਸਿੰਘ ਟੋਰਾਂਟੋ ਤੋਂ ਤੇ ਹਰਨਿਆ ਜੀ ਟੋਰਾਂਟੋ ਤੋਂ ਸ਼ਾਮਲ ਹੋ ਰਹੇ ਨੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਜੀ। ਧੰਨਵਾਦ ਜੀ। ਗੱਲਬਾਤ ਸ਼ੁਰੂ ਕਰਾਂਗੇ ਕੈਨੇਡਾ ਦੀਆਂ ਪੱਖ ਦੀਆਂ ਖਬਰਾਂ ਤੋਂ। ਪੱਖ ਦੀ ਖਬਰ ਹੋਰ ਕਿਹੜੀ ਹੋ ਸਕਦੀ ਹੈ ਜਦੋਂ ਫੈਡਰਲ ਇਲੈਕਸ਼ਨ ਹੋਣ, ਰੋਜ਼ ਲੀਡਰ ਨਵੇਂ-ਨਵੇਂ ਸੁਪਨੇ, ਨਵੇਂ-ਨਵੇਂ ਪ੍ਰੋਮਿਸਿਸ ਲੈ ਕੇ ਆਉਂਦੇ ਹੋਣ ਤਾਂ ਪੱਖ ਦੀਆਂ ਖਬਰਾਂ ਤਾਂ ਬਣਨੀਆਂ ਹੀ ਨੇ। ਅੱਜ ਤਿੰਨੇ ਲੀਡਰ ਇਲੈਕਸ਼ਨ ਕੈਂਪੇਨ ਦੇ ਵਿੱਚ ਨਜ਼ਰ ਆਏ, ਤਿੰਨਾਂ ਨੇ ਵਧੀਆ ਪ੍ਰੋਮਿਸ ਕੀਤੇ। ਗੱਲਬਾਤ ਕਰਾਂਗੇ ਹਰਪ੍ਰੀਤ ਜੀ ਤੋਂ ਸ਼ੁਰੂ। ਟਰੂਡੋ ਸਾਹਿਬ ਨੇ ਨੋਟਾਂ ਦਾ ਇੰਨਾ ਕੁ ਥੱਬਾ ਖੋਲ੍ਹਿਆ ਕਿ ਯਕੀਨ ਨਹੀਂ ਆਉਂਦਾ ਕਿ ਇੰਨੇ ਕੁ ਨੋਟ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਕਿਵੇਂ ਬਰਸਾਉਣਗੇ। ਹਰਪ੍ਰੀਤ ਜੀ ਤੁਸੀਂ ਦੱਸੋ, ਟਰੂਡੋ ਸਾਹਿਬ ਨੇ ਕੀ ਪ੍ਰੋਮਿਸ ਕੀਤਾ ਤੇ ਤੁਸੀਂ ਉਸ ਨਾਲ ਸਹਿਮਤ ਕਿਉਂ? देखो दविंदर जी, तुसी हमेशा ही कंप्लेन करते जी टूडो जी इकनॉमी बारे बोलते नहीं, इकनॉमी बारे बोलते नहीं। ਅੱਜ ਟੂਡੋ ਜੀ ਬੋਲੇ ਤੇ ਇਕਨੋਮੀ ਬਾਰੇ ਉਹਨਾਂ ਨੇ ਕੀ ਕਹਿੰਦੇ ਆ ਥੋਕ ਨਾਲ ਹੀ ਅਨਾਉਂਸਮੈਂਟਾਂ ਕੀਤੀਆਂ ਤੇ ਜਿਹਦੇ ਨਾਲ ਮੈਂ ਐਗਰੀ ਵੀ ਕਰਦਾ ਵਾਂ। ਤੇ ਜੇ ਵੇਖਿਆ ਜਾਵੇ ਤੇ ਜੋ ਉਹਨਾਂ ਨੇ ਇੱਕ ਗੱਲ ਕੀਤੀ ਕਿ ਉਹਦੇ ਕਿ ਅਗਲੇ ਵਾਲੇ ਆਉਣ ਵਾਲੇ 2-3 ਬਜਟ ਜਿਹੜੇ ਆ ਉਹ ਬੈਲੈਂਸ ਤੇ ਹੋਣਗੇ, ਨਹੀਂ ਡੈਫੀਸਿਟਸ ਹੋਣਗੇ। ਪਰ ਇਹ ਸੁਪਨਾ ਕਿੱਥੋਂ ਆਇਆ ਸੀ ਉਹਨਾਂ ਨੂੰ ਬਜਟ ਵਾਲਾ? ਆਹੋ ਦੇਖੋ ਦਵਿੰਦਰ, ਜਿਹੜੀ ਹਾਲਤ ਆਪਾਂ ਹੁਣ ਕੈਨੇਡੀਅਨ ਇਕਨੋਮੀ ਹੈਗੀ, ਆਪਾਂ ਰਿਸੈਸ਼ਨਸ ਆਲਰੇਡੀ ਹੈਗੇ ਆ ਤੇ ਹਰਨਿਆ ਜੀਆਂ ਇਕਨੋਮੀ ਕੈਨ ਡਿਟੀਰੀਏਟ ਫਰਦਰ, ਰਾਈਟ? ਬਿਲਕੁਲ ਹਾਂ, ਤੇ ਫਿਰ ਬੈਲੈਂਸ 2019 ਦੇ ਵਿੱਚ ਕਿਵੇਂ ਕਰਨਗੇ ਜੇ ਇਕਨੋਮੀ ਦੀ ਹਾਲਤ ਹੋਰ ਵਿਗੜ ਜਾਂਦੀ ਆ? ਦੇਖੋ ਜੇ ਤੇ 2019 ਤੱਕ ਤੁਹਾਨੂੰ ਮੈਂ ਪ੍ਰੀਟੀ ਸ਼ੋਰ ਇਕਨੋਮੀ ਵਿਲ ਬਾਉਂਸ ਬੈਕ। ਆਇਲ ਦੀ ਗੱਲ ਵੀ ਕਰੀਏ ਤੇ ਜਿਹੜੇ ਆਇਲ ਐਕਸਪਰਟ ਨੇ ਉਹ ਵੀ ਕਹਿ ਰਹੇ ਨੇ 2017 ਤੱਕ ਆਇਲ ਬਾਉਂਸ ਬੈਕ 100% ਹੋਊਗਾ। ਤੇ ਜਿਹੜੀ ਨਾਲੇ ਆਪਣੀ ਇਕਨੋਮੀ ਉੱਤੇ ਕੋਈ ਪਲਾਨਿੰਗ ਹੁੰਦੀ ਹੈ ਦਵਿੰਦਰ ਜੀ, ਉਹ ਕੁਝ ਤੱਥਾਂ ਨੂੰ ਧਿਆਨ 'ਚ ਰੱਖ ਕੇ ਹੁੰਦੀ ਆ। ਪਰ ਹਾਂ 100% ਤੇ ਆਪਾਂ ਨਹੀਂ ਕਹਿ ਸਕਦੇ ਕਿ ਥਿੰਗਸ ਵਿਲ ਸਟੇ ਲਾਈਕ ਦੈਟ, ਬਟ ਸਟਿਲ ਤੁਸੀਂ ਜੋ ਸਟੱਡੀ ਕਰਕੇ ਜੋ ਤੁਹਾਡੀ ਬੈਸਟ ਨੌਲੇਜ ਦੇ ਹਿਸਾਬ ਨਾਲ ਹੁੰਦੀ ਆ ਉਹ ਤੁਸੀਂ ਪ੍ਰੈਡਿਕਟ ਕਰਦੇ ਹੋ। ਪਰ ਤੁਸੀਂ ਦੂਜੇ ਪਾਸੇ ਦੇਖੋ ਤਾਂ ਦੇਖੋ ਹਰਪਰ ਜੀ ਤੇ ਕਹਿ ਰਹੇ ਨੇ ਮੈਂ ਬੈਲੈਂਸ ਬਜਟ ਹੁਣੇ ਹੀ ਕਰਤਾ ਵਾ, ਤੇ ਐਨਡੀਪੀ ਦੇ ਟੌਮ ਮਲਕੇਟ ਜੀ ਕਹਿ ਰਹੇ ਮੈਂ ਅਗਲਾ ਕਰ ਦੇਣਾ ਵਾ। ਐਟਲੀਸਟ ਤੁਸੀਂ ਜਸਟਿਨ ਟਰੂਡੋ ਨੂੰ ਕਲੀਨ ਚਿਟ ਦੋ ਨਾ, 3 ਸਾਲ ਮੰਗੇ ਨੇ ਤੇ ਆਈ ਥਿੰਕ ਕਿ ਉਹ ਸਹੀ ਗੱਲ ਕਰ ਰਹੇ ਆ, ਇਨਫਰਾਸਟ੍ਰਕਚਰ ਡਿਵੈਲਪਮੈਂਟ ਦੀ ਗੱਲ ਕਰ ਰਹੇ ਆ ਜਿਹਦੀ ਕਿ ਸਾਨੂੰ ਲੋੜ ਹੈ। ਆਪਾਂ ਕੱਲ ਵੀ ਗੱਲ ਕਰ ਰਹੇ ਸੀ। ਜੇ ਪਿਛਲੇ 8-9 ਸਾਲਾਂ ਦੀ ਗੱਲ ਕੀਤੀ ਜਾਵੇ, ਜਿਹੜੇ ਆਇਲ ਪ੍ਰਾਈਸਿਸ ਸੀ ਕਾਫੀ ਸਟੱਡੀ ਰਹੇ। ਹਾਲਾਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਜਾਂ ਫੈਡਰਲ ਗਵਰਨਮੈਂਟ ਆਪਣਾ ਬਜਟ ਆਇਲ ਪ੍ਰਾਈਸਿਸ ਨੂੰ ਨਜ਼ਰ ਦੇ ਵਿੱਚ ਜਾਂ ਫਿਊਚਰ ਫੋਰਕਾਸਟ ਕਰਕੇ ਹੀ ਕਰਦੀਆਂ ਨੇ। $100 ਦੇ ਕਰੀਬ ਵੀ ਰਹੇ, 70 ਦੇ ਵੀ ਰਹੇ, 80 ਦੇ ਵੀ ਰਹੇ, ਗਵਰਨਮੈਂਟ ਅਕੋਰਡਿੰਗਲੀ ਫੋਰਕਾਸਟ ਕਰਦੀਆਂ ਰਹੀਆਂ। ਹਰਨਿਆ ਜੀ, ਅੱਜ ਤੱਕ 8 ਡੈਫਿਸਿਟ ਰਨ ਕਰਨ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਜਿਹੜੀ ਆ, ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ, ਉਹ ਕਿਵੇਂ ਕਹਿ ਸਕਦੀ ਹੈ ਕਿ ਅਗਲੇ ਸਾਲ ਤੁਹਾਡਾ ਬਜਟ ਬੈਲੈਂਸ ਹੋ ਜਾਊਗਾ ਜਦੋਂ $100 ਦੇ ਵਿੱਚ ਨਹੀਂ ਸੀ ਕਰ ਸਕਦੇ ਤਾਂ $40 ਤੋਂ ਥੱਲੇ ਜਦੋਂ ਆਇਲ ਪ੍ਰਾਈਸਿਸ ਆ? ਹਾਊ ਕੈਨ ਯੂ ਮੇਕ ਅ ਪ੍ਰੋਮਿਸ ਕਿ ਵੀ ਵਿਲ ਬੈਲੈਂਸ ਦਾ ਬਜਟ ਨੈਕਸਟ ਈਅਰ ਜਦੋਂ ਟਰੂਡੋ ਸਾਹਿਬ ਕਹਿ ਰਹੇ ਨੇ ਕਿ 2019 ਦੇ ਵਿੱਚ ਇਹ ਬਜਟ ਬੈਲੈਂਸ ਕੀਤਾ ਜਾਊਗਾ? ਹਾਂਜੀ ਦਵਿੰਦਰ ਜੀ, ਮੈਨੂੰ ਲੱਗਦਾ ਹੈ ਕਿ ਕੰਜ਼ਰਵੇਟਿਵ ਸਰਕਾਰ ਨੇ ਖਾਸ ਤੌਰ ਤੇ ਸਟੀਫਨ ਹਾਰਪਰ ਨੇ 3 ਵਾਰੀ ਕੈਨੇਡਾ ਦਾ ਜਿਹੜਾ ਹੈ ਜਿਹੜੀ ਸੰਭਾਲ ਕੀਤੀ ਹੈ, ਕੈਨੇਡਾ ਦੇ ਗਵਰਨੈਂਸ ਦੀ ਸੰਭਾਲ ਕੀਤੀ ਹੈ। ਤੇ ਮੈਨੂੰ ਲੱਗਦਾ ਹੈ ਕਿ ਜਿੱਥੇ ਹੁਣ ਇਸ ਵੇਲੇ ਕੈਨੇਡਾ ਮਾਈਲਡ ਰਿਸੈਸ਼ਨ ਵਿੱਚ ਹੈ, ਅਸੀਂ ਦੇਖਾਂਗੇ ਕਿ ਸਿਰਫ ਕੈਨੇਡਾ ਨਹੀਂ ਪੂਰੇ ਵਰਲਡ ਵਿੱਚ ਕਈ ਅਜਿਹੇ ਐਕਸਟਰਨਲ ਫੈਕਟਰਸ ਹਨ, ਕਈ ਅਜਿਹੇ ਦੇਸ਼ ਹਨ ਜੋ ਕਿ ਇਸ ਦੌਰ ਤੋਂ ਗੁਜ਼ਰ ਰਹੇ ਹਨ ਤੇ ਉਸਦਾ ਕਿਸੇ ਨਾ ਕਿਤੇ ਇਫੈਕਟ ਜਿਹੜਾ ਹੈ ਕੈਨੇਡਾ ਤੇ ਪੈ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਮੈਂ ਪੂਰੇ ਐਕਸਟਰਨਲ ਫੈਕਟਰਸ ਨੂੰ ਪੂਰੀ ਤਰ੍ਹਾਂ ਬਲੇਮ ਕਰ ਰਹੀ ਹਾਂ। ਮੇਰਾ ਤੁਸੀਂ ਸਵਾਲ ਹੈ ਕਹਿ ਰਹੇ ਸੀ ਕਿ ਕੰਜ਼ਰਵੇਟਿਵ ਸਰਕਾਰ ਕਿਸ ਤਰ੍ਹਾਂ ਬਜਟ ਬੈਲੈਂਸ ਕਰੇਗੀ। ਮੈਨੂੰ ਲੱਗਦਾ ਹੈ ਕਿ ਜੋ ਕੰਜ਼ਰਵੇਟਿਵ ਸਰਕਾਰ ਦੇ ਜਿਹੜੇ ਫੈਡਰਲ ਪਲੇਟਫਾਰਮ ਨੇ, ਕੁਐਸਚਨ ਨਹੀਂ ਸੀਗਾ ਹਰਨਿਆ ਜੀ, ਇਹ ਕੁਐਸਚਨ ਨਹੀਂ ਸੀਗਾ। ਕੁਐਸਚਨ ਸਿਰਫ ਇਹੀ ਸੀਗਾ ਕਿ ਟਰੂਡੋ ਸਾਹਿਬ ਕਹਿੰਦੇ ਨੇ 2019 ਦੇ ਵਿੱਚ ਬਜਟ ਬੈਲੈਂਸ ਕਰ ਦਿੱਤਾ ਜਾਊਗਾ। ਸਟੀਵਨ ਹਾਰਪਰ ਨੈਕਸਟ ਬਜਟ ਨੂੰ ਬੈਲੈਂਸ ਕਰਨ ਦੀ ਗੱਲ ਕਰਦੇ ਰਹੇ ਨੇ। ਜਦੋਂ ਪਿਛਲੇ 8 ਸਾਲਾਂ ਦੇ ਵਿੱਚ ਬਜਟ ਬੈਲੈਂਸ ਨਹੀਂ ਕਰ ਚੁੱਕੇ, ਹੁਣ ਤੁਸੀਂ ਆਪਦੇ ਜਵਾਬ ਦੇ ਵਿੱਚ ਕਹਿ ਰਹੇ ਹੋ ਕਿ ਅਸੀਂ ਮਾਈਲਡ ਰਿਸੈਸ਼ਨ ਦੇ ਵਿੱਚ ਆ। 2 ਵਾਰੀ ਪਹਿਲਾਂ ਰਿਸੈਸ਼ਨ ਦੇ ਵਿੱਚ ਜਾ ਚੁੱਕੇ ਆ। ਇਸ ਵਾਰੀ ਉਸ ਰਿਸੈਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਕਿ G7 ਨੇਸ਼ਨ ਦੇ ਵਿੱਚੋਂ ਇਕੱਲਾ ਕੈਨੇਡਾ ਹੀ ਰਿਸੈਸ਼ਨ ਦੇ ਵਿੱਚ ਹੈਗਾ, ਤਾਂ ਸਟੀਵਨ ਹਾਰਪਰ ਦੇ ਉਸ ਵਾਅਦੇ ਨਾਲ ਕਿਵੇਂ ਯਕੀਨ ਕੀਤਾ ਜਾ ਸਕਦਾ ਕਿ ਇਸੇ ਸਾਲ ਹੀ ਬਜਟ ਬੈਲੈਂਸ ਕੀਤਾ ਜਾ ਸਕਦਾ? ਮੈਨੂੰ ਸਿਰਫ ਇਹ ਦੱਸੋ ਕਿ ਬਜਟ ਬੈਲੈਂਸ ਕੀਤਾ ਜਾ ਸਕਦਾ ਜਾਂ ਬਿਲਕੁਲ ਕੀਤਾ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਦਵਿੰਦਰ ਜੀ, ਬਾਕੀ ਪਾਰਟੀਆਂ ਦੇ ਮੁਕਾਬਲੇ ਕੰਜ਼ਰਵੇਟਿਵਸ ਦੀ ਜਿਹੜੀਆਂ ਪਾਲਿਸੀਜ਼ ਅਤੇ ਸਟ੍ਰੈਟਜੀਜ਼ ਜਿਹੜੀਆਂ ਖਾਸ ਤੌਰ ਤੇ ਫੈਡਰਲ ਇਲੈਕਸ਼ਨਸ ਵੇਲੇ ਪ੍ਰਪੋਜ਼ ਕੀਤੀਆਂ ਜਾ ਰਹੀਆਂ ਹਨ, ਉਸ ਦੇ ਨਾਲ ਬਜਟ ਬਿਲਕੁਲ ਬੈਲੈਂਸ ਕੀਤਾ ਜਾ ਸਕਦਾ ਹੈ। ਪਰ ਉਹ ਪਿਛਲੇ 8 ਸਾਲ ਤੋਂ ਤੁਸੀਂ ਬੈਲੈਂਸ ਹੀ ਨਹੀਂ ਕਰ ਪਾਏ। 8 ਸਾਲਾਂ ਤੋਂ ਬੈਲੈਂਸ ਕਰ ਦੇਖੋ ਜੀ, ਜਦ ਰਿਸੈਸ਼ਨ ਤੋਂ ਕੱਢਿਆ ਗਿਆ ਸੀ ਤਾਂ ਵੀ ਤੁਸੀਂ ਭੁੱਲ ਨਹੀਂ ਸਕਦੇ ਕਿ ਕੈਨੇਡਾ ਸਭ ਤੋਂ ਪਹਿਲਾ ਕੰਟਰੀ ਸੀ ਜਿਹੜਾ ਰਿਸੈਸ਼ਨ ਚੋਂ ਬਾਹਰ ਨਿਕਲਿਆ। ਤੁਸੀਂ ਉਹਦਾ ਕ੍ਰੈਡਿਟ ਦਿੰਦੇ ਹੋ ਕਿ ਨਹੀਂ? ਨਹੀਂ, ਪਰ ਅਸੀਂ ਬੈਲੈਂਸ ਬਜਟ ਦੀ ਵੀ ਗੱਲ ਕਰ ਰਹੀ ਹਾਂ। ਬੈਲੈਂਸ ਬਜਟ ਦੀ ਗੱਲ ਦੇਖੋ, ਜਸਟਿਨ ਟਰੂਡੋ ਜੀ ਨੇ ਆਖਿਆ ਵਾ ਬਿਲਕੁਲ ਸਹੀ ਆ, 3 ਸਾਲ ਲੱਗਣਗੇ। ਪਰ ਤੁਸੀਂ ਹਰਪਰ ਜੀ ਤੇ ਕਹਿ ਰਹੇ ਕਿ ਮੇਰੇ 8 ਸਾਲ ਦਾ ਹਰਪਰ ਜੀ ਨਿਚੋੜ ਤਾਂ ਬਾਅਦ ਚ ਕੱਢਾਂਗੇ ਕਿ ਟਰੂਡੋ ਸਾਹਿਬ ਨੇ ਕਿੱਡਾ ਵੱਡਾ ਗੱਪ ਮਾਰਿਆ ਜਾਂ ਸਟੀਵਨ ਹਾਰਪਰ ਗੱਪ ਮਾਰ ਰਹੇ ਨੇ। ਹੁਣ ਗੱਲ ਟੌਮ ਮਲਕੇਟ ਦੀ ਵੀ ਥੋੜੀ ਜਿਹੀ ਪਰਮਿੰਦਰ ਸਿੰਘ ਜੀ ਤੋਂ ਪੁੱਛਣਾ ਚਾਹੁੰਦਾ ਕਿ ਜਸਟਿਨ ਟਰੂਡੋ ਕਹਿ ਰਹੇ ਨੇ 2019 ਦੇ ਵਿੱਚ,
ਸਟੀਵਨ ਹਾਰਪਰ ਕਹਿ ਰਹੇ ਨੇ ਕਿ ਇਸੇ ਬਜਟ ਨੂੰ ਮੈਂ ਬੈਲੈਂਸ ਕਰੂੰਗਾ। ਟੌਮ ਮਲਕੇਅਰ ਜਿਹੜੇ ਕਿ ਹਜੇ ਤੱਕ ਕਿਸੇ ਵੀ ਗਵਰਨਮੈਂਟ ਦਾ ਹਿੱਸਾ ਨਹੀਂ ਰਹੇ, ਉਹ ਕਹਿੰਦੇ ਨੇ ਮੈਂ ਅਗਲੇ ਸਾਲ ਤਾਂ ਨਹੀਂ ਇਸ ਸਾਲ ਦਾ ਬਜਟ ਤਾਂ ਕਹਿੰਦੇ ਹਾਰਪਰ ਸਾਹਿਬ ਦਾ ਬਜਟ ਹੋਊਗਾ, ਇਹ ਬੈਲੈਂਸ ਤਾਂ ਨਹੀਂ ਹੋਊਗਾ, ਪਰ ਅਗਲੇ ਸਾਲ ਦਾ ਜ਼ਰੂਰ ਬੈਲੈਂਸ ਕਰ ਦੂੰਗਾ। ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਕਹਿ ਰਹੇ ਨੇ ਕਿ ਮੈਂ ਬਜਟ ਬੈਲੈਂਸ ਕਰ ਦੂੰਗਾ? ਦਵਿੰਦਰ ਜੀ, ਆਈ ਥਿੰਕ ਜੋ ਐਨਡੀਪੀ ਦੇ ਲੀਡਰ ਟੌਮ ਮਲਕੇਅਰ ਜੀ ਦਾ ਕਹਿਣਾ ਆ ਉਹ ਇਹ ਹੈ ਕਿ ਜਿੰਨੀਆਂ ਵੀ ਐਕਸਟਰਾ ਸਪੈਂਡਿੰਗਸ ਹੈਗੀਆਂ ਉਹਨਾਂ ਨੂੰ ਕੰਟਰੋਲ ਕਰਨ ਤੋਂ ਬਾਅਦ ਉਹ ਸੋਚਦੇ ਪਏ ਕਿ ਇਸ ਬਜਟ ਨੂੰ ਜਿਹੜਾ ਬੈਲੈਂਸ ਕੀਤਾ ਜਾ ਸਕਦਾ ਆ। ਨਾਮੁਮਕਿਨ ਨਹੀਂ ਹੈਗਾ, ਬਜਟ ਨੂੰ ਬੈਲੈਂਸ ਕੀਤਾ ਜਾ ਸਕਦਾ ਆ। ਬਹੁਤ ਸਾਰੇ ਟੈਕਸਿਸ ਦੀ ਜੇ ਗੱਲ ਕਰੀਏ, ਜਿਹੜੇ ਟੈਕਸਿਸ ਉਹਨਾਂ ਵੱਲੋਂ ਪ੍ਰਪੋਜ਼ ਕੀਤੇ ਜਾ ਰਹੇ ਆ ਜਾਂ ਉਹਨਾਂ ਵੱਲੋਂ ਕਈ ਆਰਗੇਨਾਈਜੇਸ਼ਨ ਦੇ ਉੱਤੇ ਜਿਹੜੇ ਟੈਕਸ ਪ੍ਰਪੋਜ਼ ਕੀਤੇ ਜਾ ਰਹੇ ਆ, ਸੋ ਉਹਦੇ ਨਾਲ ਉਹ ਟੈਕਸ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਸਕਦੇ ਆ। ਹੁਣ ਪਰ ਉਹਦੇ ਨਾਲ ਤੇ ਪਰਮਿੰਦਰ ਸਿੰਘ ਜੀ ਤੁਸੀਂ ਉਦਾਂ ਹੀ ਜਿਹੜਾ ਰਿਸੈਸ਼ਨ ਚ ਇਕਨੋਮੀ ਹੈ, ਬਿਜ਼ਨਸ ਦਾ ਬੇੜਾ ਗਰਕ ਕਰ ਦੋਗੇ ਟੈਕਸਸ ਲਾ ਕੇ। ਪਰ ਸਪੈਂਡਿੰਗ ਕੱਟ ਕਰੋਗੇ ਤਾਂ ਇਨਫਰਾਸਟ੍ਰਕਚਰ ਸਪੈਂਡਿੰਗ ਘੱਟ ਹੋ ਸਕਦੀ ਹੈ, ਰਾਈਟ? ਇਨਫਰਾਸਟ੍ਰਕਚਰ ਪ੍ਰੋਜੈਕਟ ਦੀ ਲੋੜ ਆ ਜਿਹਦੇ ਕਰਕੇ ਕਿ ਇਕਨੋਮਿਕ ਗਰੋ ਹੋਵੇ। ਤੁਸੀਂ ਤੇ ਕੱਟਸ ਦੀ ਗੱਲ ਕਰ ਰਹੇ ਹੋ। ਪਰ ਆਲਰੇਡੀ ਉਹਨਾਂ ਨੇ ਅਨਾਉਂਸਮੈਂਟਸ ਕੀਤੀਆਂ ਹੈ ਕਿ ਉਹ ਇਨਫਰਾਸਟ੍ਰਕਚਰ ਦੇ ਵਿੱਚ ਸਪੈਂਡਿੰਗ ਕਰਨਗੇ, ਇਨਵੈਸਟਮੈਂਟ ਜਿਹੜੀ ਹੈਗੀ ਆ ਉਧਰੋਂ ਕੱਟ ਨਹੀਂ ਕੀਤੀ ਜਾਊਗੀ। ਨਾਲੇ ਤੁਸੀਂ ਕੱਟਸ ਦੀ ਗੱਲ ਕਰ ਰਹੇ ਹੋ। ਕੱਟ ਜਿਹੜੀ ਹੈਗੀ ਆ ਉਹ ਆਪਣੀ ਸਪੈਂਡਿੰਗ ਪਿਓਰ ਪੰਜਾਬੀ ਦੇ ਦੇਖੋ ਪਰਮਿੰਦਰ ਸਿੰਘ ਜੀ, ਇੱਕ ਪਿਓਰ ਪੰਜਾਬੀ ਦੇ ਵਿੱਚ ਕੁਐਸਚਨ ਪੁੱਛਣਾ ਚਾਹੁੰਦਾ, ਥੋੜਾ ਜਿਹਾ ਮਜ਼ਾਕੀਆ ਜ਼ਰੂਰ ਲੱਗੂਗਾ ਪਰ ਕਾਫੀ ਸੀਰੀਅਸ ਕੁਐਸਚਨ ਆ। ਜਦੋਂ ਹੁਣ ਪਹਿਲਾਂ ਗੱਲ ਜਸਟਿਨ ਟਰੂਡੋ ਦੀ ਕਰ ਰਹੇ ਆ, ਅੱਜ ਉਹਨਾਂ ਨੇ $60 ਬਿਲੀਅਨ ਦੀ ਇਨਵੈਸਟਮੈਂਟ ਦੀ ਗੱਲ ਕੀਤੀ ਆ। ਅਗਲੇ 10 ਸਾਲਾਂ ਦੇ ਵਿੱਚ $120 ਬਿਲੀਅਨ ਸਪੈਂਡ ਕਰਨਗੇ। ਉਹਨਾਂ ਨੇ ਨਾਲ ਹੀ ਇਹ ਵੀ ਗੱਲ ਕੀਤੀ ਆ ਕਿ ਮੈਨੂੰ ਪੁੱਛਿਆ ਜਾਊਗਾ ਕਿ ਇਹ ਪੈਸੇ ਕਿੱਥੋਂ ਆਉਣਗੇ। ਉਹ ਕਹਿੰਦੇ ਵੀ ਜਿਹੜਾ ਡੈਟ ਟੂ GDP ਦੀ ਰੇਸ਼ੋ ਆ ਕੈਨੇਡਾ ਦੀ ਕਾਫੀ ਘੱਟ ਆ, ਸੋ ਇਸ ਇੰਟਰਸਟ ਰੇਟ ਇਸ ਵਾਰੀ ਬਹੁਤ ਘੱਟ ਨੇ। ਇਹਦਾ ਮਤਲਬ ਉਹ ਡੈਟ ਨੂੰ ਕੈਨੇਡਾ ਦੇ ਉੱਤੇ ਚੜਾਉਣ ਦਾ ਇੱਕ ਤਰ੍ਹਾਂ ਹਾਲਾ ਵੀ ਮਾਰ ਰਹੇ ਨੇ। ਪਰ ਮੈਂ ਇੱਕ ਕੁਐਸਚਨ ਤੁਹਾਨੂੰ ਤਿੰਨਾਂ ਨੂੰ ਪੁੱਛਣਾ ਚਾਹੂੰਗਾ, ਬਾਰੋ ਬਾਰੀ ਹਰਪ੍ਰੀਤ ਜੀ ਤੋਂ ਸ਼ੁਰੂ ਹੋਊਂਗਾ ਕਿ ਤਿੰਨੇ ਲੀਡਰ ਬਜਟ ਬੈਲੈਂਸ ਕਰਨ ਦੀਆਂ ਗੱਲਾਂ ਤਾਂ ਕਰ ਰਹੇ ਨੇ, ਸਭ ਤੋਂ ਵੱਡਾ ਗੱਪੀ ਕਿਹੜਾ ਲੀਡਰ ਆ? ਸਭ ਤੋਂ ਵੱਡੀ ਗੱਪ ਕਿਹੜਾ ਲੀਡਰ ਮਾਰ ਰਿਹਾ? ਹਰਪ੍ਰੀਤ ਜੀ ਦੇਖੋ, ਗੱਪ ਨੰਬਰ 1 ਜੀ ਸਟੀਫਨ ਹਾਰਪਰ ਮਾਰ ਰਹੇ ਨੇ, ਗੱਪ ਨੰਬਰ 2 ਤੇ ਟੌਮ ਮਲਕੇਅਰ ਜੀ, ਤੇ ਜੋ ਜਸਟਿਨ ਟਰੂਡੋ ਜੀ ਉਹ ਗੱਪ ਨਹੀਂ ਮਾਰ ਰਹੇ। ਕੀ ਗੱਲ ਹੋਣੀ ਜੀ? ਦੇਖੋ ਇਹ ਤੇ ਦੇਖੋ ਮੈਂ ਲਿਬਰਲ ਨਾਲ ਬਲੀਵ ਕਰਦਾ ਵਾਂ। ਮੈਂ ਆਪ ਬਲੀਵ ਕਰਦਾ ਕਿ 3 ਸਾਲ ਵਿੱਚ ਬਜਟ ਬੈਲੈਂਸ ਕੀਤਾ ਜਾ ਸਕਦਾ ਵਾ। ਪਰ ਇਹ ਕਿਸੇ ਸੁਪਨਾ ਆਇਆ ਸੀ ਜਾਂ ਇਟਸ ਅ ਫੈਕਟ? ਦੇਖੋ ਦਵਿੰਦਰ ਜੀ, ਇਟਸ ਅ ਫੈਕਟ ਅਗੇਨ। ਜੋ ਹੁਣ ਇਨਫੋਰਮੇਸ਼ਨ ਅਵੇਲੇਬਲ ਹੈ ਉਹਦੇ ਜੇ ਆਪਾਂ ਮੈਂ ਲਿਬਰਲ ਪਾਰਟੀ ਨੂੰ ਅੱਡ ਛੱਡ ਕੇ ਗੱਲ ਕਰਦਾ ਵਾਂ, ਜੋ ਇਨਫੋਰਮੇਸ਼ਨ ਅਵੇਲੇਬਲ ਜੇ ਆਪਾਂ ਵੇਖੀਏ ਤੇ 3 ਸਾਲ ਵਿੱਚ ਤੇ ਬਜਟ ਬੈਲੈਂਸ ਹੋ ਹੀ ਜਾਊਗਾ। 2017 ਤੱਕ ਆਇਲ ਬਾਉਂਸ ਬੈਕ ਕਰਨ ਦੀ ਗੱਲ ਹੋ ਰਹੀ ਹੈ। ਜੇ ਬਾਉਂਸ ਬੈਕ ਕਰਨ ਦੀ ਬਜਾਏ ਥੋੜਾ ਜਿਹਾ ਬਾਉਂਸ ਉਲਟੀ ਡਾਇਰੈਕਸ਼ਨ ਦੇ ਵਿੱਚ ਹੋ ਗਿਆ, ਫਿਰ ਵੀ ਬੈਲੈਂਸ ਹੋ ਸਕਦਾ? ਫਿਰ ਜੇ ਤੁਸੀਂ ਵੇਖੋ, ਜੇ ਮਤਲਬ ਕਿ ਆਇਲ ਦਾ ਰੇਟ ਥੱਲੇ ਜਾਊਗਾ ਫਿਰ ਸ਼ਾਇਦ ਬੈਲੈਂਸ ਨਹੀਂ ਹੋ ਪਾਊਗਾ। ਇਹਦਾ ਮਤਲਬ ਜਸਟਿਨ ਟਰੂਡੋ ਨੂੰ ਕਿਸੇ ਨੇ ਗਲੋਬਲ ਤੋਂ ਯਾਨੀ ਸਾਊਦੀ ਅਰਬੀਆ ਤੋਂ ਕੋਈ ਇਹੋ ਜਿਹਾ ਮੈਸੇਜ ਆਇਆ ਕਿ ਅਗਲੇ 2 ਸਾਲਾਂ ਦੇ ਵਿੱਚ ਆਇਲ ਪ੍ਰਾਈਸਿਸ ਠੀਕ ਹੋਣਗੇ? ਜੋ ਦੇਖੋ ਮੈਂ ਤੁਹਾਨੂੰ ਉਹੀ ਕਹਿ ਰਿਹਾ, ਜੋ ਇਕਨੋਮਿਸਟ ਦੱਸ ਰਹੇ ਨੇ, ਜੋ ਸਾਰੇ ਦੱਸ ਰਹੇ ਨੇ, ਉਹਦੇ ਹਿਸਾਬ ਨਾਲ ਜੇ ਕੈਲਕੂਲੇਸ਼ਨ ਕੀਤੀ ਜਾਵੇ, ਜੇ ਅਸੀਂ ਇੱਕ ਫੇਅਰ ਜੀ ਗੱਲ ਕਰੀਏ ਕਿ ਹਾਂਜੀ ਅਗਲੇ 2 ਸਾਲ 2017 ਕਾਫੀ ਦੂਰ ਦਾ ਟਾਈਮ ਹੈ ਦਵਿੰਦਰ ਜੀ, ਕਿ ਇਹ ਤੇ ਕਹਿ ਨਹੀਂ ਸਕਦੇ ਕਿ ਆਇਲ ਆਪਾਂ ਬਾਉਂਸ ਹੀ ਨਹੀਂ ਹੋਣਾ, ਰਾਈਟ? ਤੇ 2019 ਤੱਕ ਤੇ ਮੇਰੇ ਖਿਆਲ ਆਰਾਮ ਨਾਲ ਬਜਟ ਬੈਲੈਂਸ ਹੋ ਹੀ ਸਕਦਾ ਵਾ। ਮੈਂ ਉਹਨਾਂ ਨਾਲ ਐਗਰੀ ਕਰਦਾ ਵਾਂ। ਸਭ ਤੋਂ ਵੱਡਾ ਗੱਪੀ ਕੌਣ ਆ ਪਰਮਿੰਦਰ ਸਿੰਘ ਜੀ? ਸਭ ਤੋਂ ਵੱਡੇ ਗੱਪੀ ਤਾਂ ਜੀ ਸਾਡੇ ਸਟੀਵਨ ਹਾਰਪਰ ਜੀ ਹੈਗੇ, ਜਿਹੜਾ ਇਸੇ ਬਜਟ ਨੂੰ ਬੈਲੈਂਸ ਕਰਨ ਦੀ ਗੱਲ ਕਰਦੇ ਪਏ ਆ। ਜੇ ਅਸੀਂ ਗੱਲ ਕਰੀਏ, ਇਸ ਤੋਂ ਪਹਿਲਾਂ ਵੀ ਉਹ ਗੱਲ ਕਰ ਚੁੱਕੇ ਸੀਗੇ ਕਿ ਅਸੀਂ ਜਿਹੜਾ ਹੁਣ ਬਜਟ ਉਹਨਾਂ ਨੇ ਰਿਲੀਜ਼ ਕੀਤਾ ਉਹ ਅਸੀਂ ਬੈਲੈਂਸ ਕਰ ਦਿੱਤਾ। ਉਹ ਅਸੀਂ ਸਾਰੇ ਜਾਣਦੇ ਹਾਂ, ਉੱਥੇ ਵੀ ਉਹਨਾਂ ਵੱਲ ਝੂਠ ਬੋਲਿਆ ਗਿਆ ਕਿ ਬੈਲੈਂਸ ਕਿਸੇ ਹਾਲ ਦੇ ਵਿੱਚ ਵੀ ਬੈਲੈਂਸ ਨਹੀਂ ਸੀਗਾ। ਔਰ ਉਹਨਾਂ ਨੇ ਜਿਹੜੀ ਪ੍ਰੋਜੈਕਸ਼ਨ ਵੀ ਕੀਤੀ ਸੀ ਉਹ ਵੀ ਬਹੁਤ ਜ਼ਿਆਦਾ ਸੀਗੀ ਤੇਲ ਦੀ ਪ੍ਰਾਈਸਿਸ ਨੂੰ ਲੈ ਕੇ, ਜੋ ਕਿਸੇ ਵੀ ਹਾਲ ਦੇ ਵਿੱਚ ਬਜਟ ਬੈਲੈਂਸ ਨਹੀਂ ਸੀਗਾ। ਸੋ ਉਹ ਸਭ ਤੋਂ ਵੱਡੇ ਗੱਪੀ ਮੈਂ ਇੱਥੇ ਮੰਨ ਸਕਦਾ। ਬਾਕੀ ਜਸਟਿਨ ਟਰੂਡੋ ਜੀ ਜਿਹੜੇ ਹੈਗੇ ਆ ਉਹ ਦੂਜੇ ਨੰਬਰ ਤੇ ਆ, ਕਿਉਂਕਿ ਉਹਨਾਂ ਨੇ ਜੋ ਵੀ ਗੱਲਬਾਤ ਕਰ ਰਹੇ ਆ। ਜਸਟਿਨ ਟਰੂਡੋ ਜੀ ਦੂਜੇ ਨੰਬਰ ਤੇ ਆ ਕਿਉਂਕਿ 2019 ਕਹਿ ਰਹੇ ਆ, ਤੇ ਤੁਹਾਡੇ ਟੌਮ ਮਲਕੇਅਰ ਜਿਹੜੇ ਅਗਲੇ ਸਾਲ ਕਹਿ ਰਹੇ ਆ ਉਹ ਤੀਜੇ ਨੰਬਰ ਤੇ ਨੇ। ਕਮਾਲ ਕਰ ਰਹੇ ਹੋ ਪਰਮਿੰਦਰ ਜੀ, ਤੁਸੀਂ ਤੇ ਆਪਣੀ ਗੱਲ 'ਚ ਕੰਟਰਡਿਕਟ ਕਰ ਰਹੇ ਹੋ। ਮੈਂ ਹੁਣ ਆਪਣੇ ਲੀਡਰ ਨੂੰ ਸਪੋਰਟ ਕਰ ਰਿਹਾ ਜੀ। ਮੈਂ ਕੱਲ ਹੀ ਕਹਾਂਗੀ ਸਪੋਰਟ ਕਰਨਾ, ਕੋਈ ਤੁਸੀਂ ਜਾਇਜ਼ ਗੱਲ ਤੇ ਕਰੋ। ਨਹੀਂ, ਪਰ ਜੇ ਹੁਣ ਤੁਸੀਂ ਸੰਤਰੀ ਰੰਗ ਦੇ ਕੱਪੜੇ ਪਾਏ ਹੋਏ ਨੇ ਪਰਮਿੰਦਰ ਸਿੰਘ ਜੀ, ਫੈਕਟ ਦੀ ਗੱਲ ਤਾਂ ਕਰੋ। ਹਰਪ੍ਰੀਤ ਜੀ ਦੀ ਗੱਲ ਦੇ ਵਿੱਚ ਦਮ ਤਾਂ ਹੈਗਾ। ਤੁਸੀਂ ਕਹਿੰਦੇ ਹੋ ਕਿ ਸਟੀਵਨ ਹਾਰਪਰ ਬੈਲੈਂਸ ਨਹੀਂ ਕਰ ਸਕਦੇ, ਪਰ ਤੁਹਾਡੇ ਲੀਡਰ ਅਗਲੀ ਕਤਾਰ ਦੇ ਵਿੱਚ ਅੱਗੇ ਖੜੇ ਨੇ, ਤੁਸੀਂ ਉਹਨਾਂ ਨੂੰ ਟਰੂਡੋ ਸਾਹਿਬ ਨੂੰ ਅੱਗੇ ਕਿਵੇਂ ਜੰਪ ਕਰਕੇ ਲੈ ਕੇ ਆ ਸਕਦੇ ਹੋ? ਨਹੀਂ, ਹੁਣ ਜਾਂ ਤਾਂ ਫਿਰ ਉਹ ਤੁਹਾਡੇ ਪੋਲਸ ਦੇ ਵਿੱਚ ਵੀ ਅੱਗੇ ਹੋਣ ਨਾ, ਤਾਂ ਮੈਂ ਕਹਿ ਦਵਾਂ ਕਿ ਹਾਂ ਪੋਲਸ ਦੇ ਵਿੱਚ ਅੱਗੇ ਹੈ। ਪਰਮਿੰਦਰ ਸਿੰਘ ਜੀ, ਜੇ ਤੁਸੀਂ ਸੋਚਣਾ ਵਾ ਤੁਸੀਂ ਸੋਚ ਲਓ, ਅਨਿਆ ਜੀ ਨੂੰ ਜਵਾਬ ਦੇ ਦਿਓ, ਤੁਸੀਂ ਬਾਅਦ ਜਵਾਬ ਦੇ ਲਿਓ।
ਹਾਂਜੀ ਦਵਿੰਦਰ ਜੀ, ਮੈਨੂੰ ਲੱਗਦਾ ਹੈ ਸਭ ਤੋਂ ਵੱਡੇ ਗੱਪੀ ਹੋਣਗੇ ਟੌਮ ਮਲਕੀਰ ਜੀ ਐਨਡੀਪੀ ਤੋਂ। ਸੌਰੀ ਪਰਮਿੰਦਰ ਜੀ, ਮੈਨੂੰ ਕਾਫੀ ਹੱਦ ਤੱਕ ਲੱਗਦਾ ਹੈ ਕਿ ਉਹਨਾਂ ਦੀ ਜਿਹੜੀਆਂ ਪਾਲਿਸੀਜ਼ ਨੇ ਪ੍ਰੈਕਟੀਕਲੀ ਇੰਪੋਸੀਬਲ ਨੇ। ਨੰਬਰ 2 ਤੇ ਮੈਨੂੰ ਲੱਗਦੇ ਹਨ ਜਸਟਿਨ ਟਰੂਡੋ ਜੀ। ਸੌਰੀ ਹਰਪ੍ਰੀਤ ਜੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਆਲਰੇਡੀ 3 ਵਾਰੀ, ਚਲੋ ਤੁਸੀਂ ਕਹਿੰਦੇ ਹੋ ਕਿ ਬੈਲੈਂਸ ਬਜਟ ਨਹੀਂ ਕਰ ਸਕੇ, ਬੈਲੈਂਸ ਬਜਟ ਦੇ ਬਾਅਦ ਦੀ ਗੱਲ ਆਉਂਦੀ ਹੈ, ਇਕਨੋਮਿਕ ਰਿਸੈਸ਼ਨ ਤੋਂ ਬਾਹਰ ਕੱਢਣਾ ਸਭ ਤੋਂ ਪਹਿਲੀ ਗੱਲ ਆਉਂਦੀ ਹੈ। ਤੇ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਹੁਣ ਇਕਨੋਮਿਕ ਸਿਚੁਏਸ਼ਨ ਨੂੰ ਦੇਖ ਕੇ ਸਟੀਫਨ ਹਾਰਪਰ ਕੋਈ ਨਾ ਕੋਈ ਅਜਿਹੀ ਪਾਲਿਸੀ ਜ਼ਰੂਰ ਲਿਆਉਣਗੇ, ਕਿਸੇ ਤਰੀਕੇ ਦੀ ਅਜਿਹੀ ਸਟ੍ਰੈਟੇਜੀ ਲਾਉਣਗੇ ਕਿ ਬੈਲੈਂਸ ਜਿਹੜਾ ਬਜਟ ਹੋ ਜਾਏਗਾ। ਸਟੀਫਨ ਹਾਰਪਰ ਜੀ ਨੇ ਵਧੀਆ ਸੀ ਕੈਨੇਡਾ ਰਿਸੈਸ਼ਨ ਵਿੱਚ ਕਿਉਂ ਆ? ਹਰਨਿਆ ਜੀ, ਸਟੀਫਨ ਹਾਰਪਰ ਜੀ ਨੇ ਵਧੀਆ ਸੀ ਕੈਨੇਡਾ ਰਿਸੈਸ਼ਨ ਵਿੱਚ ਕਿਉਂ ਆ? ਸਟੀਫਨ ਹਾਰਪਰ ਜੀ ਨੂੰ ਉਹਨਾਂ ਨੇ ਵੀ ਖੰਡਿਆ ਸੀ ਕਿ ਉਹ ਕੈਨੇਡਾ ਰਿਸੈਸ਼ਨ ਵਿੱਚ ਨਹੀਂ ਹੈ, ਕੈਨੇਡਾ ਮਾਈਲਡ ਰਿਸੈਸ਼ਨ ਵੱਲ ਵੱਧ ਰਿਹਾ ਹੈ। ਕੁਝ ਲੋਕਾਂ ਦਾ ਮੰਨਣਾ ਹੈ, ਪਰ ਕੁਝ ਲੋਕਾਂ ਦਾ ਮੰਨਣਾ ਇਹ ਵੀ ਹੈ ਕਿ ਕੈਨੇਡਾ ਰਿਸੈਸ਼ਨ ਵਿੱਚ ਨਹੀਂ ਹੈ। ਓਕੇ, ਮੇਰਾ ਆਪ ਹੀ ਚੱਲ ਹਰਿਆ ਜੀ, ਤੁਸੀਂ ਆਪ ਹੀ ਕਿਹਾ ਸੀ ਕਿ ਮਾਈਲਡ ਰਿਸੈਸ਼ਨ ਦੇ ਵਿੱਚ ਹੈ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਮਾਈਲਡ ਰਿਸੈਸ਼ਨ ਵਿੱਚ ਹੈ, ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਰਿਸੈਸ਼ਨ ਨਹੀਂ ਹੈ। ਅਸੀਂ ਤੇ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ, ਕਈ ਵਾਰੀ ਅਸੀਂ ਪਰਸੈਂਟੇਜ ਵੀ ਪ੍ਰੈਜ਼ੈਂਟ ਕਰ ਚੁੱਕੇ ਹਾਂ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਮਾਈਲਡ ਰਿਸੈਸ਼ਨ ਵਿੱਚ ਹੈ। ਚਲੋ ਮੰਨ ਲਿਆ ਕਿ ਕੈਨੇਡਾ ਮਾਈਲਡ ਰਿਸੈਸ਼ਨ ਵਿੱਚ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਪੂਰੀ ਤਰ੍ਹਾਂ ਰਿਸੈਸ਼ਨ ਵਿੱਚ ਹੈ। ਨਹੀਂ, ਮੈਂ ਨਹੀਂ ਮੰਨ ਰਹੀ। ਸਟੀਵਨ ਹਾਰਪਰ ਨੇ ਡਿਬੇਟ 'ਚ ਕਿਹਾ ਸੀ ਕਿ ਅਸੀਂ ਹਰਨਿਆ ਜੀ, ਦਵਿੰਦਰ ਜੀ, ਮੇਰਾ ਕੁਐਸਚਨ ਹੈ, ਮੈਂ ਸਾਰੇ ਜਣੇ ਦਾ ਜਵਾਬ ਦਿਓ। ਜੇ ਸਟੀਫਨ ਹਾਰਪਰ ਜੀ ਇਕਨੋਮੀ ਦੇ ਚੈਂਪੀਅਨ ਸੀ ਤੇ ਕੈਨੇਡਾ ਰਿਸੈਸ਼ਨ ਵਿੱਚ ਕਿਉਂ ਆ? 8 ਸਾਲ ਤੋਂ ਸਟੀਫਨ ਹਾਰਪਰ ਜੀ ਇਸ ਕੰਟਰੀ ਦੀ ਬਾਗਡੋਰ ਸੰਭਾਲ ਰਹੇ ਨੇ, ਆਪਣੇ ਆਪ ਨੂੰ ਚੈਂਪੀਅਨ ਦੱਸਦੇ ਜੇ ਕੈਨੇਡਾ ਰਿਸੈਸ਼ਨ ਵਿੱਚ ਕਿਉਂ ਗਿਆ? ਉਹਦਾ ਰੀਜ਼ਨ ਇਹ ਹੈ ਹਰਪ੍ਰੀਤ ਜੀ ਕਿ ਜਦੋਂ ਪਿਛਲੇ 8 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਕੱਲ ਟਰੂਡੋ ਸਾਹਿਬ ਦੇ ਨਾਲ ਜਦੋਂ ਪਾਲ ਮਾਰਟਨ ਜੀ ਆਏ ਸੀ, ਮੋਢੇ ਦੇ ਮੋਢੇ ਦੇ ਨਾਲ ਖੜੇ ਸੀਗੇ, ਜਦੋਂ ਲਿਬਰਲ ਪਾਰਟੀ ਆਪਣੇ ਆਪ ਨੂੰ ਸਰਪਲਸ ਵਿੱਚ ਲਿਜਾਣ ਦੀ ਗੱਲ ਕਰਦੀ ਆ, ਉਹ ਗੱਲ ਕਰਦੀ ਹੈ ਕਿ ਸਾਰਾ ਵਰਲਡ ਜਿਹੜਾ ਸੀਗਾ ਉਹਦੀ ਇਕਨੋਮੀ ਗੁੱਡ ਸੀਗੀ, ਪਰ ਕੈਨੇਡਾ ਦੀ ਇਕਨੋਮੀ ਬੈਡ ਸੀਗੀ। ਪਰ ਵਰਲਡ ਦੀ ਇਕਨੋਮੀ ਦੇ ਸਹਾਰੇ ਕੈਨੇਡਾ ਦੀ ਇਕਨੋਮੀ ਗੁੱਡ ਹੋਈ। ਪਰ ਅੱਜ ਦੀ ਸਥਿਤੀ ਇਹ ਹੈ ਕਿ ਵਰਲਡ ਦੇ ਵਿੱਚ ਅਸੀਂ ਸਾਰਾ ਜਾਣਦੇ ਹਾਂ ਕਿ ਗਲੋਬ ਛੋਟਾ ਹੋ ਰਿਹਾ। ਜੇ ਚਾਈਨਾ ਦੀ ਸਟਾਕ ਮਾਰਕੀਟ ਡਿੱਗਦੀ ਹੈ ਤਾਂ ਉਸ ਦਾ ਅਸਰ ਅਮਰੀਕਾ ਤੇ ਕੈਨੇਡਾ ਦੀਆਂ ਸਟਾਕ ਐਕਸਚੇਂਜ ਤੇ ਵੀ ਪੈਂਦਾ। ਅੱਜ ਦੀ ਹਾਲਤ ਇਹ ਹੈ ਕਿ G7 ਦੇ ਵਿੱਚ ਉਹਨਾਂ ਦੀ ਇਕਨੋਮੀ ਗੁੱਡ ਆ, ਪਰ ਕੈਨੇਡਾ ਦੀ ਇਕਨੋਮੀ ਥੋੜੀ ਜਿਹੀ ਪਿੱਛੇ ਹੋ ਗਈ ਆ, ਕਿਉਂਕਿ ਨੈਚੁਰਲ ਰਿਸੋਰਸਸ ਦੇ ਵਿੱਚ ਆਇਲ ਦੇ ਪ੍ਰਾਈਸਿਸ ਕਾਫੀ ਵੱਡਾ ਆਪਣਾ ਰੋਲ ਅਦਾ ਕਰਦੇ ਨੇ। ਪਰ ਤੁਹਾਡੀ ਗੱਲ ਨਾਲ ਮੈਂ ਸਹਿਮਤ ਵੀ ਹਾਂ ਕਿ ਜਦੋਂ 8 ਡੈਫਿਸਿਟ ਰਨ ਕੀਤੇ ਹੋਣ, ਤੁਸੀਂ ਆਇਲ ਪ੍ਰਾਈਸਿਸ ਦੇ ਵੱਡੇ ਜਿਹੜੇ ਹਾਈ ਰੇਟਸ ਨੇ ਉਹਨਾਂ ਦਾ ਆਨੰਦ ਵੀ ਮਾਣਿਆ ਹੋਵੇ, ਤਾਂ ਗੱਲ ਕਿਤੇ ਨਾ ਕਿਤੇ ਕਿੰਤੂ ਪਰੰਤੂ ਵਾਲੀ ਜ਼ਰੂਰ ਬਣਦੀ ਆ ਕਿ ਜੇ ਪਿਛਲੀ ਵਾਰ ਬੈਲੈਂਸ ਨਹੀਂ ਕਰ ਸਕੇ ਤਾਂ ਲੋਕੀ ਜ਼ਰੂਰ ਪੁੱਛਣਗੇ ਕਿ 8 ਨਹੀਂ ਬੈਲੈਂਸ ਕਰ ਸਕਦੇ ਤਾਂ 9ਵਾਂ ਕਿਵੇਂ ਬੈਲੈਂਸ ਕਰਦੇ ਹੋ। ਦੂਜੇ ਪਾਸੇ ਜਿਹੜਾ ਮੈਂ ਤੁਹਾਡੇ ਤਿੰਨੇ ਪੈਨਲਿਸਟ ਸੀ ਥੋੜਾ ਜਿਹਾ ਰਿਵਿਊ ਕਰਨਾ ਚਾਹੁੰਦਾ ਕਿ ਤੁਸੀਂ ਤਿੰਨਾਂ ਨੇ, 2 ਜਣਿਆਂ ਨੇ ਤਾਂ ਸਟੀਵਨ ਹਾਰਪਰ ਨੂੰ, 1 ਜਣੇ ਨੇ ਟੌਮ ਮਲਕੀਰ ਨੂੰ ਗੱਪੀ ਕਿਹਾ। ਪਰ ਜਿੱਥੇ ਗੱਪੀ ਦੀ ਨਜ਼ਰ ਦੇ ਵਿੱਚ ਜਿਹੜੇ ਸਭ ਤੋਂ ਵੱਡਾ ਗੱਪ ਮਾਰਿਆ ਸੀ ਜਸਟਿਨ ਟਰੂਡੋ ਨੇ, ਉਸ ਗੱਪ ਦਾ ਕਿਸੇ ਨੇ ਧਿਆਨ ਹੀ ਨਹੀਂ ਕੀਤਾ। $120 ਬਿਲੀਅਨ ਦੀ ਇਨਵੈਸਟਮੈਂਟ ਦੀ ਗੱਲ ਕਰਦੇ ਨੇ। ਬੋਲਣੀ ਬੜੀ ਸੌਖੀ ਹੁੰਦੀ ਆ, ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਹੋਵੋ ਵਾਅਦੇ ਕਰਨੇ ਬੜੇ ਸੌਖੇ ਹੁੰਦੇ ਨੇ। ਐਡਾ ਵੱਡਾ ਮੂੰਹ ਖੋਲ ਦੇਣਾ $120 ਬਿਲੀਅਨ ਦਾ, ਹਾਲਾਂਕਿ ਇਲੈਕਸ਼ਨ ਕੈਂਪੇਨ ਤਾਂ ਹਜੇ ਸ਼ੁਰੂ ਹੀ ਨਹੀਂ ਹੋਇਆ। ਦੇਖੋ, ਜੇ ਕਾਮਨ ਕੇਅਰ ਨੂੰ ਦੇਖਿਆ ਜਾਵੇ 120 ਬਿਲੀਅਨ ਦੀ ਥਾਂ ਤੇ ਉਹ ਐਡੇ ਵੱਡੇ ਸਪੈਂਡਿੰਗ ਲਿਆਉਣਗੇ ਤੇ ਪਿੱਛੇ ਇੱਕ ਜ਼ੀਰੋ ਹੋਰ ਵੀ ਲਾ ਸਕਦੇ ਨੇ। ਹੀ ਕੈਨ ਟਾਕ ਅਬਾਊਟ ਟ੍ਰਿਲੀਅਨਸ ਆਫ ਡਾਲਰਸ। ਪਰ ਗੱਲਬਾਤ ਇਹੀ ਆ, ਜਿਹੜੇ ਵਾਅਦੇ ਕੀਤੇ ਜਾਂਦੇ ਨੇ ਉਹ ਪੂਰੇ ਕਰਨੇ ਨੇ ਜਾਂ ਨਹੀਂ। ਅੱਜ $120 ਬਿਲੀਅਨ ਦੀ ਜਿਹੜੀ ਗੱਲ ਕਰ ਰਹੇ ਨੇ, ਉਹ ਟ੍ਰਾਂਜ਼ਿਟ ਦੇ ਵਿੱਚ ਮਿਊਨਿਸਪੈਲਿਟੀ ਨੂੰ ਫੰਡਿੰਗ ਦੀ ਗੱਲ ਕਰ ਰਹੇ ਨੇ, ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਗੱਲ ਕਰ ਰਹੇ ਨੇ। ਪਰ ਇਹੀ ਲਿਬਰਲ ਗਵਰਨਮੈਂਟ ਉਦੋਂ ਕਿੱਥੇ ਸੀ ਜਦੋਂ ਇਹ ਫੰਡ ਕੱਟੇ ਵੀ ਗਏ ਸੀਗੇ। ਅੱਜ ਯੂਨੀਵਰਸਲ ਹੈਲਥ ਕੇਅਰ ਦੀ ਗੱਲ ਕਰ ਰਹੇ ਨੇ, ਹਾਲਾਂਕਿ ਸਮਾਈਲ ਦੇ ਦਿੰਦੇ ਨੇ, ਪਰ ਉਸ ਵੇਲੇ ਕਿੱਥੋਂ ਸੀ ਜਦੋਂ ਲਿਬਰਲ ਗਵਰਨਮੈਂਟ ਇੱਥੇ ਸੀਗੀ। ਤਾਂ ਯੂਨੀਵਰਸਲ ਹੈਲਥ ਕੇਅਰ ਉਦੋਂ ਕਿਉਂ ਨਹੀਂ ਸੀ ਹੋਇਆ ਜਿਹੜੀ ਹੁਣ ਗੱਲ ਕਰਦੇ ਨੇ। ਦੂਜੇ ਪਾਸੇ ਜਦੋਂ ਗਵਰਨਮੈਂਟ ਦੇ ਵਿੱਚ ਡੈਸਪਰੇਟ ਐਨਡੀਪੀ ਵੀ ਆ, ਕੰਜ਼ਰਵੇਟਿਵ ਪਾਰਟੀ ਵੀ ਆਪਣੀਆਂ ਗਵਰਨਮੈਂਟ ਨੂੰ ਨਹੀਂ ਛੱਡਣਾ ਚਾਹੁੰਦੀ ਤੇ ਲਿਬਰਲ ਪਾਰਟੀ ਵੀ ਨਹੀਂ। ਸੱਚਾਈ ਇਹੀ ਆ ਕਿ ਰਾਜਨੀਤਿਕ ਪਾਰਟੀਆਂ ਪ੍ਰੋਮਿਸ ਕਰਦੇ ਨੇ, ਪਰ ਮੈਂ ਤੁਹਾਡੇ ਪੈਨਲਿਸਟ ਨਾਲ ਕਿਤੇ ਗੱਲਾਂ ਅੱਗੇ ਵੀ ਆ ਕਿ ਸਭ ਤੋਂ ਵੱਡੀਆਂ ਉਂਗਲਾਂ ਤਾਂ ਸਟੀਵਨ ਹਾਰਪਰ ਦੇ ਪ੍ਰੋਮਿਸ ਤੇ ਉੱਠਦੀਆਂ ਨੇ, ਕਿਉਂਕਿ ਜਿਹੜੀ ਬਜਟ ਬੈਲੈਂਸ ਦੀ ਗੱਲ ਦੇ ਵਿੱਚ ਟਾਈਮ ਪੀਰੀਅਡ ਕਾਫੀ ਸ਼ਾਰਟ ਆ। ਨੈਕਸਟ ਬਜਟ ਜਿਹੜੇ ਕਿ ਕੁਆਟਰਲੀ ਪ੍ਰੈਡਿਕਸ਼ਨਸ ਆ ਚੁੱਕੀਆਂ ਨੇ, ਉਹ ਇਹ ਆ ਕਿ ਇਹ ਬਜਟ ਸਰਪਲਸ ਦੀ ਬੈਲੈਂਸ ਨਹੀਂ ਹੋ ਸਕਦਾ, ਇਹ ਬਜਟ ਡੈਫਿਸਿਟ ਦੇ ਵਿੱਚ ਜਾਊਗਾ, ਕਿਉਂਕਿ ਕੁਆਟਰਲੀ ਪ੍ਰੈਡਿਕਸ਼ਨਸ 1-2 ਵੋਟਾਂ ਦੇ ਰਿਜ਼ਲਟ ਨਾਲ ਚੇਂਜ ਨਹੀਂ ਕੀਤੀਆਂ ਜਾ ਸਕਦੀਆਂ। ਹਾਂ ਜ਼ਰੂਰ ਆ ਕਿ ਪ੍ਰਤੀਕਿਰਿਆ ਬਦਲੀ ਜਾ ਸਕਦੀ ਆ ਕਿ ਬਜਟ ਨੂੰ ਬੈਲੈਂਸ ਕਰਨ ਦੇ ਲਈ ਕਰਜ਼ਾ ਕਿਸੇ ਹੋਰ ਪਾਸੇ ਦਾ ਕੇ ਬਜਟ ਨੂੰ ਥੋੜਾ ਜਿਹਾ ਮੈਨੂਪਲੇਟ ਕੀਤਾ ਜਾ ਸਕਦਾ। ਪਰ ਇਹ ਗੱਲ ਜ਼ਰੂਰ ਆ ਕਿ ਸਟੀਵਨ ਹਾਰਪਰ ਤੇ ਕਿੰਤੂ ਪਰੰਤੂ ਜ਼ਰੂਰ ਉੱਠੇ ਨੇ। ਪਰ ਹੁਣ ਇਕਨੋਮੀ ਦੇ ਮੁੱਦੇ ਨੂੰ ਦੂਜਾ ਇੱਕ ਜਿਹੜਾ ਪ੍ਰੋਮਿਸ ਸਟੀਵਨ ਹਾਰਪਰ ਨੇ ਕੀਤਾ। ਸੋ ਹਰਨਿਹਾ ਜੀ ਤੋਂ ਕੁਐਸਚਨ ਪੁੱਛੂੰਗਾ, ਜਦੋਂ ਵੀ ਇਲੈਕਸ਼ਨ ਆਉਂਦੇ ਨੇ ਕੰਜ਼ਰਵੇਟਿਵ ਪਾਰਟੀ, ਲਿਬਰਲ ਪਾਰਟੀ ਤੇ ਐਨਡੀਪੀ ਪਾਰਟੀ ਜੋ ਵੀ ਗਵਰਨਮੈਂਟ ਜਾਂ ਸਰਕਾਰ ਬਣਾਉਣ ਦੇ ਸੂਰਤ ਦੇ ਵਿੱਚ ਹੁੰਦੀਆਂ ਨੇ, ਇੱਕ ਬਹੁਤ ਵਧੀਆ ਇੱਕ ਪ੍ਰੋਮਿਸ ਕਰਕੇ ਆਉਂਦੀਆਂ ਨੇ, ਚਾਹੇ ਰਾਜੀ ਸਰਕਾਰਾਂ ਹੋਣ ਚਾਹੇ
ਫੈਡਰਲ ਗਵਰਨਮੈਂਟ ਹੋਣ, ਉਹ ਹੁੰਦਾ ਕਿ ਫੋਰਨ ਕ੍ਰੈਡੈਂਸ਼ੀਅਲਸ ਨੂੰ ਅਸੀਂ ਇੱਕ ਥੋੜਾ ਜਿਹਾ ਕ੍ਰੈਡਿਟ ਜ਼ਿਆਦਾ ਦੇਵਾਂਗੇ। ਵਾਅਦੇ ਕੀਤੇ ਜਾਂਦੇ ਨੇ, ਜਦੋਂ ਦੀ ਇਮੀਗ੍ਰੇਸ਼ਨ ਸ਼ੁਰੂ ਹੋਈ ਆ ਉਸ ਵੇਲੇ ਦੇ ਵਾਅਦੇ ਕੀਤੇ ਜਾਂਦੇ ਨੇ, ਪਰ ਜਦੋਂ ਇਲੈਕਸ਼ਨ ਤੋਂ ਬਾਅਦ ਇਹ ਇਸ਼ੂ ਸਾਰੇ ਸੁਸਤ ਹੋ ਜਾਂਦੇ ਨੇ। ਕੀ ਤੁਸੀਂ ਸਟੀਵਨ ਹਾਰਪਰ ਦੇ ਉਸ ਵਾਅਦੇ ਨਾਲ ਖੁਸ਼ ਹੋ ਜਾਂ ਰਾਜੀ ਹੋ ਕਿ ਉਹ ਕਹਿੰਦੇ ਨੇ ਕਿ ਜਿਹੜੇ ਫੋਰਨ ਕ੍ਰੈਡੈਂਸ਼ੀਅਲ ਦੀ, ਮੈਂ ਪਿਛਲੀ ਵਾਰੀ 8 ਸਾਲ ਤਾਂ ਮੈਨੂੰ ਨਹੀਂ ਸੀ ਪਤਾ ਲੱਗਿਆ, ਪਰ ਜੇ ਇਸ ਵਾਰੀ ਪ੍ਰਧਾਨ ਮੰਤਰੀ ਬਣਾ ਦੋਗੇ ਤਾਂ ਮੈਂ ਫੋਰਨ ਕ੍ਰੈਡੈਂਸ਼ੀਅਲ ਦੇ ਬਾਰੇ ਆਪਣੀ ਪਾਲਿਸੀ ਨੂੰ ਚੇਂਜ ਕਰੂੰਗਾ। ਐਬਸੋਲੂਟਲੀ ਦਵਿੰਦਰ ਜੀ, ਮੈਨੂੰ ਲੱਗਦਾ ਹੈ ਕਿ ਸਟੀਫਨ ਹਾਰਪਰ ਵੱਲੋਂ ਜਿਹੜਾ ਪ੍ਰਪੋਜ਼ਲ ਦਿੱਤਾ ਗਿਆ ਹੈ, ਜਿਹੜਾ ਇਹਨਾਂ ਨੇ ਟਾਈਮ ਰੇਸ਼ੋ ਘਟਾਇਆ ਹੈਗਾ, ਸਾਲ ਤੋਂ ਜਗ੍ਹਾ ਸਿਰਫ 60 ਦਿਨ ਕਰ ਦਿੱਤਾ, ਉਹਦੇ ਨਾਲ ਬਹੁਤ ਫਰਕ ਪੈਂਦਾ ਹੈ। ਕਿਉਂਕਿ ਫੋਰਨ ਕ੍ਰੈਡੈਂਸ਼ੀਅਲਸ ਦਾ ਜਿਹੜਾ ਲੈ ਕੇ ਮੁੱਦਾ ਹੈ, ਕਾਫੀ ਇਮੀਗ੍ਰੈਂਟਸ ਅਜਿਹੇ ਪਹੁੰਚਦੇ ਹਨ ਜਿਨ੍ਹਾਂ ਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਕਾਫੀ ਉਹਦੇ ਨਾਲ ਜਿਹੜਾ ਵੇਟਿੰਗ ਪੀਰੀਅਡ ਕਹਿ ਲਓ ਜਾਂ ਇਵੈਲੂਏਸ਼ਨ ਪੀਰੀਅਡ ਕਹਿ ਲਓ, ਉਹਦੇ ਬਹੁਤ ਸਾਰਾ ਸਮਾਂ ਲੱਗਦਾ ਹੈ। ਤੇ ਆਈ ਐਮ ਗਲੈਡ ਕਿ ਹੁਣ ਰਿਅਲਾਈਜ਼ ਕਰਕੇ ਉਹਨਾਂ ਨੇ ਇਹ ਗੱਲ ਸਾਹਮਣੇ ਲਿਆਂਦੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੋਟਰਸ ਦਾ ਜਿਹੜਾ ਬੈਂਕ ਹੈ ਉਹ ਆਉਣਾ ਤੋਂ ਇਮੀਗ੍ਰੈਂਟਸ ਤੋਂ ਹੀ ਹੈ। ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਐਵਰੀ ਡੇ, ਜੇ ਤੁਸੀਂ ਕਹਿ ਰਹੇ ਹੋ ਕਿ 10 ਤੋਂ 12 ਹਜ਼ਾਰ ਲੋਕ ਐਵਰੀ ਡੇ ਕੈਨੇਡਾ 'ਚ ਇਮੀਗ੍ਰੇਟ ਕਰ ਰਹੇ ਹਨ, ਤੇ ਜ਼ਾਹਿਰ ਜੀ ਗੱਲ ਹੈ ਕਿ ਐਟ ਦੀ ਐਂਡ ਆਫ ਦ ਡੇ 3 to 4 years ਡਾਊਨ ਜਦੋਂ ਸਿਟੀਜ਼ਨ ਬਣਦੇ ਹਨ ਤੇ ਇਹ ਵੋਟਿੰਗ ਬੈਂਕ ਉਹ ਇਮੀਗ੍ਰੈਂਟਸ ਤੋਂ ਨਹੀਂ ਆਏਗਾ। ਤੇ ਜੇ ਉਹਨਾਂ ਦੇ ਭੈਣ ਭਰਾ ਮਾਂ ਬਾਪ ਇੱਥੇ ਪਹੁੰਚ ਰਹੇ ਹਨ ਤੇ ਜੇ ਉਹਨਾਂ ਨੂੰ ਤਕਲੀਫਾਂ ਹੋ ਰਹੀਆਂ ਹਨ, ਤੇ ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਉਹ ਇਸ ਚੀਜ਼ ਨੂੰ ਲੈ ਕੇ ਇਗਨੋਰ ਕਰ ਸਕਦੇ ਹਨ। ਆਈ ਐਮ ਜਸਟ ਹੈਪੀ ਕਿ ਇਸ ਦੇ ਨਾਲ, ਜਿਵੇਂ ਹੁਣੇ ਪਿਛਲੇ ਸਾਲ ਵੀ ਇੱਕ ਪ੍ਰੋਗਰਾਮ ਦੀ ਅਨਾਊਂਸਮੈਂਟ ਕੀਤੀ ਗਈ ਸੀ ਜਿਸ ਵਿੱਚ ਖਾਸ ਤੌਰ ਤੇ ਮੈਡੀਕਲ ਡਾਕਟਰਸ ਅਤੇ ਮੈਡੀਕਲ ਡਿਗਰੀਜ਼ ਵਾਲਿਆਂ ਲਈ ontario ਵਿੱਚ ਪ੍ਰੋਵਿੰਸ਼ੀਅਲਸ ਲਾਂਚ ਕੀਤੀਆਂ ਗਈਆਂ ਸੀ। ਉਸੇ ਤਰੀਕੇ ਨਾਲ ਮੈਨੂੰ ਲੱਗਦਾ ਹੈ ਕਿ ਇਹ ਟਾਈਮ ਘਟਾਉਣ ਨਾਲ, 60 ਦਿਨ ਕਰਨ ਨਾਲ ਤੇ ਫੰਡਿੰਗ ਜਾਰੀ ਕਰਨ ਨਾਲ ਉਹ ਕਿਸੇ ਨਾ ਕਿਤੇ ਇਮੀਗ੍ਰੈਂਟ ਜਿਹੜਾ ਵੋਟ ਬੈਂਕ ਹੈ ਉਸ ਨੂੰ ਆਪਣੇ ਪਾਸੇ ਕਰ ਰਹੇ ਹਨ। ਤੁਸੀਂ ਬਿਲਕੁਲ ਹੀ ਗਲਤ ਜੋ ਹਰਨਿਆ ਜੀ, ਮੈਂ ਸਟੀਫਨ ਹਾਰਪਰ ਜੀ ਦੀ ਇਸ ਵਾਅਦੇ ਨਾਲ ਬਿਲਕੁਲ ਐਗਰੀ ਨਹੀਂ ਕਰਦਾ। ਜੇ ਤੁਸੀਂ ਵੇਖੋ, ਤੁਸੀਂ ਸਿਰਫ ਇਮੀਗ੍ਰੇਟਸ ਦੇ ਵੋਟ ਲੈਣ ਵਾਸਤੇ ਕਹਿ ਰਹੇ ਜੋ। ਪਹਿਲੀ ਗੱਲ ਤੁਸੀਂ ਦਵਿੰਦਰ ਜੀ ਨੇ ਪੁੱਛਿਆ ਸੀ 8 ਸਾਲ ਤੋਂ ਤੁਹਾਨੂੰ ਕਿਉਂ ਨਹੀਂ ਚੇਤਾ ਆਇਆ, ਨੰਬਰ 1 ਕੁਐਸਚਨ। ਨੰਬਰ 2 ਕੁਐਸਚਨ, ਜਦੋਂ ਅਸੀਂ ਕੈਨੇਡਾ ਵਿੱਚ ਪ੍ਰੋਵਿੰਸ ਚੇਂਜ ਕਰਦੇ ਹਾਂ, ਅਲਬਰਟਾ ਤੋਂ ਸਸਕੈਚੁਅਨ ਜਾਈਏ, ਅਲਬਰਟਾ ਤੋਂ ontario ਜਾਈਏ, ਸੇਮ ontario ਤੋਂ ਅਲਬਰਟਾ ਆਈਏ, ਉੱਥੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ, ਕੈਨੇਡੀਅਨਸ ਨੂੰ ਪ੍ਰੋਬਲਮ ਆਉਂਦੀ ਹੈ, ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ? ਜੇ ਤੁਸੀਂ ਕੁਝ ਠੀਕ ਕਰਨਾ ਤਾਂ ਉਹ ਪਹਿਲਾਂ ਕਰੋ। ਜਿਹੜੀ ਗੱਲ ਉਹਨਾਂ ਨੇ ਕੀਤੀ ਆ, ਇੱਕ ਲੋਨ ਪ੍ਰੋਗਰਾਮ ਦੇਣ ਦੀ ਗੱਲ ਕੀਤੀ ਆ ਕਿ ਜੇ ਅਸੀਂ ਇਮੀਗ੍ਰੈਂਟਸ ਜਿਨ੍ਹਾਂ ਦੇ ਫੋਰਨ ਕ੍ਰੈਡੈਂਸ਼ੀਅਲਸ ਦੀ ਜਿਹੜੀ ਪ੍ਰਾਪਤੀ ਉਹਨਾਂ ਨੂੰ ਨਹੀਂ ਹੋਈ, ਉਹਨਾਂ ਤੋਂ ਗੱਲ ਕੀਤੀ ਜਾਵੇ ਤਾਂ ਮੇਰਾ ਖਿਆਲ ਲੋਨ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਕਾਫੀ ਮੈਰਿਟ ਦੇ ਵਿੱਚ ਥੱਲੇ ਆਉਂਦੀ ਆ। ਉਹਨਾਂ ਨੂੰ ਲੋੜ ਆ, ਕਿਉਂਕਿ ਜਦੋਂ ਵੀ ਇੱਥੇ ਕੋਈ ਡਾਕਟਰ ਇੰਜੀਨੀਅਰ ਆਉਂਦੇ ਨੇ ਟੈਕਸੀਆਂ 'ਚ ਲਾ ਕੇ ਜਾਂ ਪਾਰਟ ਟਾਈਮ ਜੌਬਸ ਕਰਕੇ, ਇੱਕ ਉਮੀਦ ਦੇ ਨਾਲ ਕਿ ਕਦੇ ਨਾ ਕਦੇ ਉਹ ਆਪਣੇ ਪ੍ਰੋਫੈਸ਼ਨ ਦੇ ਵਿੱਚ ਜਾਣਗੇ। ਜਿੰਨੇ ਵੀ ਹਾਈ ਸਕਿੱਲ ਪ੍ਰੋਫੈਸ਼ਨਲ ਆਉਂਦੇ ਨੇ, ਸੁਪਨਾ ਇਹੀ ਜ਼ਰੂਰ ਰਹਿੰਦਾ, ਪਰ ਜਦੋਂ ਅੱਜ ਤੱਕ ਇਮੀਗ੍ਰੇਸ਼ਨ 70s 'ਚ ਹੋਈ, 80s 'ਚ ਹੋਈ, 90s 'ਚ ਹੋਈ, ਉਸ ਵੇਲੇ ਇਸ ਗੱਲ ਦੀ ਲੋੜ ਨਹੀਂ ਪਈ ਕਿ ਲੋਨ ਦਿੱਤੇ ਜਾਣ ਜਾਂ ਹੋਟਲਾਂ ਕੀਤੀਆਂ ਜਾਣ। ਪਰ ਗੱਲ ਕ੍ਰੈਡੈਂਸ਼ੀਅਲ ਮੰਨਣ ਦੀ ਆ। ਲੋਨ ਕਿੰਨੇ ਤੱਕ ਸਹਾਈ ਹੋ ਸਕਦਾ ਹਰਪ੍ਰੀਤ ਜੀ? ਦੇਖੋ ਦਵਿੰਦਰ ਜੀ, ਲੋਨ ਸਹਾਈ ਤੇ ਹੋ ਸਕਦਾ, ਪਰ ਮੈਂ ਤਾਂ ਇੱਥੇ ਇਹਨੂੰ ਇਲੈਕਸ਼ਨ ਦਾ ਵਾਅਦਾ ਹੀ ਕਹੂੰਗਾ। ਇਹ ਅਸੀਂ ਕਿੱਦਾਂ ਮੰਨ ਲਈਏ ਕਿ ਪੂਰਾ ਹੋਊਗਾ? ਸਿਰਫ ਹੁਣ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਇਮੀਗ੍ਰੇਸ਼ਨ ਵੋਟਾਂ ਦਾ ਕਿਹਨੂੰ ਫਾਇਦਾ ਹੋਊਗਾ। ਤੁਸੀਂ ਮੈਨੂੰ ਕੁਐਸਚਨ ਪੁੱਛਿਆ ਸੀ, ਦੇਖੋ ਸਿਰਫ ਇਮੀਗ੍ਰੈਂਟਸ ਦੀਆਂ ਵੋਟਾਂ ਲਵਾਉਣ ਵਾਸਤੇ ਇਹ ਗੱਲ ਕੀਤੀ ਜਾ ਰਹੀ ਹੈ, ਹੋਰ ਕੁਝ ਨਹੀਂ ਹੈਗੀ। ਪਰ ਜੇ ਤੁਸੀਂ ਟੈਕਨੀਕਲੀ ਪੁੱਛੋ, ਹਾਂਜੀ ਲੋਨ ਨਾਲ ਹੈਲਪ ਤੇ ਦਵਿੰਦਰ ਜੀ ਮਿਲਦੀ ਹੈ। ਮੈਂ ਵੀ ਇੰਡੀਆ ਤੋਂ ਜਦੋਂ ਮੂਵ ਹੋਇਆ ਸੀ, ਇੰਜੀਨੀਅਰਿੰਗ ਦੀ ਡਿਗਰੀ ਉੱਥੇ ਸੀ, ਮੈਨੂੰ ਵੀ ਇੱਥੇ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਯੂਨੀਵਰਸਿਟੀ ਨੇ ਮੈਨੂੰ 8 ਮਹੀਨੇ ਬਾਅਦ ਅਪਾਇੰਟਮੈਂਟ ਦਿੱਤੀ ਸੀ ਜਸਟ ਟੂ ਲੁੱਕ ਐਟ ਮੇਰੀ ਟ੍ਰਾਂਸਕ੍ਰਿਪਟ ਜਾਂ ਡਿਗਰੀ ਵਾਸਤੇ। ਉਸ ਤੋਂ ਬਾਅਦ ਅਗਲੀ ਅਪਾਇੰਟਮੈਂਟ 6 ਮਹੀਨੇ ਵਾਸਤੇ ਸੀ। ਕੋਈ ਸਿਸਟਮ ਹੀ ਨਹੀਂ ਸੀ ਬੇਸਿਕਲੀ। ਮੈਂ ਹਾਰ ਕੇ ਕੀ ਕਹਿੰਦੇ ਆ ਫਸਟ ਈਅਰ 'ਚ ਐਡਮਿਸ਼ਨ ਲੈ ਕੇ ਫਿਰ ਤੋਂ ਸਾਰੀ ਬੈਚਲਰ ਕੀਤੀ। ਇੱਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ। ਪਰ ਜੋ ਸਟੀਫਨ ਹਾਰਪਰ ਜੀ ਗੱਲ ਕਰ ਰਹੇ ਨੇ, ਮੈਂ ਉਹਨਾਂ ਨਾਲ ਬਿਲਕੁਲ ਐਗਰੀ ਨਹੀਂ ਕਰਦਾ। ਨਾਲੇ ਜਿਹੜੀ ਮੈਂ ਗੱਲ ਕਰ ਰਿਹਾ ਦਵਿੰਦਰ ਜੀ, ਉਹ ਜਿਹੜੇ ਕੈਨੇਡੀਅਨਸ ਨੇ ਪਹਿਲਾਂ ਉਹਨਾਂ ਉੱਤੇ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ? ਜਦੋਂ ਗੱਲ ਕੀਤੀ ਜਾਵੇ ਲੋਨ ਦੇਣ ਦੀ, ਸੱਚਾਈ ਇਹ ਆ ਕਿ ਅਬਾਊਟ 36% ਜਿਹੜੇ ਇਮੀਗ੍ਰੈਂਟਸ ਨੇ ਉਹ ਆਪਣੇ ਕਿਸੇ ਕਾਰਨਾਂ ਕਰਕੇ ਵੀ ਕ੍ਰੈਡੈਂਸ਼ੀਅਲਸ ਦੇ ਨਾਲ ਉਸ ਜਿਹੜੇ ਉਹਦੇ ਤੇ ਜਾਂ ਜਿਹੜਾ ਉਹ ਆਪਣੇ ਪ੍ਰੋਫੈਸ਼ਨ ਦੇ ਵਿੱਚ ਨਹੀਂ ਜਾ ਸਕਦੇ। ਜਦੋਂ ਗੱਲ ਕੀਤੀ ਜਾਵੇ, ਪਹਿਲੀ ਗੱਲ ਆ ਜਿਹੜੀ ਇਹਨਾਂ ਦੀ ਪ੍ਰੋਸੈਸਿੰਗ ਫੀ ਦੀ, ਪ੍ਰੋਸੈਸਿੰਗ ਫੀਸ $100 ਤੋਂ ਲੈ ਕੇ $25,000 ਤੱਕ ਆ। ਹੁਣ ਮੈਨੂੰ ਇਹ ਦੱਸੋ, ਜਿਹੜੀ ਪ੍ਰੋਬਲਮ ਇਹ ਆ ਕਿ ਜਿਹੜਾ ਇਮੀਗ੍ਰੈਂਟ ਆਪਣੇ ਕ੍ਰੈਡੈਂਸ਼ੀਅਲਸ ਪ੍ਰੋਸੈਸ ਕਰਨ ਦੇ ਲਈ ਭੇਜਦਾ, ਪਹਿਲੀ ਗੱਲ ਤਾਂ ਉਸ ਨੂੰ 1 ਸਾਲ ਕਿਉਂ ਲੱਗਦਾ? ਦੂਜਾ ਸਾਲ $25,000 ਫੀਸ ਕਿਹੜੀ ਗੱਲ ਦੀ? ਕੀ ਲੱਗਦਾ ਪਰਮਿੰਦਰ ਸਿੰਘ ਜੀ ਕਿ ਫੀਸ ਨੂੰ ਘਟਾਉਣਾ ਚਾਹੀਦਾ ਸੀ ਤੇ ਸਮੇਂ ਨੂੰ ਘਟਾਉਣਾ ਚਾਹੀਦਾ ਸੀ? ਦਵਿੰਦਰ ਜੀ, ਜੇ ਗੱਲ ਕੀਤੀ ਜਾਵੇ ਦੋਨਾਂ ਹੀ ਚੀਜ਼ਾਂ ਨੂੰ ਘਟਾਉਣਾ ਚਾਹੀਦਾ ਸੀਗਾ। ਔਰ ਜੇ ਮੈਂ ਇਸ ਪੂਰੀ ਖਬਰ ਦੀ ਮੈਂ ਡਿਟੇਲ ਦੇ ਵਿੱਚ ਜੋ ਜਾ ਰਿਹਾ ਸੀਗਾ, ਮੈਨੂੰ ਥੋੜ੍ਹੀਆਂ ਚੀਜ਼ਾਂ ਜਿਹੜੀਆਂ ਉਹ ਮੇਰੇ ਸਾਹਮਣੇ ਆਈਆਂ। ਉਹਦੇ ਵਿੱਚ ਇਹ ਹੈ ਕਿ ਇਹ ਸਿਰਫ ਉਹ ਜੌਬਸ ਦੇ ਲਈ ਹੈ ਜਿਹੜੀਆਂ ਹਾਈ ਡਿਮਾਂਡ ਦੇ ਵਿੱਚ ਹੈਗੀਆਂ।
ਸੋ ਸਾਰਿਆਂ ਦੇ ਲਈ ਨਹੀਂ ਹੈਗੀਆਂ ਇਹ, ਇਸ ਗੱਲ ਦਾ ਵੀ ਸਾਨੂੰ ਧਿਆਨ ਰੱਖਣਾ ਪੈਣਾ ਹੈ। ਜਿਹੜੀ ਅਨਾਉਂਸਮੈਂਟ ਕੀਤੀ ਗਈ ਆ ਉਹ ਸਿਰਫ ਇਹ ਆ ਕਿ ਹਾਈ ਡਿਮਾਂਡ ਆਕੂਪੇਸ਼ਨਸ ਜਿਹੜੀਆਂ ਹੈਗੀਆਂ, ਜਿੱਦਾਂ ਫਿਜ਼ੀਸ਼ੀਅਨਸ ਹੈਗੇ ਆ, ਟੀਚਰਸ ਹੈਗੇ ਆ, ਜਾਂ ਵੈਲਡਰਸ ਹੈਗੇ ਆ, ਜਾਂ ਕੋਈ ਹੋਰ ਜਿਹੜੇ ਵੀ ਜੌਬਸ ਦੇ ਵਿੱਚ ਹੈਗੇ ਆ, ਉਹ ਜੌਬਸ। ਆਈ ਥਿੰਕ ਤੁਹਾਡੀ ਗੱਲ ਬਿਲਕੁਲ ਸਹੀ ਆ। ਜੇ ਨੰਬਰ ਦੇਖੇ ਜਾਣ ਤਾਂ 20,000 ਲੋਨ ਦਿੱਤੇ ਜਾਣਗੇ ਇਮੀਗ੍ਰੈਂਟਸ ਨੂੰ ਜਿਹੜੇ ਕਿ ਆਪਣੇ ਫੋਰਨ ਕ੍ਰੈਡੈਂਸ਼ੀਅਲ ਪ੍ਰੋਸੈਸ ਕਰਨ ਲਈ ਭੇਜਦੇ ਨੇ। ਉਹ 20,000 ਸਿਰਫ 2,80,000 ਜਾਂ 2.5 ਲੱਖ ਦੀ ਇਮੀਗ੍ਰੇਸ਼ਨ ਜੋ ਸਿਰਫ 20,000 ਨੂੰ, ਤੇ ਉਹਦਾ ਨੈਟ ਕੈਪ ਵੀ $8 ਮਿਲੀਅਨ ਪਰ ਈਅਰ, ਸਿਰਫ $8 ਮਿਲੀਅਨ। ਸੋ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਪਰਮਿੰਦਰ ਸਿੰਘ ਇੱਕ ਚੀਜ਼ ਮੈਂ ਐਡ ਕਰਨਾ ਚਾਹੁੰਦਾ ਦਵਿੰਦਰ ਜੀ, ਇਸ ਪ੍ਰੋਸੈਸ ਵਿੱਚ ਟੈਕਨੀਕਲ ਇਸ਼ੂਜ਼ ਵੀ ਹੈਗੇ ਨੇ। ਟੈਕਨੀਕਲ ਇਸ਼ੂਜ਼ ਇਹ ਆ ਕਿ ਕੈਨੇਡਾ ਵਿੱਚ ਮੋਸਟਲੀ ਯੂਨੀਵਰਸਿਟੀ ਪਾਸਿੰਗ ਮਾਰਕ 60 ਨੂੰ ਮੰਗਦੀਆਂ ਨੇ। ਜੇ ਤੁਹਾਡੇ 100 ਤੋਂ 60 ਨੰਬਰ ਹੋਣ ਤੁਸੀਂ ਪਾਸ ਹੁੰਦੇ ਜੋ। ਇੰਡੀਆ ਵਿੱਚ ਮੋਸਟਲੀ ਯੂਨੀਵਰਸਿਟੀਜ਼ ਪਾਸਿੰਗ ਮਾਰਕ 35 ਨੂੰ ਮੰਗਦੀਆਂ ਨੇ, ਜੇ ਤੁਹਾਡੇ 33 ਜਾਂ 35 ਹੈ ਨਾ ਅਪਰੋਕਸ, ਉਹਨੂੰ ਮੰਗਦੀਆਂ ਨੇ। ਹੁਣ ਜੇ ਮੈਂ ਸਰਟੀਫਿਕੇਟ ਲੈ ਕੇ ਕੈਨੇਡਾ ਯੂਨੀਵਰਸਿਟੀ ਕੋਲ ਜਾਂਦਾ, ਮੈਂ ਨਾ ਮੇਰੇ ਐਸ ਸਬਜੈਕਟ 40 ਆਏ ਸੀ, ਕੈਨੇਡਾ ਵਿੱਚ ਆਉਂਦੇ ਤੂੰ ਫੇਲ ਆ, ਬਟ ਟੈਕਨੀਕਲੀ ਵੇਖਿਆ ਜਾਵੇ ਮੈਂ ਜਿਹੜੀ ਯੂਨੀਵਰਸਿਟੀ ਅਟੈਂਡ ਕੀਤੀ ਸੀ ਉਹਨਾਂ ਮੈਨੂੰ ਪਾਸ ਕੀਤਾ ਵਾ, ਪਰ ਕੈਨੇਡਾ ਚੋਂ ਫੇਲ ਆਉਂਦੇ ਨੇ। ਇਹ 'ਚ ਟੈਕਨੀਕਲ ਅਸੈਸਮੈਂਟ ਦੀ ਵੀ ਲੋੜ ਆ। ਇਹ ਪ੍ਰੋਸੈਸ ਨੂੰ ਜਿੱਦਾਂ ਤੁਸੀਂ ਕਹਿ ਰਹੇ ਜੋ ਫੀਸ ਟਾਈਮ ਪਲੱਸ ਇਹਨੂੰ ਟੈਕਨੀਕਲ ਵੇਖਣ ਦੀ ਵੀ ਲੋੜ ਆ, ਟੈਕਨੀਕਲੀ ਕਰੈਕਟ ਕਰਨ ਦੀ ਲੋੜ ਆ। ਬਿਲਕੁਲ ਸਹੀ ਗੱਲ ਕੀਤੀ ਆ। 60% ਨੰਬਰ ਲੈਣ ਵਾਲਾ ਸਟੂਡੈਂਟ ਇੰਡੀਆ ਦੇ ਵਿੱਚ ਫਸਟ ਡਿਵੀਜ਼ਨ ਦੇ ਵਿੱਚ ਆਉਂਦਾ, ਤੇ ਇੱਥੇ ਉਹ ਪਾਸਿੰਗ ਮਾਰਕਸ ਹੁੰਦੇ ਨੇ, ਤੇ ਜਿਹੜਾ ਜਿਹੜੀ ਮਾਰਕਸ ਜਿਹੜੇ ਅਵਾਰਡ ਕੀਤੇ ਜਾਂਦੇ ਨੇ ਉਹਨਾਂ ਦਾ ਪੈਟਰਨ ਵੀ ਡਿਫਰੈਂਟ ਆ। ਇਹ ਨਹੀਂ ਕਹਿ ਸਕਦੇ ਕਿ ਹਿੰਦੁਸਤਾਨ ਵਾਲੇ ਆਉਣ ਵਾਲੇ ਸਟੂਡੈਂਟ 60% ਦੇ ਨਾਲ ਜੇ ਉਹ ਉਸ ਬਾਰਡਰ ਲਾਈਨ ਤੇ ਨੇ ਕਿ ਮਸਾਂ ਹੀ ਉਹਨਾਂ ਨੇ ਪਾਸ ਕੀਤਾ, 60% ਜਿਹੜੀ ਸੀਗੀ ਉਹ ਫਸਟ ਡਿਵੀਜ਼ਨ ਮੰਨੀ ਜਾਂਦੀ ਸੀ। ਦੂਜੇ ਪਾਸੇ ਗੱਲ ਬਿਲਕੁਲ ਹਰਪ੍ਰੀਤ ਤੁਸੀਂ ਸਹੀ ਕੀਤੀ ਆ। ਜਿਵੇਂ ਕੀਸਟੋਨ ਪਾਈਪਲਾਈਨ ਦੀ ਗੱਲ ਕਰਦੇ ਸੀ ਤਾਂ ਕਈ ਅਮਰੀਕਨ ਸਾਨੂੰ ਜ਼ਰੂਰ ਕਹਿੰਦੇ ਹੁੰਦੇ ਸੀ ਕਿ ਸਾਡੇ ਦੇਸ਼ ਨੂੰ USA ਨੂੰ ਬਾਅਦ 'ਚ ਦੱਸਿਓ, ਪਹਿਲਾਂ ਡੋਮੈਸਟਿਕਲੀ ਦੱਸੋ ਕਿ ਤੁਸੀਂ ਆਪਣੀਆਂ ਪਾਈਪਲਾਈਨਸ ਵਿਦਨ ਕੈਨੇਡਾ ਰਨ ਕਰਦੇ ਹੋ ਜਾਂ ਨਹੀਂ। ਉਸੇ ਤਰ੍ਹਾਂ ਹੀ ਹਰਪ੍ਰੀਤ ਜੀ ਨੇ ਇੱਕ ਬਹੁਤ ਵਧੀਆ ਮੁੱਦਾ ਉਠਾਇਆ ਸੀ ਕਿ ਅਸੀਂ ਦੂਜੇ ਦੇਸ਼ਾਂ ਨੂੰ ਤਾਂ ਗੱਲ ਕਰਦੇ ਹਾਂ ਕਿ ਤੁਸੀਂ ਕ੍ਰੈਡੈਂਸ਼ੀਅਲਸ ਉੱਥੋਂ ਲੈ ਕੇ ਆਉਣੇ ਹੋ, ਤਾਂ ਹੀ ਅਸੀਂ ਤੁਹਾਡੇ ਕ੍ਰੈਡੈਂਸ਼ੀਅਲਸ ਅਪਰੂਵ ਨਹੀਂ ਕਰਦੇ ਜਾਂ ਉਹਨਾਂ ਨੂੰ ਬੈਨੀਫਿਟ ਨਹੀਂ ਦਿੰਦੇ। ਪਰ ਜਦੋਂ ਡੋਮੈਸਟਿਕਲੀ ਅਲਬਰਟਾ ਤੋਂ ਜੇ ਕਿਸੇ ਲਾਅ ਦੀ ਡਿਗਰੀ ਦੀ ਗੱਲ ਕੀਤੀ ਜਾਵੇ, ਓਨਟਾਰੀਓ ਦੇ ਵਿੱਚ ਜਾਣਾ, ਜੇ ਕਿਸੇ ਨਰਸ ਨੇ ਓਨਟਾਰੀਓ ਦੇ ਵਿੱਚ ਜਾਣਾ ਜਾਂ ਕੁਬੈਕ ਦੇ ਵਿੱਚ ਜਾਣਾ, ਤਾਂ ਸਾਨੂੰ ਕਈ ਬੈਰੀਅਰ ਲਾਏ ਜਾਂਦੇ ਨੇ। ਜੇ ਬੈਰੀਅਰ ਪਹਿਲਾਂ ਇੰਟਰਨੈਸ਼ਨਲ ਬਾਰਡਰ ਤੇ ਖਤਮ ਕਰਨੇ ਨੇ, ਕੀ ਉਹਨਾਂ ਦੀ ਲੋੜ ਨਹੀਂ ਕਿ ਉਹਨਾਂ ਨੂੰ ਪਹਿਲਾਂ ਡੋਮੈਸਟਿਕਲੀ ਹੀ ਖਤਮ ਕੀਤਾ ਜਾਵੇ? ਬਿਲਕੁਲ ਦਵਿੰਦਰ ਜੀ, ਮੇਰਾ ਅਗਲਾ ਮੈਂ ਉਹੀ ਪੁਆਇੰਟ ਅੱਗੇ ਰੱਖਣਾ ਚਾਹੁੰਦਾ ਸੀਗਾ ਕਿ ਸਾਨੂੰ ਇਹ ਐਲਾਨ ਕਰਨ ਤੋਂ ਪਹਿਲਾਂ ਕੀ ਅਸੀਂ ਡੋਮੈਸਟਿਕਲੀ ਆਪਣੇ ਜਿਹੜੇ ਸਟੂਡੈਂਟਸ ਹੈਗੇ ਆ, ਜਿਹੜੇ ਇੱਥੇ ਦੇ ਪ੍ਰੋਫੈਸ਼ਨਲਸ ਹੈਗੇ ਆ, ਕੀ ਅਸੀਂ ਉਹਨਾਂ ਦੀ ਕ੍ਰੈਡਿਟਸ ਜਿਹੜੇ ਹੈਗੇ ਆ ਉਹ ਅਸੀਂ ਇੱਕ ਤੋਂ ਦੂਜੇ ਪ੍ਰੋਵਿੰਸਿਸ ਦੇ ਵਿੱਚ ਉਹਨਾਂ ਨੂੰ ਜਾਣ ਦੇ ਵਿੱਚ ਪ੍ਰੋਬਲਮ ਹੁੰਦੀ ਪਈ ਆ, ਤੇ ਤੁਸੀਂ ਤਾਂ ਦੂਸਰੇ ਦੇਸ਼ ਦੀ ਅਜੇ ਤੱਕ ਗੱਲ ਕਰਦੇ ਪਏ ਹੋ, ਔਰ ਤੁਸੀਂ ਪਹਿਲਾਂ ਆਹ ਵਾਲੀ ਪ੍ਰੋਬਲਮ ਤੇ ਸੋਲਵ ਕਰਦੇ ਹੋ ਜਿਹੜੇ ਕੈਨੇਡੀਅਨਸ ਨੂੰ ਫੇਸ ਹੋ ਰਹੀ ਹੈ ਕਿ ਹਾਂਜੀ ਮੈਂ ਓਨਟਾਰੀਓ ਦੇ ਵਿੱਚੋਂ ਕੋਈ ਕੋਰਸ ਕੀਤਾ ਆ ਜਾਂ ਓਨਟਾਰੀਓ ਦੇ ਵਿੱਚ ਮੈਂ ਸਰਟੀਫਿਕੇਸ਼ਨ ਲਈ ਆ। ਉਹ ਕਈ ਕੋਰਸਿਸ ਇਦਾਂ ਦੇ ਹੈਗੇ ਉਹਨਾਂ ਦੀ ਵੈਲੀਡੇਸ਼ਨ ਅਲਬਰਟਾ ਦੇ ਵਿੱਚ ਨਹੀਂ ਹੈਗੀ। ਔਰ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ, ਤੁਸੀਂ ਨਰਸਿੰਗ ਦੀ ਗੱਲ ਕੀਤੀ ਆ, ਨਰਸਿੰਗ ਦਾ ਆਈ ਥਿੰਕ ਜੇ ਕੋਈ ਓਨਟਾਰੀਓ ਦੇ ਵਿੱਚ ਆਪਣੇ ਲਾਇਸੈਂਸ ਲੈਂਦੀ ਹੈ ਨਰਸਿਸ, ਉਹ ਸ਼ਾਇਦ ਸਸਕੈਚੂਅਨ ਦੇ ਵਿੱਚ ਉਹ ਵੈਲਿਡ ਹੈਗਾ ਆ, ਅਲਬਰਟਾ ਦੇ ਲਈ ਫਿਰ ਉਹਨਾਂ ਨੂੰ ਕੁਝ ਹੋਰ ਦੁਬਾਰਾ ਲਾਇਸੈਂਸ ਅਪਲਾਈ ਕਰਨਾ ਪੈਂਦਾ, ਜੇ BC 'ਚ ਜਾਂਦੇ ਉੱਥੇ ਫਿਰ ਹੋਰ ਕਰਨਾ ਪੈਂਦਾ। ਸੋ ਇਹ ਜਿਹੜਾ ਇੱਕ ਆਲ ਓਵਰ ਕੈਨੇਡਾ ਹੀ ਇੱਕ ਪੈਟਰਨ ਜਿਹੜਾ ਹੈ ਉਹ ਨਹੀਂ ਬਣਾਇਆ ਗਿਆ, ਉਹਦੇ ਵਿੱਚ ਹੀ ਬਹੁਤ ਸਾਰੀਆਂ ਦਿੱਕਤਾਂ ਨੇ। ਇਹ ਤੇ ਅਜੇ ਤਾਂ ਮੇਰੇ ਹਿਸਾਬ ਨਾਲ ਜਿਹੜੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈਗੀ ਉਹ ਤੇ ਬਹੁਤ ਅੱਗੇ ਜਾ ਕੇ ਆਂਦੀ ਪਈ ਹੈ ਜੇ ਦੇਖਿਆ ਵੀ ਜਾਵੇ। ਹਾਂ, ਜੇ ਵੋਟਿੰਗ ਲੈਣ ਲਈ ਉਹਨਾਂ ਨੇ ਐਲਾਨ ਕੀਤਾ ਹੈ, ਇਦਾਂ ਦੇ ਐਲਾਨ ਪਹਿਲਾਂ ਵੀ ਕੀਤੇ ਜਾ ਚੁੱਕੇ ਆ। ਹੁਣ ਕਿਹਾ ਜਾ ਰਿਹਾ ਕਿ ਇਹ ਪ੍ਰੋਗਰਾਮ ਨੂੰ ਅਸੀਂ ਪਰਮਾਨੈਂਟ ਕੀਤਾ ਹੈ, ਇਹ ਪ੍ਰੋਗਰਾਮ ਅੱਗੇ ਕੰਟੀਨਿਊ ਰਹੂਗਾ। ਪਰ ਜਿਹੜੀ ਮੁੱਕਦੀ ਗੱਲ ਇਹ ਆ, ਜਦੋਂ ਵੀ ਕੋਈ ਇਮੀਗ੍ਰੇਟ ਹੋ ਕੇ ਕੈਨੇਡਾ ਆਉਂਦਾ ਆ, ਉਹਦੀ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੁੰਦੀ ਆ ਉਹਨੂੰ ਇੱਥੇ ਸੈਟਲ ਹੋਣ ਦੀ ਹੁੰਦੀ ਹੈ ਕਿ ਮੈਂ ਆਪਣੇ ਜਿਹੜਾ ਪਰਿਵਾਰ ਹੈਗਾ ਉਹਨੂੰ ਕਿੱਦਾਂ ਸਪੋਰਟ ਕਰਨੀ ਆ। ਸੋ ਆਈ ਥਿੰਕ ਉਸ ਚੀਜ਼ ਦੇ ਵੱਲ ਥੋੜਾ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਬਾਕੀ ਜਿਹੜੇ ਉਹਨਾਂ ਦੇ ਕ੍ਰੈਡਿਟਸ ਹੈਗੇ ਆ ਜਿਹੜੀਆਂ ਉਹ ਪ੍ਰੋਫੈਸ਼ਨਲ ਐਜ਼ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਉਹ ਜਿਹੜੇ ਕ੍ਰੈਡਿਟਸ ਹੈਗੇ ਆ ਉਹ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ ਦਿੱਤੇ ਜਾਣੇ ਚਾਹੀਦੇ ਆ, ਚਾਹੇ ਉਹਨਾਂ ਦਾ ਪ੍ਰੀਵੀਅਸ ਜੌਬ ਐਕਸਪੀਰੀਅੰਸ ਵੀ ਹੋਵੇ, ਉਸ ਚੀਜ਼ ਨੂੰ ਵੀ। ਦਵਿੰਦਰ ਜੀ, ਆਪਾਂ ਆਊਟ ਆਫ ਪ੍ਰੋਵਿੰਸ ਦੀ ਗੱਲ ਵੀ ਨਾ ਕਰੀਏ, ਕੁਝ ਯੂਨੀਵਰਸਿਟੀਆਂ ਕੁਝ ਕਾਲਜਸ ਤੇ ਸੇਮ ਸਿਟੀ 'ਚ ਹੋਣ ਤਾਂ ਵੀ ਨਹੀਂ ਇੱਕ ਦੂਜੇ ਦੇ ਕ੍ਰੈਡਿਟ ਮੰਨਦੀਆਂ। ਪਰ ਜੇ ਹਰਪ੍ਰੀਤ ਜੀ ਗੱਲ ਕੀਤੀ ਜਾਵੇ, ਕ੍ਰੈਡੈਂਸ਼ੀਅਲਸ ਦੀ ਗੱਲ ਕੀਤੀ ਜਾਵੇ, ਇੱਕ 8 ਮਿਲੀਅਨ ਸਿਰਫ ਇੱਕ ਲੋਨ ਦੇ ਦੇਣਾ ਕਿੰਨਾ ਕੁ ਮਾਇਨਾ ਰੱਖਦਾ ਕਿ ਫੋਰਨ ਕ੍ਰੈਡੈਂਸ਼ੀਅਲਸ ਦੇ ਵਿੱਚ ਉਹਨਾਂ ਨੂੰ ਆਪਣੇ ਕਿੱਤੇ ਦੇ ਵਿੱਚ ਜੌਬ ਲੈਣ ਦੇ ਲਈ ਹੈਲਪ ਕੀਤੀ ਜਾਊਗੀ? ਡੂ ਯੂ ਬਾਏ ਦੈਟ ਔਰ ਨੋ? ਅਗੇਨ ਦਵਿੰਦਰ ਜੀ, ਤੇ ਇੱਕ ਵਾਅਦਾ ਵਾ ਇਮੀਗ੍ਰੈਂਟਸ ਵੋਟ ਲਵਾਉਣ ਦਾ। ਪਹਿਲੀ ਗੱਲ ਤਾਂ ਇਸ ਤੱਕ ਇਹ ਲਾਗੂ ਨਹੀਂ ਹੋਇਆ। ਜੇ ਸਟੀਫਨ ਹਾਰਪਰ ਜੀ, ਪਹਿਲੀ ਗੱਲ ਤਾਂ ਉਹਨਾਂ ਜਿੱਤਣਾ ਨਹੀਂ ਯਾਰ,
ਤੇ ਜੇ ਕਿਤੇ ਗਲਤੀ ਨਾਲ ਵੀ ਜਿੱਤ ਗਏ ਤੇ ਜੇ ਲਾਗੂ ਕਰਨਗੇ ਫਿਰ ਵੇਖਾਂਗੇ। ਪਰ ਹਾਂਜੀ ਜਿਹੜੇ ਤੁਸੀਂ ਕਹਿੰਦੇ ਜੋ ਕਿ ਜੇ ਨੰਬਰ ਆਫ ਇਮੀਗ੍ਰੈਂਟਸ ਵੇਖੀਏ ਤਾਂ ਸ਼ਾਇਦ ਇਹ ਨੰਬਰ ਵੀ 8 ਮਿਲੀਅਨ ਦਾ ਵੀ ਛੋਟਾ ਵਾ। ਯੂ ਥਿੰਕ ਇਟਸ ਅ ਫੇਰੀ ਟੇਲ ਸਟੋਰੀ? ਹਾਂਜੀ ਬਿਲਕੁਲ 100% ਫੈਰੀ ਟੇਲ ਸਟੋਰੀ ਆ। ਹਰਨੇਹਾ ਜੀ, ਦਵਿੰਦਰ ਜੀ ਦੇਖੋ ਸਪੈਕੂਲੇਸ਼ਨਸ ਕਰਨ ਨਾਲ ਇਹ ਤਾਂ ਹੁੰਦਾ ਨਹੀਂ ਕਿ ਸਪੈਕੂਲੇਸ਼ਨਸ ਟਰੂ ਵੀ ਹੋ ਜਾਣ। ਤੁਸੀਂ ਹਰਪ੍ਰੀਤ ਜੀ ਨੇ ਗੱਲ ਕੀ ਕਿ ਤੁਸੀਂ ਕੈਨੇਡੀਅਨਸ ਬਾਰੇ ਪਹਿਲਾਂ ਸੋਚਿਆ, ਇਸਦਾ ਮਤਲਬ ਤੁਸੀਂ ਇਮੀਗ੍ਰੈਂਟਸ ਨੂੰ ਸੈਕੰਡ ਕਲਾਸ ਸਿਟੀਜ਼ਨ ਕਹਿ ਰਹੇ ਹੋ ਕਿ ਇਮੀਗ੍ਰੈਂਟਸ ਜੋ ਨੇ ਨਹੀਂ ਨਹੀਂ ਇਮੀਗ੍ਰੈਂਟਸ ਤੁਸੀਂ ਕੈਨੇਡੀਅਨਸ ਤੁਸੀਂ ਕਹਿ ਰਹੇ ਹੋ ਕਿ ਉਹ ਫਰਸਟ ਕਲਾਸ ਸਿਟੀਜ਼ਨਸ ਨੇ ਤੇ ਇਮੀਗ੍ਰੈਂਟਸ ਉਹ ਸੈਕੰਡ ਕਲਾਸ ਸਿਟੀਜ਼ਨ ਨੇ। ਉਹਨਾਂ ਨੇ ਇਮੀਗ੍ਰੈਂਟਸ ਲਈ ਕੋਈ ਪਾਲਿਸੀ ਲਾਗੂ ਕੀਤੀ ਤੇ ਤੁਸੀਂ ਉਹਨਾਂ ਨੂੰ ਕੈਨੇਡੀਅਨਸ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਸਟੀਫਨ ਹਾਰਪਰ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ, ਕੰਜ਼ਰਵੇਟਿਵ ਸਰਕਾਰ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਹਾਂਜੀ ਤੁਸੀਂ ਕੈਨੇਡੀਅਨਸ ਬਾਰੇ ਸੋਚਦੇ ਨਹੀਂ। ਤੇ ਇਹ ਜਿਹੜੇ ਇਮੀਗ੍ਰੈਂਟਸ ਆਏ ਨੇ ਉਹ 3-4 ਸਾਲਾਂ ਬਾਅਦ ਜਦ ਉਹ ਇੱਥੇ ਆਪਣਾ ਟਾਈਮ ਸਪੈਂਡ ਕਰਨਗੇ, ਆਪਣਾ ਸਾਰਾ ਬਣਾਉਣਗੇ ਕੈਰੀਅਰ ਵਗੈਰਾ, ਉਹ ਵੀ ਤਾਂ ਇਵੈਂਚੁਅਲੀ ਇਹਨਾਂ ਨੇ ਸਿਟੀਜ਼ਨਸ ਹੀ ਬਣਨਾ ਹੈ ਨਾ। ਤੇ ਇਹ ਵੀ ਅਲਟੀਮੇਟਲੀ ਕੈਨੇਡੀਅਨਸ ਦੀ ਰੇਸ ਹੀ ਜੋੜ ਰਹੇ ਨੇ। ਇਸ ਦਾ ਮਤਲਬ ਕਿ ਕਿਉਂਕਿ ਉਹਨਾਂ ਨੇ ਇਮੀਗ੍ਰੇਸ਼ਨ ਦੀ ਜਿਹੜੀ ਪਾਲਿਸੀ ਲਾਗੂ ਕਰਤੀ ਹੈ ਤੁਸੀਂ ਕੈਨੇਡੀਅਨਸ ਨੂੰ ਕਹਿ ਰਹੇ ਹੋ ਕਿ ਕੈਨੇਡੀਅਨਸ ਫਰਸਟ ਸੋ ਇਮੀਗ੍ਰੈਂਟ ਸੈਕੰਡ। ਦੂਜੀ ਗੱਲ ਹੈ ਕਿ ਫਿਰ ਇਸ ਦਾ ਮਤਲਬ ਤੁਸੀਂ ਇਹ ਵੀ ਕਹੋਗੇ ਕਿ ਉਹਨਾਂ ਨੇ ਟੈਂਪਰੇਰੀ ਫੋਰਨ ਵਰਕਰਸ ਨੂੰ ਵੀ ਨਹੀਂ ਹਟਿਆ, ਰੈਫਿਊਜੀ ਲਈ ਨਹੀਂ ਕੁਝ ਕੀਤਾ। ਗੱਲਾਂ ਕਰਨ ਨੂੰ, ਗੱਲਾਂ 'ਚ ਗੱਲਾਂ ਕੱਢਣ ਨੂੰ ਤਾਂ ਬਹੁਤ ਗੱਲਾਂ ਨੇ। ਹੁਣ ਤੁਸੀਂ ਕਹਿ ਰਹੇ ਹੋ ਕਿ ਕੁਬੈਕ ਜਾ ਕੇ ਉਹ ਜਿਹੜੇ ਉਹਨਾਂ ਦੇ ਕ੍ਰੈਡੈਂਸ਼ੀਅਲਸ ਐਕਸੈਪਟ ਨਹੀਂ ਹੋਣਗੇ, ਡੋਮੈਸਟਿਕਲੀ ਐਕਸੈਪਟਡ ਨਹੀਂ ਹੈ। ਇਹ ਤੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਕਿ ਯੂਨੀਵਰਸਿਟੀ ਤੇ ਸਿਟੀ ਕਾਲਜਸ ਵਿੱਚ, ਇਹ ਤਾਂ ਇੱਕ ਅਲੱਗ ਹੀ ਮੁੱਦਾ ਹੈ ਜੀ। ਇਹ 'ਚ ਤੇ ਤੁਸੀਂ ਸਿਸਟਮ ਬਿਲਡ ਕਰਨ ਦੀ ਗੱਲ ਕਰ ਰਹੇ ਹੋ ਨੇਸ਼ਨ ਵਾਈਡ, ਇਹ ਇੱਕ ਅਲੱਗ ਮੁੱਦਾ ਹੈ। ਅਸੀਂ ਗੱਲ ਕਰ ਰਹੇ ਹਾਂ ਫੋਰਨ ਕ੍ਰੈਡੈਂਸ਼ੀਅਲਸ ਬਾਰੇ। ਐਟਲੀਸਟ ਸਟੀਫਨ ਹਾਰਪਰ ਨੇ, ਐਟਲੀਸਟ ਕੰਜ਼ਰਵੇਟਿਵ ਸਰਕਾਰ ਨੇ ਇਸ ਚੀਜ਼ ਨੂੰ ਰੈਕਗਨਾਈਜ਼ ਕੀਤਾ ਹੈ। ਅਜੇ ਤੱਕ ਨਾ ਤੇ ਐਨਡੀਪੀ ਨਾ ਲਿਬਰਲ ਪਾਰਟੀ ਦੋਨਾਂ 'ਚ ਕਿਸੇ ਨੇ ਵੀ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਗੱਲਾਂ 'ਚ ਕਰਨੀਆਂ ਨੇ ਕਿ ਇਸ ਮੁੱਦੇ ਤੇ ਗੱਲ ਨਹੀਂ ਕੀਤੀ, ਉਸ ਮੁੱਦੇ ਤੇ ਗੱਲ ਨਹੀਂ ਕੀਤੀ, ਤਾਂ ਉਸ ਤਰ੍ਹਾਂ ਬਹੁਤ ਸਾਰੇ ਮੁੱਦੇ ਨਿਕਲ ਸਕਦੇ ਨੇ। ਹਰਨੇਹਾ ਜੀ ਥੋੜੀ ਜਿਹੀ ਵੇਟ ਕਰ ਲਓ। ਹਰਨੇਹਾ ਜੀ ਥੋੜੇ ਜਿਹੇ ਮੈਂ ਦਵਿੰਦਰ ਜੀ ਕਰੈਕਸ਼ਨ ਕਰਵਾਉਣਾ ਚਾਹੁੰਦਾ ਹਾਂ ਹਰਨੇਹਾ ਜੀ ਦੇ। ਪਹਿਲੀ ਗੱਲ ਤਾਂ ਤੁਸੀਂ ਕੰਜ਼ਰਵੇਟਿਵ ਸਰਕਾਰ ਕਹਿਣਾ ਬੰਦ ਕਰੋ, ਉਹ ਇਸ ਟਾਈਮ ਸਰਕਾਰ 'ਚ ਨਹੀਂ ਹੈਗੇ, ਕੰਜ਼ਰਵੇਟਿਵ ਪਾਰਟੀ ਆ। ਦੂਜੀ ਗੱਲ ਤੁਸੀਂ ਕਹਿ ਰਹੇ ਹੋ ਸੈਕੰਡ ਕਲਾਸ ਸਿਟੀਜ਼ਨ, ਤੁਸੀਂ ਭੁੱਲ ਰਹੇ ਜੋ ਤੁਹਾਡਾ ਬਿੱਲ ਸੀ, ਤੁਹਾਡੇ ਬਿੱਲ ਨੇ ਸੈਕੰਡ ਕਲਾਸ ਸਿਟੀਜ਼ਨ ਬਣਾਏ ਨੇ। ਤੁਸੀਂ ਆਪਣੇ ਬਿੱਲ ਚੈੱਕ ਕਰੋ। ਪਰ ਜਦੋਂ ਗੱਲਬਾਤ ਹਰਨੇਹਾ ਜੀ ਕੀਤੀ ਜਾਊਗੀ ਤੇ ਜਦੋਂ ਤੁਸੀਂ ਫੋਰਨ ਕ੍ਰੈਡੈਂਸ਼ੀਅਲਸ ਨੂੰ ਕਿਸੇ ਲੋਨ ਦੇਣ ਦੇ ਬਹਾਨੇ ਜਾਂ ਕਿਸੇ ਬਾਈਪਾਸ ਸਿਸਟਮ ਦੇ ਨਾਲ ਅਪਰੂਵ ਕਰੋਗੇ ਤੇ ਜੌਬ ਦੇ ਵਿੱਚ ਉਹਨਾਂ ਦੀ ਹੈਲਪ ਕਰੋਗੇ, ਤਾਂ ਸਵਾਲ ਤਾਂ ਉਹਨਾਂ ਸਟੂਡੈਂਟਸ ਤੇ ਵੀ ਬਣਦਾ ਜਿਨ੍ਹਾਂ ਨੇ ਸਾਰੀ ਲਾਈਫ ਕੈਨੇਡਾ ਦੇ ਵਿੱਚ ਹੀ ਬਤੀਤ ਕੀਤੀ ਆ। ਤੇ ਉਹ ਕੀ ਸੋਚਦੇ ਹੋਣਗੇ ਕਿ ਜਦੋਂ ਬਾਹਰੋਂ ਲਿਆਏ ਹੋਏ ਜਿਨ੍ਹਾਂ ਦਾ ਕੈਨੇਡਾ ਦੇ ਨਾਲ ਕੋਈ ਸੰਬੰਧ ਵੀ ਨਹੀਂ ਹੈਗਾ, ਪੈਰ ਰੱਖਦੇ ਹੀ ਜੌਬਾਂ ਦੇ ਵਿੱਚ ਉਹਨਾਂ ਨੂੰ ਤਰਜੀਹ ਦਿੱਤੀ ਜਾਊਗੀ। ਹਾਊ ਯੂ ਵਿਲ ਜਸਟੀਫਾਈ ਦੈਟ? ਦਵਿੰਦਰ ਜੀ ਇਟਸ ਨਾਟ ਅਬਾਊਟ ਓਕੇ ਤੁਸੀਂ ਜਸਟੀਫਾਈ ਦੀ ਗੱਲ ਕਰ ਰਹੇ ਹੋ, ਤੁਸੀਂ ਇਹ ਵੀ ਤਾਂ ਸੋਚੋ ਨਾ ਕਿ ਕੈਨੇਡਾ ਦਾ ਜਿਹੜਾ ਸਿਸਟਮ ਹੈ ਉਹ ਇਮੀਗ੍ਰੈਂਟਸ ਤੇ ਐਸਟੈਬਲਿਸ਼ਡ ਹੈ। ਇਮੀਗ੍ਰੈਂਟਸ ਦੇ ਨਾਲ ਹੀ ਕੈਨੇਡਾ ਦੀ ਜਿਹੜੀ ਹੈ ਮੂਵਮੈਂਟ ਚੱਲੀ ਹੈ, ਠੀਕ ਹੈ। all jobs are only for immigrants? I'm not saying all the jobs are for immigrants. Do not refrain my sentence here. I am saying ਕਿ ਕੈਨੇਡਾ ਕਾਫੀ ਹੱਦ ਤੱਕ ਇਮੀਗ੍ਰੈਂਟਸ ਜਿਹੜੇ ਇੱਥੇ ਆਉਂਦੇ ਹਨ ਉਹ ਕਾਫੀ ਹੱਦ ਤੱਕ ਕੰਟਰੀਬਿਊਟ ਕਰਦੇ ਹਨ। ਤੇ ਜੇ ਤੁਸੀਂ ਇਮੀਗ੍ਰੈਂਟਸ ਨੂੰ ਸਾਰੀ ਲਾਈਫ ਇੱਥੇ ਰਹਿੰਦੇ ਆ, ਉਹਨਾਂ ਬੱਚਿਆਂ ਜਿਹੜੇ ਸਾਰੀ ਲਾਈਫ ਲੈਂਦੇ ਹਨ ਉਹਨਾਂ ਲਈ ਵੀ ਨੈਸ਼ਨਲ ਸਟੂਡੈਂਟ ਲੋਨ ਹੈ, ਉਹਨਾਂ ਲਈ ਵੀ ਪ੍ਰੋਵਿੰਸ਼ੀਅਲ ਸਟੂਡੈਂਟ ਲੋਨ ਹੈ, ਉਹਨਾਂ ਲਈ ਵੀ ਗਵਰਨਮੈਂਟ ਨੈਸ਼ਨਲ ਸਟੂਡੈਂਟ ਲੋਨ ਪ੍ਰੋਗਰਾਮਸ ਨੇ। ਇਹ ਸਿਰਫ ਉਹਨਾਂ ਲਈ ਨਹੀਂ ਹੈ ਜੋ ਕਿ ਇਮੀਗ੍ਰੈਂਟ ਹੋ ਕੇ ਆ ਰਹੇ ਹਨ। ਇਮੀਗ੍ਰੈਂਟਸ ਜਿਹੜੇ ਆ ਰਹੇ ਹਨ ਉਹ ਜਿਹੜੇ ਟੈਕਸੀ ਚਲਾ ਰਹੇ ਹਨ, ਜਿਹੜੇ ਡਾਕਟਰਸ ਬਾਗ 'ਚ ਕੰਪਲੇਨ ਕਰਦੇ ਹਨ ਕਿ ਸਾਨੂੰ ਮਿਲਦਾ ਨਹੀਂ, ਉਹਨਾਂ ਨੂੰ ਅਕਮੋਡੇਟ ਕਰਨ ਲਈ ਲਾਗੂ ਕੀਤੀ ਗਈ ਹੈ। ਤੇ ਰਹੀ ਗੱਲ ਜਿਹੜੇ ਕੈਨੇਡੀਅਨਸ ਇੱਥੇ ਪੜ ਰਹੇ ਹਨ ਉਹਨਾਂ ਲਈ ਤਾਂ ਆਲਰੇਡੀ ਸਿਸਟਮ ਐਸਟੈਬਲਿਸ਼ਡ ਹੈ। ਜੇ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਹੈ, ਜੇ ਉਹਨਾਂ ਦੇ ਵੀ ਕੋਈ ਇਸ਼ੂਜ਼ ਨੇ, ਤੇ ਉਹ ਸਟੀਫਨ ਉਸ ਦੇ ਨਾਂ ਤੇ ਉਹਨਾਂ ਨੇ ਐਂਟਰਪ੍ਰੀਨਿਓਰਸ਼ਿਪ ਦੀ ਫੰਡਿੰਗ ਵੀ ਰਿਲੀਜ਼ ਕੀਤੀ ਸੀ, ਐਂਟਰਪ੍ਰੀਨਿਓਰ ਪ੍ਰੋਗਰਾਮ ਸੀ ਜਿਹੜੇ ਲਾਗੂ ਕੀਤੇ ਸੀਗੇ। ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਜੇ ਇਮੀਗ੍ਰੈਂਟਸ ਲਈ ਕੁਝ ਕਰ ਰਹੇ ਹਨ ਤੇ ਉਹ ਸਿਰਫ ਇਮੀਗ੍ਰੈਂਟਸ ਲਈ ਕੁਝ ਕਰ ਰਹੇ ਹੋ? ਹਰਨੇਹਾ ਜੀ ਫੈਕਟ ਦੀ ਗੱਲ ਕਰਦੇ ਆ, ਮੈਂ ਤੁਹਾਡੀ ਗੱਲ ਦੀ ਸਪੋਰਟ ਵੀ ਕਰ ਰਿਹਾ, ਮੈਂ ਇਹ ਨਹੀਂ ਕਹਿੰਦਾ ਮੈਂ ਸਪੋਰਟ ਨਹੀਂ ਕਰ ਰਿਹਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਜਿਹੜੇ ਇਮੀਗ੍ਰੈਂਟਸ ਆ ਰਹੇ ਨੇ ਫੋਰਨ ਕ੍ਰੈਡੈਂਸ਼ੀਅਲ ਦੇ ਨਾਲ, ਉਹਨਾਂ ਦੀ ਜੌਬ ਲੱਭਣ ਦੇ ਵਿੱਚ ਤੁਸੀਂ ਉਹਨਾਂ ਨੂੰ ਲੋਨ ਦੇ ਰਹੇ ਹੋ, ਤਾਂ ਜੋ ਕੋਈ ਵੱਖਵਾਂ ਰਾਖਵਾਂ ਕਰਨ ਦੀ ਗੱਲ ਕਰ ਰਹੇ ਹੋ। ਇੱਕ ਤਰ੍ਹਾਂ ਦੀ ਜਿਹੜੀ ਰਿਜ਼ਰਵੇਸ਼ਨ ਜਿਸ ਦੀ ਅਸੀਂ ਵਿਰੋਧਤਾ ਕਰਦੇ ਹਾਂ, ਕੀ ਇਮੀਗ੍ਰੈਂਟਾਂ ਦੀਆਂ ਵੋਟਾਂ ਲੈਣ ਦੇ ਲਈ ਇੱਕ ਹੱਥਕੰਡਾ ਨਾ ਸਮਝਿਆ ਜਾਵੇ? ਫਿਰ ਤੁਸੀਂ ਇਮੀਗ੍ਰੈਂਟਸ ਨੂੰ ਇੱਥੇ ਬੁਲਾ ਹੀ ਕਿਉਂ ਰਹੇ ਹੋ? ਜੇ ਤੁਸੀਂ ਉਹਨਾਂ ਨੂੰ ਅਕਮੋਡੇਟ ਨਹੀਂ ਕਰ ਸਕਦੇ ਫਿਰ ਤਾਂ ਉਹਨਾਂ ਨੂੰ ਇੱਥੇ ਲਿਆਣਾ ਹੀ ਬੰਦ ਕਰ ਦੇਣਾ ਚਾਹੀਦਾ ਹੈ। ਜਿਹੜੇ ਇੱਥੇ ਬੌਰਨ ਐਂਡ ਬ੍ਰੌਟ ਅਪ ਪੜ ਰਹੇ ਨੇ ਉਹਨਾਂ ਨੂੰ ਤਾਂ ਕ੍ਰੈਡੈਂਸ਼ੀਅਲਸ ਇਵੈਲੂਏਟ ਕਰਾਉਣ ਦੀ ਲੋੜ ਨਹੀਂ ਨਾ। ਉਹਨਾਂ ਨੇ ਤਾਂ ਇੱਥੇ ਪੜ੍ਹਾਈ ਕੀਤੀ ਹੈ, ਉਹਨਾਂ ਦੇ ਤਾਂ ਕ੍ਰੈਡੈਂਸ਼ੀਅਲਸ ਆਲਰੇਡੀ ਹੀ, ਫਿਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਿਸਟਮ ਕੈਨੇਡਾ ਦੇ ਸਟੱਡੀ ਐਕੈਡਮਿਕ ਸਿਸਟਮ ਜਿਹੜਾ ਐਸਟੈਬਲਿਸ਼ ਕੀਤਾ ਹੋਇਆ ਹੈ ਫਿਰ ਉਸ ਦੇ ਨਾਲ ਆਪਣੇ ਆਪ ਨੂੰ ਅਪਗ੍ਰੇਡ ਕਰਨ। ਰਾਈਟ, ਤੁਸੀਂ ਇਮੀਗ੍ਰੈਂਟਸ ਨੂੰ ਉਹਨਾਂ ਦੇ ਵਿਚਾਰ ਸਿਸਟਮ ਵੀ ਨਹੀਂ ਪਤਾ, ਸਿਸਟਮ ਵਿੱਚ ਆਣਾ ਉਸ ਤੋਂ ਬਾਅਦ ਕ੍ਰੈਡੈਂਸ਼ੀਅਲ ਇਵੈਲੂਏਟ ਕਰਨਾ, ਉਹਨਾਂ ਲਈ ਤਾਂ ਡਬਲ ਚੈਲੰਜਿੰਗ ਹੋ ਜਾਏਗਾ। ਉਹ ਤਾਂ ਵਿਚਾਰੇ ਆਪਣੀ ਡਿਗਰੀਆਂ ਕਰਕੇ ਆਉਂਦੇ ਹਨ, ਉਸ ਤੋਂ ਬਾਅਦ ਕ੍ਰੈਡੈਂਸ਼ੀਅਲ ਇਵੈਲੂਏਟ ਕਰਾਉਂਦੇ ਹਨ, ਉਸ ਤੋਂ ਬਾਅਦ ਕੈਨੇਡੀਅਨ ਅਪਗ੍ਰੇਡੇਸ਼ਨ ਕਰਦੇ ਹਨ। ਹਰਪ੍ਰੀਤ ਜੀ ਤੁਸੀਂ ਸਿਰਫ ਇਹਨੂੰ ਨਹੀਂ ਕਰ ਸਕਦੇ ਕਿ ਹਾਂ ਕਿਉਂਕਿ ਇਮੀਗ੍ਰੈਂਟਸ ਤੁਸੀਂ ਕਿਉਂ ਕਰ ਰਹੇ ਹੋ ਤੇ ਕੈਨੇਡੀਅਨਸ ਲਈ ਕਿਉਂ ਨਹੀਂ ਕਰ ਰਹੇ? ਪਰ ਜਿਹਨੂੰ ਕਿਹੜਾ ਚੇਤਾ ਆ ਗਿਆ ਇਦਾਂ? ਓਕੇ, ਲੈਟ ਮੀ ਆਸਕ ਯੂ ਆਲ ਆਫ 3 ਆਫ ਯੂ ਨਾ ਇੱਕ ਕੁਐਸਚਨ ਰੱਖ ਦੇਣਾ, ਬਾਰੋ-ਬਾਰੀ ਜਵਾਬ ਦਿਓ।
ਵੱਡੀਆਂ ਵੱਡੀਆਂ ਸਪੀਚਾਂ ਨਾ ਦਿਓ, ਮਾੜਾ ਜਿਹਾ ਜਵਾਬ ਦਾ ਜਵਾਬ। ਮੈਂ ਥੋੜਾ ਜਿਹਾ ਇੱਕ ਲਾਈਨ ਦੇ ਵਿੱਚ ਕੁਐਸਚਨ ਕਰੂੰਗਾ ਤੇ ਆਨਸਰ ਵੀ ਥੋੜਾ ਜਿਹਾ ਸੰਖੇਪ ਦੇ ਵਿੱਚ ਰੱਖਿਓ। ਦੇਖੋ, ਜਦੋਂ ਟੈਂਪਰੇਰੀ ਫੋਰਨ ਵਰਕਰਸ ਦੀ ਗੱਲ ਆਉਂਦੀ ਆ, ਚਾਹੇ ਕੰਜ਼ਰਵੇਟਿਵ ਪਾਰਟੀ, ਚਾਹੇ NDP, ਚਾਹੇ ਲਿਬਰਲ, ਇਹਨਾਂ ਦਾ ਮੁੱਖ ਮੁੱਦਾ ਇਹ ਆ ਕਿ ਸਭ ਤੋਂ ਪਹਿਲਾਂ ਜੌਬ ਕੈਨੇਡੀਅਨਸ ਨੂੰ ਦਿੱਤੇ ਜਾਣ। ਜੇ ਕੈਨੇਡੀਅਨਸ ਲਈ ਜੌਬ ਹੈਗੇ ਨੇ, ਉਸ ਤੋਂ ਬਾਅਦ ਓਵਰਫਲੋ ਕਰਦੇ ਨੇ ਤਾਂ ਟੈਂਪਰੇਰੀ ਫੋਰਨ ਵਰਕਰ ਨੂੰ ਦਿੱਤੇ ਜਾਣ। ਉਸੇ ਗੱਲ ਨਾਲ ਬਿਲਕੁਲ ਉਹੀ ਮੁੱਦਾ ਲੈ ਕੇ ਆਉਣਾ ਚਾਹੁੰਦਾ, ਜੇ ਡਾਕਟਰ ਬਣਦੇ ਨੇ ਜਾਂ ਇੰਜੀਨੀਅਰ ਬਣਦੇ ਨੇ ਜਾਂ ਕੋਈ ਲਾਇਰ ਬਣਦੇ ਨੇ ਜਾਂ ਟੀਚਰ ਬਣਦੇ ਨੇ, ਜੇ ਤਾਂ ਤੁਸੀਂ ਆਪਣੀ ਕੈਨੇਡੀਅਨ ਸਟੂਡੈਂਟਸ ਦੀ ਨੀਡਸ ਨੂੰ ਸੈਟੀਸਫਾਈ ਕਰਦੇ ਹੋ ਤਾਂ ਪਹਿਲਾ ਮੰਤਵ ਤਾਂ ਉਸ ਨੂੰ ਰੱਖਣਾ ਚਾਹੀਦਾ। ਉਸ ਤੋਂ ਬਾਅਦ ਜੇ ਤੁਹਾਡੇ ਕੋਲ ਰੈਜ਼ੀਡੈਂਸੀ ਲਈ ਡਾਕਟਰਾਂ ਦੀਆਂ ਸੀਟਾਂ ਬਚਦੀਆਂ ਨੇ ਤਾਂ ਫੋਰਨ ਜਿਹੜੇ ਡਾਕਟਰਸ ਆਉਂਦੇ ਨੇ ਉਹਨਾਂ ਨੂੰ ਰੈਜ਼ੀਡੈਂਸੀ ਦਿਓ, ਜਾਂ ਪੇਟਾ ਦੇ ਵਿੱਚ ਜੇ ਕੋਈ ਰਜਿਸਟ੍ਰੇਸ਼ਨ ਦੇਣੀ ਆ ਤਾਂ ਇੰਜੀਨੀਅਰਸ ਨੂੰ ਵੀ ਦਿਓ। ਪਰ ਜੇ ਤੁਸੀਂ ਕੈਨੇਡੀਅਨਸ ਨੂੰ ਜਸਟੀਫਾਈ ਨਹੀਂ ਕਰਦੇ ਤਾਂ ਤੁਸੀਂ ਉਸ ਫੋਰਨਰ, ਜਿਹੜਾ ਸਾਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਕਿ ਕਿਹੜੇ ਫੋਰਨਰਸ ਨੇ, ਕਿਹੜੇ ਫੋਰਨ ਕ੍ਰੈਡੈਂਸ਼ੀਅਲ ਲੈ ਕੇ ਆਉਣੇ ਨੇ, ਤਾਂ ਉਹਨਾਂ ਨਾਲ ਐਡਾ ਵੱਡਾ ਵਾਅਦਾ ਕਰ ਸਕਦੇ ਆ ਕਿ ਸਾਡੇ ਦੇਸ਼ ਦੇ ਵਿੱਚ ਆਓ, ਲੋਨ ਵੀ ਦੇਵਾਂਗੇ ਪ੍ਰੋਸੈਸ ਕਰਨ ਦਾ, ਉਸ ਤੋਂ ਬਾਅਦ ਤੁਹਾਨੂੰ ਜੌਬ ਲੱਭਣ ਦੇ ਵਿੱਚ ਵੀ ਤੁਹਾਡੀ ਮਦਦ ਕਰਾਂਗੇ। ਕੀ ਅਸੀਂ ਕੈਨੇਡੀਅਨਸ ਨਾਲ ਕੀਤੇ ਹੋਏ ਉਸ ਵਾਅਦੇ ਤੋਂ ਮੁੱਕਰ ਤਾਂ ਨਹੀਂ ਰਹੇ ਕਿ ਕੈਨੇਡੀਅਨਸ ਫਸਟ, ਫੋਰਨਰਸ ਨੈਕਸਟ? ਪਰਮਿੰਦਰ ਸਿੰਘ। ਦਵਿੰਦਰ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ ਕਿ ਇਹ ਜੋ ਮਰਜ਼ੀ ਪੋਲੀਟੀਕਲ ਪਾਰਟੀਆਂ ਕਹੀ ਜਾਣ, ਹਮੇਸ਼ਾ ਹੀ ਕੈਨੇਡੀਅਨਸ ਨੂੰ ਫਸਟ ਰੱਖਿਆ ਜਾਂਦਾ ਹੈ। ਬਟ ਇਹ ਫੀਲਡ ਟੂ ਫੀਲਡ ਔਰ ਜੇ ਅਸੀਂ ਅਲੱਗ-ਅਲੱਗ ਜੇ ਅਸੀਂ ਸੈਕਟਰਸ ਦੀ ਗੱਲ ਕਰ ਲਈਏ, ਜਿੱਦਾਂ ਪਹਿਲਾਂ ਫੂਡ ਸੈਕਟਰ ਦੇ ਵਿੱਚ ਜ਼ਿਆਦਾ ਰੌਲਾ ਪਿਆ ਸੀਗਾ, ਸੋ ਅਲੱਗ-ਅਲੱਗ ਸੈਕਟਰਸ ਦੇ ਵਿੱਚ ਜਿੱਥੇ ਕੈਨੇਡੀਅਨਸ ਨਹੀਂ ਕੰਮ ਕਰਨਾ ਚਾਹੁੰਦੇ ਉੱਥੇ ਹੀ ਟੈਂਪਰੇਰੀ ਫੋਰਨ ਵਰਕਰਸ ਨੂੰ ਲੈ ਕੇ ਆਇਆ ਜਾਂਦਾ। ਪਰ ਜਿਹੜਾ ਦੂਸਰਾ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਫੋਰਨ ਕ੍ਰੈਡੈਂਸ਼ੀਅਲਸ ਲੈ ਕੇ ਇੱਥੇ ਆਉਂਦੇ ਨੇ, ਸੋ ਉਹ ਜਿਹੜੇ ਫੋਰਨ ਕ੍ਰੈਡੈਂਸ਼ੀਅਲਸ ਲੈ ਕੇ ਆਉਂਦੇ ਨੇ ਉਹ ਨਾਰਮਲੀ ਜਿਹੜੇ ਹੈਗੇ ਆ ਉਹ ਇਮੀਗ੍ਰੈਂਟ ਜਿੰਨੇ ਵੀ ਹੁੰਦੇ ਆ ਉਹ ਆਪਣੇ ਫੋਰਨ ਕ੍ਰੈਡੈਂਸ਼ੀਅਲਸ ਨੂੰ ਨਾਲ ਲੈ ਕੇ ਆਉਂਦੇ ਨੇ। ਉਹ ਕੋਈ ਇੰਡੀਆ ਦੇ ਵਿੱਚ ਜਾਂ ਕੋਈ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੰਟਰੀ ਤੋਂ ਜੇ ਗੱਲ ਕਰ ਲਈਏ, ਕੋਈ ਐਜ਼ ਅ ਡਾਕਟਰ ਆਉਂਦਾ ਹੈ, ਕੋਈ ਐਜ਼ ਅ ਇੰਜੀਨੀਅਰ ਆਉਂਦਾ, ਕੋਈ ਹੋਰ ਪ੍ਰੋਫੈਸ਼ਨਲ ਨੇ, ਕੋਈ ਨਰਸ ਨੇ, ਸੋ ਉਹ ਸਾਰੀਆਂ ਕ੍ਰੈਡੈਂਸ਼ੀਅਲਸ ਨੂੰ ਵੈਰੀਫਾਈ ਕਰਨ ਦਾ ਪ੍ਰੋਸੈਸ ਹੈਗਾ ਆ। ਪਰ ਉਹਨਾਂ ਨੂੰ ਕਿੰਨੇ ਸਾਲ ਲੱਗ ਜਾਂਦੇ ਆ ਆਪਣੇ ਕ੍ਰੈਡੈਂਸ਼ੀਅਲਸ ਨੂੰ ਵੈਰੀਫਾਈ ਕਰਵਾਉਣ ਤੋਂ ਬਾਅਦ ਉਸ ਪਾਰਟਿਕੂਲਰ ਫੀਲਡ ਦੇ ਵਿੱਚ ਲਾਇਸੈਂਸ ਲੈਣ ਦੇ ਲਈ। ਸੋ ਇਹ ਪਰਮਿੰਦਰ ਸਿੰਘ ਜੀ, ਗੱਲ ਮੇਰਾ ਕੁਐਸਚਨ ਫਿਰ ਉੱਥੇ ਹੀ ਆਉਂਦਾ। ਮੈਂ ਕੁਐਸਚਨ ਬੜਾ ਸਪੈਸੀਫਿਕ ਪੁੱਛਣ ਦੀ ਕੋਸ਼ਿਸ਼ ਕਰ ਰਿਹਾ, ਪਤਾ ਨਹੀਂ ਇੰਨਾ ਲੰਬਾ ਆਨਸਰ ਕਿਉਂ ਹੋ ਜਾਂਦਾ। ਦੇਖੋ, ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਜਦੋਂ ਦੀ ਇਮੀਗ੍ਰੇਸ਼ਨ ਸ਼ੁਰੂ ਹੋਈ ਆ, ਫੋਰਨ ਕ੍ਰੈਡੈਂਸ਼ੀਅਲ ਲੈ ਕੇ ਕਈ ਡਾਕਟਰਸ, ਕਈ ਇੰਜੀਨੀਅਰ, ਕਈ ਟੀਚਰਸ, ਕਈ ਲਾਇਰ ਸਾਰੇ ਆਏ ਸੀ ਜੀ। ਕਈ ਲੋਕੀ ਤਾਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਚਲੇ ਗਏ, ਪਰ ਕਈ ਨਹੀਂ ਗਏ। ਜਿਹੜੇ ਨਹੀਂ ਗਏ ਉਹਨਾਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਆ। ਬਿਲਕੁਲ। ਬਿਫੋਰ ਵੀ ਆਸਕ ਅਦਰ ਫੋਰਨ ਨੈਸ਼ਨਲਸ ਟੂ ਕਮ ਐਂਡ ਕ੍ਰੈਡਿਟ देयर ਕ੍ਰੈਡੈਂਸ਼ੀਅਲਸ, ਅਸੀਂ ਉਹਨਾਂ ਡਾਕਟਰਾਂ, ਇੰਜੀਨੀਅਰ ਤੇ ਟੀਚਰਾਂ ਨੂੰ ਜਿਹੜੇ ਅੱਜ ਟੈਕਸੀਆਂ ਜਾਂ ਲੇਬਰ ਦਾ ਜੌਬ ਕਰਦੇ ਨੇ, ਉਹਨਾਂ ਦੇ ਕ੍ਰੈਡੈਂਸ਼ੀਅਲ ਕਿਉਂ ਨਹੀਂ ਉਹਨਾਂ ਨੂੰ ਅਬਜ਼ੌਰਬ ਕਰਦੇ? ਕਿਉਂਕਿ ਉਹ ਤਾਂ ਆਲਰੇਡੀ ਕੈਨੇਡੀਅਨਸ ਬਣ ਚੁੱਕੇ ਨੇ। ਹਰਪ੍ਰੀਤ ਜੀ, ਤੁਸੀਂ ਮੇਰੀ ਇਹ ਗੱਲ ਨਾਲ ਸਹਿਮਤ ਹੋ ਜਾਂ ਨਹੀਂ? ਬਿਲਕੁਲ। ਜਿਹੜੇ ਆਪਾਂ ਕਿੰਨੇ ਟੈਕਸੀ ਡਰਾਈਵਰ ਜਾਣਦੇ ਆ ਜਿਹੜੇ ਆਲਰੇਡੀ ਸਿਟੀਜ਼ਨ ਨੇ, ਡਾਕਟਰ, ਇੰਜੀਨੀਅਰ ਦੀ ਡਿਗਰੀ ਕਰਕੇ ਟੈਕਸੀਆਂ ਚਲਾ ਰਹੇ ਨੇ, ਐਂਡ ਦੇ ਆਰ ਕੈਨੇਡੀਅਨਸ। ਦੇ ਆਰ ਕੈਨੇਡੀਅਨ। ਉਹਨਾਂ ਦੀ ਗੱਲ ਕਰੋ ਤੁਸੀਂ। ਇਹ ਤੇ ਸਿਰਫ ਇੱਕ ਵੋਟ ਲੈਣ ਵਾਸਤੇ ਇੱਕ ਸ਼ੋਸ਼ਾ ਛੱਡਿਆ ਗਿਆ ਦਵਿੰਦਰ ਜੀ, ਹੋਰ ਕੁਝ ਨਹੀਂ। ਇੱਕ ਹੋਰ ਮੈਂ ਚੀਜ਼ ਐਡ ਕਰਨਾ ਚਾਹੁੰਦਾ ਦਵਿੰਦਰ ਜੀ, ਤੁਸੀਂ ਪਰਸਨਲੀ ਇਦਾਂ ਦੇ ਕਿੰਨੇ ਬੱਚਿਆਂ ਨੂੰ ਜਾਣਦੇ ਹੋਣਗੇ ਜਿਹੜੇ ਡਾਕਟਰ ਬਣਨ ਵਾਸਤੇ ਆਸਟ੍ਰੇਲੀਆ, US ਤੱਕ ਜਾਂਦੇ ਨੇ? ਅਸੀਂ ਉਹਨਾਂ ਨੂੰ ਕਿਉਂ, ਉਹਨਾਂ ਦੀ ਕਿਉਂ ਨਹੀਂ ਹੈਲਪ ਕਰਦੇ ਪਹਿਲਾਂ? ਤੁਸੀਂ ਅਲਬਰਟਾ ਤੋਂ ਓਨਟਾਰੀਓ ਚ ਜਾ ਕੇ ਡਾਕਟਰ ਬਣਨ ਵਾਸਤੇ ਐਡਮਿਸ਼ਨ ਨਹੀਂ ਲੈ ਸਕਦੇ ਬਿਕੋਜ਼ ਤੁਹਾਨੂੰ ਉੱਥੇ ਤਾਂ ਰੈਸੀਡੈਂਟ ਹੋਣਾ ਪੈਂਦਾ ਵਾ। ਪਰ ਤੁਸੀਂ ਇੱਕ ਬਾਹਰੋਂ ਜਿਹੜਾ ਬੰਦਾ ਆ ਰਿਹਾ ਉਹਨੂੰ ਤੁਸੀਂ ਦੇ ਰਹੇ ਜੋ, ਉਹਨੂੰ ਕਹਿ ਰਹੇ ਜੋ ਮੈਂ ਦਊਂਗਾ, ਦੇਣੀ ਚਾਹੀਦੀ ਹੈ, ਦੋ। ਪਰ ਜਿਹੜੇ ਕੈਨੇਡੀਅਨ ਬੱਚੇ ਨੇ ਉਹ ਵੀ ਤੇ ਜਦੋਂ ਬਾਹਰ ਜਾ ਕੇ ਪੜ੍ਹਦੇ ਨੇ, ਦੇ ਗੋ ਅਵੇ ਫਰਮ ਫੈਮਿਲੀ। ਜਦੋਂ ਉਹਨਾਂ ਵਾਸਤੇ ਵੀ ਕੁਝ ਕਰੋ। ਹਰਨਿਆ ਜੀ, ਗੱਲ ਕੀਤੀ ਜਾਵੇ ਤਾਂ ਕਈ ਪ੍ਰੋਫੈਸ਼ਨਸ ਇਹੋ ਜਿਹੇ ਨੇ, ਗੱਲ ਕੀਤੀ ਜਾਵੇ ਲੈਟਸ ਸੇ ਫਾਰਮਾਸਿਸਟ ਦੀ, ਜਦੋਂ ਇਸ ਕੰਟਰੀ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ 3 ਸਾਲ ਦੇ ਵਿੱਚ ਆਪਣੀ ਰੈਕੋਗਨੀਸ਼ਨ ਕਰਾਉਣੀ ਪੈਂਦੀ ਹੈ। ਜੇ 3 ਸਾਲ ਦੇ ਵਿੱਚ ਨਹੀਂ ਕਰਦੇ ਤਾਂ ਜਿਹੜੇ ਵੀ ਕ੍ਰੈਡਿਟ ਤੁਹਾਡੇ ਹੁੰਦੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ। ਤੁਹਾਨੂੰ ਇੱਕ ਅਨਪੜ੍ਹ ਵਿਅਕਤੀ ਤਿਆਰ ਕੀਤਾ ਜਾਂਦਾ। ਜੇ ਤੁਸੀਂ ਫਾਰਮੇਸੀ ਦੀ ਡਿਗਰੀ ਲੈਣੀ ਹੈ ਤਾਂ ਯੂ ਹੈਵ ਟੂ ਗੋ ਬੈਕ ਟੂ ਸਕੂਲ। ਸੇਮ ਅਪਲਾਈਜ਼ ਟੂ ਦ ਮੈਡੀਸਨ ਸਕੂਲ ਤੇ ਲਾਇਰ ਦੀ ਗੱਲ ਵੀ ਕਰਦੇ ਹਾਂ। ਪਰ ਜਦੋਂ ਅਸੀਂ ਗੱਲ ਉਹਨਾਂ ਫੋਰਨ ਕ੍ਰੈਡੈਂਸ਼ੀਅਲਸ ਨੂੰ ਮਾਨਤਾ ਦੇਣ ਦੀ ਕਰਦੇ ਹਾਂ ਜਾਂ ਉਹਨਾਂ ਨੂੰ ਉਹਨਾਂ ਦੇ ਆਪਣੇ ਕਿੱਤੇ ਵਿੱਚ ਪਾਉਣ ਦੀ ਗੱਲ ਕੀਤੇ ਆ, ਕੀ ਅਸੀਂ ਵੋਟਾਂ ਦੇ ਲਾਲਚ ਵਿੱਚ ਉਹਨਾਂ ਕੈਨੇਡੀਅਨਸ ਨੂੰ ਭੁੱਲ ਜਾਂਦੇ ਆ ਜਿਨ੍ਹਾਂ ਦੇ ਨਾਲ 10-15 ਸਾਲ ਪਹਿਲਾਂ ਉਹ ਗੱਲ ਬੀਤੀ ਸੀ ਜਿਸ ਦਾ ਦੁੱਖ ਉਹ ਸਾਰੀ ਉਮਰ ਭੁਗਤਦੇ ਰਹਿਣਗੇ? ਦਵਿੰਦਰ ਜੀ, ਜਦ ਕੋਈ ਕੈਨੇਡਾ ਇਮੀਗ੍ਰੇਟ ਕਰਦਾ ਹੈ ਨਾ ਤਾਂ ਉਹਨੂੰ ਪਤਾ ਹੁੰਦਾ ਹੈ ਕਿ ਉਹ ਇੱਥੇ ਆ ਕੇ ਕਿਉਂ ਕੀ ਕਰਨਾ ਚਾਹੁੰਦਾ ਹੈ ਤੇ ਕਿਸ ਤਰ੍ਹਾਂ ਇਮੀਗ੍ਰੇਟ ਕਰਦਾ ਹੈ। ਇੰਟਰਨੈਟ ਦਾ ਦੌਰ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ ਤੇ ਮੈਨੂੰ ਨਹੀਂ ਲੱਗਾ ਕਿ ਜਿੱਦਾਂ ਵੀ ਜਿਸ ਕੈਟਾਗਰੀ ਲੈਟ ਮੀ ਕੰਪਲੀਟ ਠੀਕ ਹੈ, ਜਦੋਂ ਕੈਨੇਡਾ ਆਉਂਦੇ ਹਨ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਇੱਥੋਂ ਦਾ ਸਿਸਟਮ ਕੀ ਹੈ ਤੇ ਇੱਥੋਂ ਦੇ ਸਿਸਟਮ 'ਚ ਕਿਸ ਤਰ੍ਹਾਂ ਉਹਨਾਂ ਨੇ ਆਉਣਾ ਹੈ। ਜਿਹੜੇ ਡਾਕਟਰਸ ਅਤੇ ਇੰਜੀਨੀਅਰਸ ਦੀ ਡਿਗਰੀ ਕਰਕੇ ਆਏ ਹਨ ਉਹ ਕਈ ਵਾਰੀ ਆਪਣੀ ਫੈਮਲੀਜ਼ ਦੇ ਨਾਲ ਆਉਂਦੇ ਹਨ। ਹਰ ਬੰਦੇ ਦੇ ਇੰਡੀਵਿਜੂਅਲ ਸਰਕਮਸਟੈਂਸਸ ਹੁੰਦੇ ਹਨ। ਕਈ ਵਾਰੀ ਉਹ ਸਟੱਡੀ ਕਰ ਲੈਂਦੇ ਹਨ ਤੇ ਆਪਣੇ ਮੁਕਾਮ
ਤੇ ਪਹੁੰਚ ਜਾਂਦੇ ਹਨ ਤੇ ਕੁਝ ਅਜਿਹੀਆਂ ਸਕਸੈਸਫੁਲ ਇਮੀਗ੍ਰੈਂਟ ਸਟੋਰੀਜ਼ ਵੀ ਹੈਗੀਆਂ ਹਨ। ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਕੋਲ ਨਹੀਂ ਹੁੰਦੀ, ਉਹਨਾਂ ਦੇ ਕੋਲ ਫੈਮਿਲੀ ਰਿਸਪੌਂਸਿਬਿਲਿਟੀ ਹੁੰਦੀ ਹੈ, ਉਹ ਇੰਨਾ ਟਾਈਮ ਨਹੀਂ ਦੇ ਸਕਦੇ। ਜਦ ਤੁਸੀਂ ਕਿਸੇ ਨਵੇਂ ਕੰਟਰੀ 'ਚ ਜਾ ਰਹੇ ਹੋ, ਸਿਰਫ ਕੈਨੇਡਾ ਦੀ ਗੱਲ ਨਹੀਂ ਕਰ ਰਹੇ, ਤੁਸੀਂ ਅਮਰੀਕਾ ਦੀ ਕਰ ਰਹੇ ਹੋ, ਆਸਟ੍ਰੇਲੀਆ ਦੀ ਕਰੋ, ਤੁਹਾਨੂੰ ਉਸ ਸਿਸਟਮ 'ਚ ਐਡਜਸਟ ਹੋਣ ਲਈ ਟਾਈਮ ਲੱਗਦਾ ਹੈ। ਜਿਹੜੇ ਡਾਕਟਰਸ ਇੱਥੇ ਬੜੇ ਹਨ, ਜਿਹੜਾ ਸਿਸਟਮ ਉਹਨਾਂ ਨੇ ਫੋਲੋ ਕੀਤਾ ਹੈ, ਉਹ ਸਿਸਟਮ 'ਚ ਉਹਨਾਂ ਨੂੰ ਵੀ ਜਾਣਾ ਪੈਂਦਾ ਹੈ। ਤੇ ਜੇ ਹੁਣ ਉਹਨਾਂ ਪਾਲਿਸੀਜ਼ ਨੂੰ ਰਿਲੈਕਸ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਮਦਦ ਕੀਤਾ ਜਾ ਸਕੇ। ਜਿਹੜਾ ਲੋਕਾਂ ਲਈ ਰਿਲੈਕਸ ਕੀਤਾ ਜਾ ਰਿਹਾ, ਤੁਸੀਂ ਉਹਦੇ ਤੇ ਵੀ ਸਵਾਲ ਖੜਾ ਕਰ ਰਹੇ ਹੋ। ਹਰਨੇਹਾ ਜੀ, ਜੇ ਕੋਈ ਡਾਕਟਰ ਜਾਂ ਇੰਜੀਨੀਅਰ ਜਾਂ ਲਾਇਰ ਜਾਂ ਕੋਈ ਪ੍ਰੋਫੈਸ਼ਨਲ ਆਪਣੀ ਫੈਮਿਲੀ ਨਾਲ ਆਉਂਦਾ, ਤੁਸੀਂ ਕਹਿੰਦੇ ਹੋ ਕਿ ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਤਾਂ ਆਪਣੇ ਕਿੱਤੇ ਦੇ ਵਿੱਚ ਨਹੀਂ ਜਾ ਸਕਦੇ, ਤੇ ਸਰਕਾਰ ਨੂੰ ਉਹਨਾਂ ਦੀ ਹਰ ਇਨਸਾਨ ਦੇ ਡਿਫਰੈਂਟ ਸਰਕਮਸਟੈਂਸਸ ਹੁੰਦੇ। ਦਵਿੰਦਰ ਜੀ, ਇਹ ਕਿੱਦਾਂ ਤੁਸੀਂ ਸਰਕਾਰ ਤੇ ਆਰੋਪ ਲਗਾ ਸਕਦੇ ਹੋ ਕਿ ਸਰਕਾਰ ਨੇ ਮਦਦ ਨਹੀਂ ਕੀਤੀ ਹੈ? ਸਰਕਾਰ ਨੇ ਸਾਰਾ ਸਿਸਟਮ ਪਲੇਸ ਕਰਕੇ ਦਿੱਤਾ ਹੈ। ਜਦ ਉਹਨਾਂ ਨੇ ਇੰਡੀਪੈਂਡੈਂਟ ਕੈਟਾਗਰੀ 'ਚ ਫਾਈਲ ਕੀਤੀ ਸੀ ਐਪਲੀਕੇਸ਼ਨ, ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਉੱਥੇ ਆ ਕੇ ਕੀ ਕਰਨਗੇ। ਫਿਰ ਸਰਕਾਰ ਜੇ ਇੱਥੇ ਇੰਜੀਨੀਅਰਸ ਅਤੇ ਡਾਕਟਰਸ ਬੁਲਾ ਰਹੀ ਹੈ, ਉਹਨਾਂ ਨੂੰ ਵੀ ਪਤਾ ਹੈ ਕਿ ਉਹ ਇੰਜੀਨੀਅਰਸ ਅਤੇ ਡਾਕਟਰਸ ਬੁਲਾ ਰਹੀ ਹੈ, ਤੇ ਉਹਨਾਂ ਨੂੰ ਇਸ ਗੱਲ ਤੋਂ ਵੀ ਵਾਕਿਫ ਹੋਣਾ ਚਾਹੀਦਾ ਕਿ ਉਹਨਾਂ ਦੀ ਇਹ ਡਿਗਰੀ ਇੱਥੇ ਵੈਲਿਡ ਨਹੀਂ ਹੋਏਗੀ ਤੇ ਉਹਨਾਂ ਨੂੰ ਕੈਨੇਡਾ ਦੇ ਸਿਸਟਮ 'ਚ ਜਾਣਾ ਪਏਗਾ। ਇੱਕ ਚੀਜ਼ ਮੈਂ ਇੱਕ ਕੁਐਸਚਨ ਭਰਨੇ ਆ ਜੀ, ਕਿਉਂਕਿ ਤੁਸੀਂ ਕੰਜ਼ਰਵੇਟਿਵ ਪਾਰਟੀ ਦੇ ਨਾਲ ਤਾਲੁਕਾਤ ਰੱਖਦੇ ਹੋ, ਉਹਨਾਂ ਨੂੰ ਤੁਸੀਂ ਬਲੀਵ ਕਰਦੇ ਹੋ। ਇੱਕ ਕੁਐਸਚਨ ਤੁਹਾਡੇ ਵਾਸਤੇ, ਤੁਹਾਨੂੰ ਪਿਛਲੇ 8 ਸਾਲ ਤੋਂ ਕਿਉਂ ਨਹੀਂ ਚੇਤਾ ਆਇਆ? ਤੁਸੀਂ ਤੇ ਪਾਵਰ ਸੀ, ਜੋ ਮਰਜ਼ੀ ਕਰਦੇ। ਹਰਪ੍ਰੀਤ ਜੀ, ਪਿਛਲੇ 8 ਸਾਲਾਂ 'ਚ ਚੇਤਾ ਨਹੀਂ ਆਇਆ। ਪਿਛਲੇ 8 ਸਾਲਾਂ 'ਚ ਹੋਰ ਵੀ ਬੜੇ ਸਾਰੇ ਪ੍ਰੋਗਰਾਮਸ ਲਾਗੂ ਕੀਤੇ ਗਏ ਹਨ। ਹਾਂਜੀ, ਇਮੀਗ੍ਰੈਂਟਸ ਲਈ ਲਾਗੂ ਕੀਤੇ ਗਏ ਹਨ, ਇਹਨਾਂ ਕੈਨੇਡੀਅਨਸ ਲਈ ਲਾਗੂ ਕੀਤੇ ਗਏ ਹਨ। ਟੈਂਪਰੇਰੀ ਫੋਰਨ ਵਰਕਰਸ ਨੂੰ ਮੈਂ ਯਾਦ ਦਿਲਾਦਾ, ਸਮਰ 'ਚ ਵਾਪਸ ਭੇਜਿਆ ਗਿਆ ਹੈ। ਉਹ ਇਸ ਲਈ ਭੇਜਿਆ ਗਿਆ ਹੈ ਕਿਉਂਕਿ ਉਹ ਕੈਨੇਡੀਅਨਸ ਫਰਸਟ, ਕੈਨੇਡੀਅਨਸ ਨੂੰ ਜੌਬ ਮਿਲਣੀਆਂ ਚਾਹੀਦੀਆਂ ਹਨ, ਇਸ ਲਈ ਭੇਜਿਆ ਗਿਆ ਹੈ। ਤੁਸੀਂ 8 ਸਾਲਾਂ ਦੇ ਟਰੈਕ ਰਿਕਾਰਡ ਦੀ ਗੱਲ ਕਰ ਰਹੇ ਹੋ, ਉਸ ਵਿੱਚ ਕਈ ਜਿਹੀਆਂ ਪਾਲਿਸੀਜ਼ ਲਿਆਂਦੀਆਂ ਗਈਆਂ ਜਿਸ ਵਿੱਚ ਕੈਨੇਡਾ ਨੂੰ ਹੀ ਫਰਸਟ ਕੀਤਾ ਜਾ ਰਿਹਾ ਹੈ। ਇਮੀਗ੍ਰੈਂਟਸ ਨੂੰ ਹੈਲਪ ਕਰਨ ਲਈ ਕੋਈ ਪਾਲਿਸੀ ਲਾਗੂ ਕੀਤੀ ਗਈ ਤਾਂ ਤੁਸੀਂ ਕਿੰਨਾ ਸਵਾਲ ਚੱਕ ਸਕਦੇ ਹੋ? ਸਵਾਲ ਤੇ ਚੱਕਾਂਗੇ, ਤੁਸੀਂ ਵੋਟਾਂ ਲੈਣ ਵਾਸਤੇ ਸਿਰਫ ਇੱਕ ਸੁਪਨਾ ਵਿਖਾ ਰਹੇ ਹੋ। ਕਿਹੜੀ ਪਾਰਟੀ ਵੋਟ ਨਹੀਂ ਲੈਣਾ ਚਾਹੁੰਦੀ ਜੀ? ਤੁਸੀਂ ਦੱਸੋ। ਜਸਟਿਨ ਟਰੂਡੋ ਹੱਥ 'ਚ ਹੱਥ ਰੱਖ ਕੇ ਬੈਠ ਜਾਏਗਾ, ਉਹਨੂੰ ਵੋਟ ਨਹੀਂ ਚਾਹੀਦੀ। ਉਹ ਜਿਹੜੀ ਫੰਡਿੰਗ ਜਿਹੜੀ ਕਰ ਰਿਹਾ ਹੈਗਾ, ਨਾਉ ਇਨਫਰਾਸਟ੍ਰਕਚਰ ਫੰਡਿੰਗ ਹੈ। ਸਾਰੀਆਂ ਪਾਰਟੀ ਲੀਡਰਸ ਦੇਖੋ ਜੀ, ਸਾਰੇ ਪਾਰਟੀ ਲੀਡਰਸ ਇਹ ਜਿਹੜੀ ਅਨਾਉਂਸਮੈਂਟ ਕਰ ਰਹੇ ਹਨ, ਵੋਟਾਂ ਨਹੀਂ ਕਰ ਰਹੇ ਹਨ। ਕੋਈ ਵੀ ਵੋਟਾਂ ਤੋਂ ਬਗੈਰ ਨਹੀਂ ਜਿੱਤ ਸਕਦਾ ਤੇ ਕੋਈ ਵੀ ਵੋਟਾਂ ਤੋਂ ਬਗੈਰ ਸਰਕਾਰ ਬਣਾ ਨਹੀਂ ਸਕਦਾ। ਹਰਪ੍ਰੀਤ ਜੀ, ਮੈਂ ਤੁਹਾਡੇ ਨਾਲ ਇਦਾਂ ਕਰੂੰਗਾ, ਸਾਨੂੰ ਇਮੀਗ੍ਰੈਂਟਸ ਨੂੰ ਸਮਝਣ ਦੀ ਲੋੜ ਹੈ ਕਿ ਲੋਲੀਪੌਪ ਹੈ। ਜੇ ਮੈਂ ਤੁਹਾਡੇ ਦੋਹਾਂ ਦੀ ਗੱਲਾਂ ਸੋਚਦਾ ਰਹਾਂ ਕਿ ਜਿਹੜਾ ਹਾਰਪਰ ਸਾਹਿਬ ਨੇ ਵਾਅਦਾ ਕੀਤਾ, ਕਿਉਂਕਿ ਟਰੂਡੋ ਸਾਹਿਬ ਨੇ ਬਹੁਤ ਵੱਡੀ ਛਾਲ ਮਾਰਨੀ ਆ, ਫਿਰ ਉਸ ਤੋਂ ਬਾਅਦ ਮਲਟੀਅਰ ਸਾਹਿਬ ਨੇ ਵੀ ਛਾਲ ਮਾਰਨੀ ਆ। ਤੁਸੀਂ ਬਾਰਡਰ ਤੋਂ ਅੰਦਰ ਆਉਣ ਤੋਂ ਬਾਅਦ ਲੋਨ ਪ੍ਰੋਗਰਾਮ ਦੀ ਗੱਲ ਕਰਦੇ ਆ। ਹੁਣ ਮੈਨੂੰ ਲੱਗਦਾ ਕਿ ਟਾਈਮ ਕਾਫੀ ਲੰਬਾ ਇਲੈਕਸ਼ਨ ਕੈਂਪੇਨ ਦਾ, ਹੋ ਸਕਦਾ ਕਿ ਟਰੂਡੋ ਸਾਹਿਬ ਤੇ ਮਲਟੀਅਰ ਸਾਹਿਬ ਕਿਸੇ ਉਸ ਵਿਦੇਸ਼ ਵਿੱਚ ਚਲੇ ਜਾਣ ਕਿ ਜਿਹੜੀ ਇੱਥੇ ਲੋਨ ਪ੍ਰੋਗਰਾਮ ਦੀ ਗਰੰਟੀ ਕੈਨੇਡਾ 'ਚ ਕਰ ਰਹੇ ਨੇ, ਉਹ ਕਿਸੇ ਵਿਦੇਸ਼ ਦੇ ਵਿੱਚ ਦੇ ਦੇਣ। ਇਸ ਕਰਕੇ ਮੈਂ ਗੱਲ ਕਰ ਰਿਹਾ ਪਰਮਿੰਦਰ ਸਿੰਘ ਜੀ, ਜਿਹੜੇ ਵਿਦੇਸ਼ਾਂ ਤੋਂ ਆਏ ਹੋਏ ਇਮੀਗ੍ਰੈਂਟ ਪਿਛਲੇ ਕਈ ਸਾਲਾਂ ਤੋਂ ਆਪਣੇ ਫੋਰਨ ਕ੍ਰੈਡੈਂਸ਼ੀਅਲ ਜੂਝ ਰਹੇ ਨੇ ਕਿ ਰੈਕੋਗਨਾਈਜ਼ ਕੀਤੇ ਜਾਣ। ਕੀ ਗੱਲ ਨਹੀਂ ਬਣਦੀ ਕਿ ਉਹਨਾਂ ਦੀ ਹੈਲਪ ਪਹਿਲਾਂ ਕੀਤੀ ਜਾਵੇ ਉਹਨਾਂ ਇਮੀਗ੍ਰੈਂਟਸ ਤੋਂ ਜਿਨ੍ਹਾਂ ਦਾ ਹਜੇ ਇਹ ਨਹੀਂ ਪਤਾ ਉਹ ਇਮੀਗ੍ਰੈਂਟਸ ਕੌਣ ਹੋਣਗੇ, ਕਿੱਥੋਂ ਹੋਣਗੇ? ਬਿਲਕੁਲ ਦਵਿੰਦਰ ਜੀ, ਇਹ ਗੱਲ ਬਿਲਕੁਲ ਸਹੀ ਹੈਗੀ ਕਿ ਜਿਹੜੇ ਆਲਰੇਡੀ ਤੁਸੀਂ ਇਮੀਗ੍ਰੈਂਟਸ ਬੁਲਾ ਚੁੱਕੇ ਹੋ ਉਹਨਾਂ ਦੀ ਕਿੱਦਾਂ ਹੈਲਪ ਕੀਤੀ ਜਾ ਸਕਦੀ ਆ। ਜਿਹੜੇ ਉਹ ਆਲਰੇਡੀ ਕ੍ਰੈਡਿਟਸ ਲੈ ਕੇ ਆਏ ਸੀ ਆਪਣੇ ਨਾਲ, ਉਹਨਾਂ ਨੂੰ ਕਿੱਦਾਂ ਵੈਲੂਏਟ ਕੀਤਾ ਜਾ ਸਕਦਾ, ਉਹਨਾਂ ਦੀ ਹੈਲਪ ਕਿੱਦਾਂ ਕੀਤੀ ਜਾ ਸਕਦੀ ਆ। ਇੱਥੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਇਦਾਂ ਦੇ ਸਾਨੂੰ ਲੋਕ ਮਿਲਦੇ ਆ ਜਿਹੜੇ ਇਮੀਗ੍ਰੇਟ ਹੋ ਕੇ ਆਏ ਨੇ। ਜੇ ਦੂਸਰੇ ਕੰਟਰੀਜ਼ ਦੇ ਜਿੱਥੋਂ ਉਹ ਆਏ ਆਪਣੇ ਹੋਮ ਕੰਟਰੀਜ਼ ਤੋਂ, ਉੱਥੇ ਉਹ ਬਹੁਤ ਵੱਡੇ ਪ੍ਰੋਫੈਸ਼ਨਲਸ ਹੁੰਦੇ ਨੇ, ਪਰ ਇੱਥੇ ਆ ਕੇ ਕੀ ਦੇਖਦੇ ਆ ਅਸੀਂ ਕਿ ਉਹ ਕੋਈ ਟੈਕਸੀ ਚਲਾ ਰਿਹਾ ਹੈ, ਕੋਈ ਕੁਝ ਹੋਰ ਕੰਮ ਕਰ ਰਿਹਾ ਹੈ, ਕੋਈ ਵੇਅਰ ਹਾਊਸ 'ਚ ਕੰਮ ਕਰ ਰਿਹਾ। ਸੋ ਕਿਤੇ ਨਾ ਕਿਤੇ ਜੋ ਵੀ ਅਸੀਂ ਦੇਖਦੇ ਸੁਣਦੇ ਪਏ ਸਾਡੇ ਆਸੇ-ਪਾਸੇ ਜੋ ਕੁਝ ਹੋ ਰਿਹਾ ਆ, ਉਹਦੇ ਪਿੱਛੇ ਇਮੀਗ੍ਰੈਂਟਸ ਦਾ ਬਹੁਤ ਵੱਡਾ ਹੱਥ ਹੈਗਾ। ਪਰ ਕ੍ਰੈਡੀਬਿਲਿਟੀ ਪਰਮਿੰਦਰ ਸਿੰਘ ਜੀ ਦੀ ਗੱਲ ਨਾਲ ਕ੍ਰੈਡੀਬਿਲਿਟੀ ਦਿੱਤੀ ਜਾਣੀ ਚਾਹੀਦੀ ਹੈ। ਪਰਮਿੰਦਰ ਸਿੰਘ ਜੀ ਦੀ ਗੱਲ ਨਾਲ ਸਹਿਮਤ ਹੋ? ਕਿਉਂਕਿ ਮੈਂ ਇਸ ਗੱਲ ਦੀ ਪੁੱਛ ਰਿਹਾ ਕਿਉਂਕਿ ਜਦੋਂ ਹਰਪ੍ਰੀਤ ਜੀ ਬੋਲਦੇ ਆ ਤੁਸੀਂ ਠਾਠਾ ਬੋਲਣ ਲੱਗ ਜਾਂਦੇ ਹੋ, ਪਰ ਜਦੋਂ ਪਰਮਿੰਦਰ ਸਿੰਘ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਬੋਲਦੇ ਨੇ ਤੁਸੀਂ ਦੋਹਾਂ ਚੋਂ ਕੋਈ ਨਹੀਂ ਬੋਲਦਾ। ਤਾਂ ਮੇਰਾ ਕਹਿਣ ਦਾ ਮਤਲਬ ਕੀ ਤੁਸੀਂ ਦੋਨੇ ਜਾਣੇ ਪਰਮਿੰਦਰ ਸਿੰਘ ਦੀ ਇਸ ਗੱਲ ਨਾਲ ਸਹਿਮਤ ਹੋ? ਮੈਂ ਬਿਲਕੁਲ ਪਰਮਿੰਦਰ ਜੀ ਦੀ ਗੱਲ ਤੋਂ ਸਹਿਮਤ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਸਟੀਫਨ ਹਾਰਪਰ ਅਤੇ ਕੰਜ਼ਰਵੇਟਿਵ ਪਾਰਟੀ ਜੋ ਹੈ ਉਹ ਲੋਕਾਂ ਲਈ ਹੀ ਕੰਮ ਕਰ ਰਹੀ ਹੈ। ਕੈਨੇਡੀਅਨਸ ਦੀ ਗੱਲ ਕਰੋ, ਤੁਸੀਂ ਇਮੀਗ੍ਰੈਂਟਸ ਦੀ ਗੱਲ ਕਰੋ, ਤੁਸੀਂ ਬਾਕੀ ਸਰਵਿਸਿਜ਼ ਦੀ ਗੱਲ ਕਰੋ, ਉਹ ਸਾਰਿਆਂ ਨੇ ਮਿਲ ਕੇ ਕੰਮ ਕਰ ਰਹੇ। ਉਹਨਾਂ ਨੇ ਪਿਛਲੇ 8 ਸਾਲਾਂ 'ਚ ਕਈ ਪਾਲਿਸੀਜ਼ ਜਿਹੜੀਆਂ ਹੈਗੀਆਂ ਕੈਨੇਡੀਅਨਸ ਲਈ, ਰਿਫਿਊਜੀਜ਼ ਲਈ, ਟੈਂਪਰੇਰੀ ਫੋਰਨ ਵਰਕਰਸ ਲਈ ਜਾਂ ਫਿਰ ਨਵੇਂ ਇਮੀਗ੍ਰੈਂਟਸ ਲਈ ਲਾਗੂ ਕੀਤੀਆਂ ਨੇ। ਸੀ ਕਿ ਕੰਜ਼ਰਵੇਟਿਵ ਪਾਰਟੀ ਮਾਈਕ ਡਫੀ ਵਾਸਤੇ ਕੰਮ ਕਰ ਰਹੀ ਹੈ। ਨਹੀਂ ਦੇਖੋ ਹਰਪ੍ਰੀਤ ਜੀ, ਤੁਹਾਡੀ ਗੱਲ 'ਚ ਵੀ ਥੋੜਾ ਜਿਹਾ ਦਮ ਤਾਂ ਜ਼ਰੂਰ ਹੋ ਸਕਦਾ। ਮੈਂ ਤੁਹਾਡੀ ਸਪੋਰਟ ਕਰ ਰਿਹਾ ਕਿ ਟਰੂਡੋ ਸਾਹਿਬ ਨੇ ਐਲੀਗੇਸ਼ਨ ਲਾਇਆ ਕਿ ਜਿਹੜੀਆਂ ਹਾਰਪਰ ਸਾਹਿਬ ਦੀਆਂ ਹੈਗੀਆਂ ਪਾਲਿਸੀਜ਼
ਮਲਕੀਤ ਸਾਹਿਬ ਫੋਲੋ ਕਰ ਰਹੇ ਨੇ। ਜਦੋਂ ਮਲਕੀਤ ਸਾਹਿਬ ਦੀ ਪਾਲਿਸੀ ਪਰਮਿੰਦਰ ਸਿੰਘ ਫੋਲੋ ਕਰ ਰਹੇ ਨੇ, ਪਰਮਿੰਦਰ ਸਿੰਘ ਬੋਲਦੇ ਨੇ ਤੇ ਹਰਨਿਆ ਜੀ ਆਪਣੀ ਆਵਾਜ਼ ਨੂੰ ਬਿਲਕੁਲ ਚੁੱਪੀ ਛਾਂਦ ਲੈਂਦੇ ਨੇ। ਜਦੋਂ ਤੁਸੀਂ ਬੋਲਦੇ ਹੋ ਤੇ ਠਾਠਾ ਸ਼ੁਰੂ ਹੋ ਜਾਂਦੀ ਆ, ਜਾਂ ਉਹ ਬੋਲਦੇ ਆ ਤੁਸੀਂ ਬੋਲ ਪੈਂਦੇ ਹੋ। ਤੇ ਰੌਲਾ ਮੈਨੂੰ ਲੱਗਦਾ ਟਰੂਡੋ ਤੇ ਸਟੀਵਨ ਹਾਰਪਰ ਦਾ। ਮਲਕੀਤ ਤਾਂ ਰੋਟੀ ਇਹਨਾਂ ਦੋਹਾਂ ਦੇ ਵਿੱਚ ਜਿਹੜੀ ਪਈ ਆ ਉਹ ਇਕੱਲੀ ਖਾਣੀ ਚਾਹੁੰਦਾ, ਹੋ ਸਕਦਾ ਵਾ। ਔਰ ਹਰਨਿਆ ਜੀ ਇਹ ਸਟੈਟਸ ਵੀ ਦੱਸਦੇ ਪਏ ਆ ਦਵਿੰਦਰ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀਆਂ ਜੀ। ਦੇਖੋ ਪਰਮਿੰਦਰ ਜੀ ਹਲੇ ਟਾਈਮ ਹੈ ਚੋਣਾਂ ਨੂੰ, ਹਲੇ ਵਕਤ ਹੈਗਾ। ਸਟਾਰਸ ਤੋਂ ਮੇਰੇ ਖਿਆਲ ਫਾਰਮਸ ਤੋਂ ਪਰਮਿੰਦਰ ਸਿੰਘ ਤੁਸੀਂ ਜੀ ਸਾਰੇ ਕਿਤੇ ਸਿਰਫ ਫੋਰਸ ਤੇ ਡਿਪੈਂਡ ਨਹੀਂ ਕਰ ਸਕਦੇ, ਹਲੇ ਬਹੁਤ ਕੁਝ ਹੋਣਾ। ਨਹੀਂ ਹਰਨਿਆ ਜੀ, ਮੇਰੇ ਖਿਆਲ ਪਰਮਿੰਦਰ ਸਿੰਘ ਜੀ ਕਿਤੇ ਨਾ ਕਿਤੇ ਲਿਬਰਲ ਦੀ ਸਪੋਰਟ ਹੀ ਕਰਦੇ ਪਏ ਨੇ। ਥੋੜੇ 2 ਦਿਨਾਂ ਨੂੰ ਪਾਰਟੀ ਬਦਲਣਗੇ। ਕਿਉਂ ਮੈਂ ਕੱਲ ਹੀ ਬਦਲਣਾ ਜੀ? ਮੈਂ ਉਸੇ ਪਾਰਟੀ ਦੇ ਵਿੱਚ ਰਹੂੰਗਾ ਜੀ। ਮੈਨੂੰ ਵਿਸ਼ਵਾਸ ਹੈ ਪੋਲਸ ਆਏ ਦਿਨ ਕੱਢੇ ਜਾਂਦੇ, ਕੁਝ ਵੀ ਕੱਢ ਸਕਦੇ, ਇੰਟਰਨੈਟ ਤੋਂ ਤੁਸੀਂ ਕੁਝ ਵੀ ਕੱਢ ਸਕਦੇ ਹੋ। ਦੇਖਾਂਗੇ ਜਦੋਂ ਵੋਟਾਂ ਪੈਣਗੀਆਂ। ਨਹੀਂ ਓਕੇ, ਹੁਣ ਤੁਸੀਂ ਪੋਲਸ ਨੂੰ ਨਾ ਚੈਲੰਜ ਕਰੋ ਹਰਨਿਆ ਜੀ। ਜਿੱਦਨ ਪੋਲ ਤੇ ਕੰਜ਼ਰਵੇਟਿਵ ਉੱਤੇ ਨਹੀਂ ਵੈਰੀ ਗੁੱਡ ਨੇ। ਮੈਂ ਤੇ ਇਹ ਕਹਿ ਰਹੀ ਨਹੀਂ, ਮੈਂ ਤੇ ਭਾਈ ਕੰਜ਼ਰਵੇਟਿਵ ਪਹਿਲੇ ਨੰਬਰ ਤੇ ਵੀ ਪਹੁੰਚ ਜਾਏ ਪੋਲਸ ਤੇ। ਮੇਰੇ ਖਿਆਲ ਸੇ ਪੋਲਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਵਿਸ਼ਵਾਸ ਤੇ ਉਦੋਂ ਹੀ ਹੋਏਗਾ ਜਦੋਂ ਵੋਟਾਂ ਪੈਣਗੀਆਂ। ਕਿਉਂ ਨਹੀਂ ਕਰਨਾ ਚਾਹੀਦਾ? ਬਿਲਕੁਲ ਕਰਨਾ ਚਾਹੀਦਾ। ਹਰਨਿਆ ਜੀ ਵੈਸੇ ਜਿਹੜੇ ਨਵੇਂ ਪੋਲ ਆਏ ਨੇ, ਇੱਕ ਪੋਲ ਤਾਂ ਇਹ ਵੀ ਕਹਿ ਰਿਹਾ ਕਿ ਐਨਡੀਪੀ ਮੈਜੋਰਟੀ ਲੈ ਸਕਦੀ ਆ। ਤੁਹਾਡਾ ਚੁੱਪ ਰਹਿਣ ਦਾ ਕਾਰਨ ਕਿ ਉਹ ਪੋਲ ਦੇ ਆਉਣਾ ਹੀ ਆ? ਜਦੋਂ ਪਰਮਿੰਦਰ ਸਿੰਘ ਬੋਲਦੇ ਆ ਤੁਸੀਂ ਨਹੀਂ ਬੋਲਦੇ। ਪਰਮਿੰਦਰ ਸਿੰਘ ਜੀ ਜੋ ਬੋਲਦੇ ਨੇ ਉਹ ਤਾਂ ਬੋਲਦੇ ਨੇ। ਮੈਂ ਤਾਂ ਕਿਸੇ ਵੀ ਹਾਲਤ 'ਚ ਨਾ ਤਾਂ ਲਿਬਰਲਸ ਨੂੰ ਸਪੋਰਟ ਕਰ ਰਹੀ ਹਾਂ, ਨਾ ਕੰਜ਼ਰਵੇਟਿਵਸ ਨੂੰ ਸਪੋਰਟ ਕਰ ਰਹੀ ਹਾਂ, ਤੇ ਨਾ ਹੀ ਮੈਂ ਐਨਡੀਪੀ ਨੂੰ ਸਪੋਰਟ ਕਰ ਰਹੀ ਹਾਂ। ਮੈਂ ਇੱਥੇ ਪਾਰਟੀ ਅਸੀਂ ਡਿਬੇਟ ਕਰ ਰਹੇ ਹਾਂ ਜਿਸ 'ਚ ਅਸੀਂ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਤੇ ਮੈਨੂੰ ਲੱਗਦਾ ਹੈ ਕਿ ਇਸ ਡਿਬੇਟ 'ਚ ਕੰਜ਼ਰਵੇਟਿਵਸ ਜੋ ਹਨ ਉਹ ਇਸ ਵਾਰੀ ਫਿਰ ਤੋਂ ਬਾਜ਼ੀ ਮਾਰ ਜਾਣਗੇ। ਹਰਨਿਆ ਜੀ ਨਾਈਸ ਜੋਕ। ਹਰਨਿਆ ਜੀ ਜੇ ਪੋਲ ਤੇ ਨਜ਼ਰ ਇੱਕ ਹੋਰ ਤੇ ਵੀ ਮਾਰੀ ਜਾਵੇ ਕਿ ਪਰਸੈਂਟੇਜ ਆਫ ਵੋਟਸ ਦੇ ਨਾਲ ਐਨਡੀਪੀ ਅੱਗੇ ਜ਼ਰੂਰ ਆ, ਪਰ ਜੇ ਨੰਬਰ ਆਫ ਸੀਟਸ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਪੋਲ ਆ ਰਹੇ ਨੇ ਕਿ ਕੰਜ਼ਰਵੇਟਿਵ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਨੰਬਰ ਆਫ ਸੀਟਸ ਸਭ ਤੋਂ ਵੱਧ ਲਊਗੀ। ਜਿਵੇਂ ਕੈਨੇਡਾ ਦੇ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਨੇ ਸਭ ਤੋਂ ਵੱਧ ਸੀਟਾਂ ਲਈਆਂ ਹੋਣ ਤਾਂ ਉਸ ਨੂੰ ਹੀ ਗਵਰਨਮੈਂਟ ਬਣਾਉਣ ਦੀ ਜਿਹੜੀ ਰਿਕੁਐਸਟ ਆਊਗੀ। ਜੇ ਟੌਮ ਮਲਕੀਅਰ ਜੀ ਦੀ ਗੱਲ ਕੀਤੀ ਜਾਵੇ ਉਹ ਪ੍ਰਪੋਰਸ਼ਨੇਟ ਵੋਟਿੰਗ ਦੀ ਗੱਲ ਕਰਦੇ ਨੇ, ਪਰ ਜਦੋਂ ਵਾਅਦਾ ਕਰਦੇ ਨੇ ਕਿ ਜਿੰਨੇ % ਵੋਟ ਹੋਈਆਂ ਉਨੀਆਂ ਸੀਟਾਂ ਹੋਣਗੀਆਂ, ਇੱਕ ਸੁਪਨਾ ਉਹ ਤਾਂ ਆਈ ਡੋਂਟ ਬਲੀਵ ਇਟ। ਮੇਰਾ ਖਿਆਲ ਆ ਉਹ ਕਦੇ ਵੀ ਸੱਚ ਹੋ ਸਕਦਾ ਕੈਨੇਡਾ ਦੇ ਵਿੱਚ। ਯੂਨਿਟ ਉਹਦੇ 'ਚ ਥੋੜ੍ਹਾ ਜਿਹਾ ਜੇ ਇੱਕ ਵਾਅਦਾ ਹੋ ਸਕਦਾ, ਪਰ ਜੇ ਤੁਸੀਂ ਇਹ ਗੱਲ ਨਾਲ ਸਹਿਮਤ ਹੋ ਕਿ ਕੰਜ਼ਰਵੇਟਿਵ ਪਾਰਟੀ ਹੀ ਮੋਸਟ ਨੰਬਰ ਆਫ ਸੀਟਸ ਜਿੱਤੂਗੀ ਇਲੈਕਸ਼ਨ ਦੇ ਵਿੱਚ? ਮੈਨੂੰ ਇਹ 'ਚ ਕੋਈ ਡਾਊਟ ਨਹੀਂ ਹੈਗਾ। ਡੈਫੀਨੇਟਲੀ ਕੰਜ਼ਰਵੇਟਿਵ ਪਾਰਟੀ ਸਭ ਤੋਂ ਜ਼ਿਆਦਾ ਸੀਟਾਂ ਲੈ ਕੇ ਜਿੱਤੇਗੀ। ਕਿੰਨੀਆਂ ਸੀਟਾਂ ਜਿੱਤੂਗੀ? ਤੁਸੀਂ ਕਹਿ ਲਓ ਸਾਰੀਆਂ ਸੀਟਾਂ ਜਿੱਤੇਗੀ। ਦੇਖੋ ਨਹੀਂ ਜੀ ਬੜੀ ਵੱਡੀ ਗੱਪ ਲੱਗਦੀ ਹੈ। ਥੋੜਾ ਜਿਹਾ ਨੰਬਰ ਨੰਬਰ ਥੋੜੇ ਜਿਹਾ ਘਟਾ ਲਓ। ਇਹ ਆਡੀਅנס ਵੀ ਕਹੂਗੀ ਕਿ ਹਰਨਿਆ ਜੀ ਮਜ਼ਾਕ ਦੇ ਮੂਡ ਨੰਬਰ ਨਹੀਂ ਘਟਾ ਸਕਦੇ। ਮੈਨੂੰ ਲੱਗਦਾ ਹੈ ਡੈਫੀਨੇਟਲੀ ਇਸ ਵਾਰੀ ਫਿਰ ਤੋਂ ਕੰਜ਼ਰਵੇਟਿਵ ਜਿਹੜੀ ਹੈ ਆਪਣੀ ਸਰਕਾਰ ਬਣਾਏਗੀ। ਆਪਾਂ ਦੇਖਾਂਗੇ, ਉਹੀ ਤਾਂ ਮੈਂ ਕਹਿ ਰਹੀ ਹਾਂ ਪੋਲਸ ਤੇ ਨਾ ਜਾਓ, ਵਕਤ ਆਉਣ ਦਿਓ, ਵਕਤ ਆਉਣ ਦਿਓ, ਚੋਣਾਂ ਦੀ ਮੈਂ ਤੁਹਾਡੀ ਹੈਲਪ ਕਰ ਦਿੰਦਾ 100 ਸੀਟਾਂ ਮੈਜੋਰਟੀ ਆ ਜਾਊਗੀ। 100 ਸੀਟਾਂ ਨਾਲ ਹਰਨਿਆ ਜੀ 100 ਸੀਟਾਂ ਲੈ ਸਕਦੀ ਹੈ ਕੰਜ਼ਰਵੇਟਿਵ ਪਾਰਟੀ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸਰ ਜੀ ਸਾਰੀਆਂ ਸੀਟਾਂ ਲੈ ਜਾਣਗੇ, ਤੁਸੀਂ ਵੇਟ ਕਰੋ। ਨਹੀਂ ਹਰਨਿਆ ਜੀ ਹੁਣ ਗੱਲ ਸੁਣੋ ਹਰਨਿਆ ਜੀ, ਤੁਹਾਡਾ ਜਿਹੜਾ ਜਵਾਬ ਆ ਤੁਸੀਂ 338 ਸੀਟਾਂ ਚੋਂ 500 ਸੀਟਾਂ ਤਾਂ ਦੇ ਨਹੀਂ ਸਕਦੇ ਉਹਨਾਂ ਨੂੰ। ਸੋ ਯੂ ਹੈਵ ਟੂ ਸਟੇ ਵਿਦ ਇਨ ਦ ਨੰਬਰਸ, ਰਾਈਟ? 338 ਵੀ ਜ਼ਿਆਦਾ ਵੱਡਾ ਨੰਬਰ ਨਹੀਂ ਹੈ। 100% ਪਰਮਿੰਦਰ ਸਿੰਘ ਜੀ ਮੈਂ ਥੋੜਾ ਜਿਹਾ ਕਮੈਂਟ ਕਰਨਾ ਕਿ ਚਾਹੂੰਗਾ। ਕੰਜ਼ਰਵੇਟਿਵ ਪਾਰਟੀ ਨੂੰ 500 ਸੀਟਾਂ ਮਿਲ ਸਕਦੀਆਂ ਨੇ? ਦਵਿੰਦਰ ਜੀ ਹਾਂਜੀ ਮਿਲ ਸਕਦੀਆਂ ਜੀ, ਮਿਲ ਸਕਦੀਆਂ, ਬਿਲਕੁਲ ਮਿਲ ਸਕਦੀਆਂ। ਉੱਪਰੋਂ ਵੀ ਆਏਗੀ ਪਾਵਰ ਥੱਲੇ। ਹਰਨਿਆ ਜੀ 500 ਸੀਟਾਂ ਹੈ ਨਹੀਂ 500 ਸੀਟਾਂ ਹੈ ਜੀ। 338 ਚੋਂ 500 ਜਿੰਨੀਆਂ ਮਰਜ਼ੀ ਬਣਾ ਲਓ। ਓਕੇ ਮੈਂ ਕੁਝ ਕਮੈਂਟ ਕਰਨਾ ਚਾਹੂੰਗਾ ਹਰਨਿਆ ਜੀ, ਗੌਰ ਨਾਲ ਸੁਣਿਓ ਹਨਾ, ਮੈਨੂੰ ਫਿਨਿਸ਼ ਕਰਨ ਦਿਓ। ਦੇਖੋ ਆਪਾਂ ਪੋਲਸ ਦੀ ਗੱਲ ਕਰੀਏ ਦਵਿੰਦਰ ਜੀ, ਜਦੋਂ ਇਲੈਕਸ਼ਨ ਦੀ ਅਨਾਉਂਸਮੈਂਟ ਕਰਨ ਤੋਂ ਪਹਿਲਾਂ ਜੇ ਵੇਖੀਏ 2-4 ਪਲਾਨ ਲਿਆ ਕੇ ਕੰਜ਼ਰਵੇਟਿਵ ਨੇ ਨੰਬਰ ਉੱਤੇ ਕਰ ਲਏ ਸੀ, ਪਰ ਉਸ ਤੋਂ ਬਾਅਦ ਜੇ ਵੇਖੋ ਮੈਕਸਿਮਮ ਪੋਲ, ਮੈਂ ਸਾਰੀ ਪੋਲ ਨਹੀਂ ਕਹਿ ਰਿਹਾ, ਮੈਕਸਿਮਮ ਪੋਲ 80-90% ਪੋਲ ਇਹ ਵਿਖਾ ਰਹੇ ਨੇ ਕੰਜ਼ਰਵੇਟਿਵ ਦਾ ਗ੍ਰਾਫ ਥੱਲੇ ਜਾ ਰਿਹਾ ਹੈ, ਐਨਡੀਪੀ ਦਾ ਉੱਤੇ ਜਾ ਰਿਹਾ, ਲਿਬਰਲ ਵੀ ਉੱਤੇ ਜਾ ਰਿਹਾ ਤੇ ਦੇਖੋ ਕੰਜ਼ਰਵੇਟਿਵ ਕਿਤੇ ਕਿਸੇ ਵੀ ਹਾਲਤ ਵਿੱਚ ਆ ਮੈਜੋਰਿਟੀ ਗਵਰਨਮੈਂਟ ਹੋਵੇ ਨਹੀਂ ਬਣਾ ਸਕਦੇ। ਪਰ ਟਰੂਡੋ ਸਾਹਿਬ ਕਿਉਂ ਲੁੜਕਦੇ ਜਾ ਰਹੇ ਨੇ? ਨਹੀਂ ਟਰੂਡੋ ਸਾਹਿਬ ਦੇਖੋ ਸਾਡਾ ਗ੍ਰਾਫ ਉੱਤੇ ਬਹੁਤ ਜਗ੍ਹਾ ਜਾ ਰਿਹਾ ਵਾ। ਕਾਫੀ ਪੋਲ ਚ ਜਿਹੜੇ ਅੱਜ ਵੀ ਪੋਲ ਆਇਆ ਸੀ ਦੂਜੇ ਨੰਬਰ ਤੇ ਜੇ ਆਪਣੀ ਐਨਡੀਪੀ 40s ਚ ਆ ਤੇ ਅਸੀਂ। ਪਰ ਹਰਪ੍ਰੀਤ ਜੀ ਤੁਹਾਡੀਆਂ ਵੀ ਸੀਟਾਂ ਆ ਰਹੀਆਂ ਨੇ ਹੁਣ 80 ਦੇ ਕਰੀਬ ਤੁਹਾਡੀਆਂ ਸੀਟਾਂ ਆ ਰਹੀਆਂ ਨੇ, 80 ਨਾਲ ਗਵਰਨਮੈਂਟ ਤਾਂ ਬਣਨੀ ਨਹੀਂ। ਬਿਲਕੁਲ ਨਹੀਂ ਬਣਨੀ, ਪਰ ਅਜੇ ਟਾਈਮ ਬਚਿਆ ਵਾ ਦਵਿੰਦਰ ਜੀ। ਮੈਂ ਤੁਹਾਨੂੰ ਕਿਹਾ ਸੀ ਜਿੱਦਾਂ ਇਕਨੋਮੀ ਹੁਣ ਥੋੜੀ ਜਿਹੀ ਦੇਖੋ 6th ਕੁਆਟਰ ਦੀ ਜਦੋਂ 2nd ਕੁਆਟਰ ਦੀ ਰਿਪੋਰਟ ਆਊਗੀ ਜਿਸ 'ਚ ਕਿ
ਜੂਨ ਮਹੀਨੇ ਦੀ ਰਿਪੋਰਟ ਆਉਂਦੇ ਹੀ, ਜੂਨ ਜੁਲਾਈ ਮਹੀਨੇ ਦੀ ਰਿਪੋਰਟ ਤੁਸੀਂ ਆਉਂਦੇ ਇਕਨੋਮੀ ਥੱਲੇ ਜਾਊਗੀ। ਤੁਸੀਂ ਟਰੂਡੋ ਸਾਹਿਬ ਦੇ ਲਈ ਕਿੱਡਾ ਕੁ ਟੀਚਰ ਰੱਖਦੇ ਹੋ? ਮਤਲਬ 338 ਦੇ ਅੰਦਰ ਹੀ ਰਹੋਗੇ ਜਾਂ ਸੁਨੇਹਾ ਜੀ ਮੰਨ ਨੂੰ ਉੱਤੋਂ ਵੀ ਜਾ ਸਕਦੇ ਹੋ? ਨਹੀਂ, ਲਿਬਰਲ ਪਾਰਟੀ ਮੈਨੂੰ ਲੱਗਦਾ 150 ਦੇ ਕੋਲ 150 160 ਦੇ ਕੋਲ ਸੀਟਾਂ ਲੈ ਕੇ ਜਾ ਸਕਦੀ। ਬਾਕੀ ਸੀਟਾਂ ਕਿਹਨੂੰ ਦਿੰਦੇ ਹੋ? ਦੇਖੋ ਕੁਛ ਨਾ ਕੁਛ ਤੇ ਕੰਜ਼ਰਵੇਟਿਵ ਨੂੰ ਦੇਣੀਆਂ ਪੈਣਗੀਆਂ ਤੇ ਉਸ ਤੋਂ ਬਾਅਦ ਫਿਰ ਐਨਡੀਪੀ। ਹਾਂਜੀ ਪਰਮਿੰਦਰ ਸਿੰਘ ਜੀ, ਇੱਕ ਸੀਟ ਆਪਣੀ ਗ੍ਰੀਨ ਪਾਰਟੀ ਦੀ ਲੀਡਰ। 150 ਸੀਟਾਂ ਤਾਂ ਹਰਪ੍ਰੀਤ ਜੀ ਲੈਣਾ ਚਾਹੁੰਦੇ ਨੇ ਜੀ। ਤੇ ਬਾਕੀ ਬਚੀਆਂ 100 ਲਾਈਕ 188 180 ਸੀਟਾਂ ਦੇ 188 ਸੀਟਾਂ ਦੇ ਵਿੱਚੋਂ ਐਨਡੀਪੀ ਨੂੰ ਕਿੰਨੀਆਂ ਮਿਲਣਗੀਆਂ? ਦਵਿੰਦਰ ਜੀ, ਜਿਹੜੀਆਂ ਪ੍ਰੋਜੈਕਸ਼ਨਸ ਆ ਰਹੀਆਂ ਹੈਗੀਆਂ ਉਹ ਇਹੀ ਹੈ ਕਿ ਐਨਡੀਪੀ ਫੁੱਲ ਮੈਜੋਰਿਟੀ ਜਿਹੜੀ ਹੁਣ ਲੇਟੈਸਟ ਆਈ ਹੈਗੀ ਪੋਲ ਉਹਦੇ ਵਿੱਚ ਤੇ ਐਨਡੀਪੀ ਜਿਹੜੀ 174 ਸੀਟਾਂ ਲੈ ਕੇ ਜਾ ਰਹੀ ਆ। ਪਰ ਜੇ ਅਸੀਂ ਉੱਪਰ ਥੱਲੇ ਵੀ ਕਰੀਏ ਤੇ ਮੇਰੇ ਹਿਸਾਬ ਦੇ ਨਾਲ 160 ਦੇ ਕਰੀਬ ਜਿਹੜਾ ਹੈਗਾ ਆ ਆંકੜਾ ਜਿਹੜਾ ਆ ਉਹ ਐਨਡੀਪੀ ਦਾ ਰਹੂਗਾ ਹੀ ਰਹੂਗਾ। 160 ਤੋਂ ਜ਼ਿਆਦਾ ਹੋ ਸਕਦਾ, ਘੱਟ ਨਹੀਂ ਹੋ ਸਕਦੇ। ਔਰ ਮੇਰੇ ਹਿਸਾਬ ਦੇ ਨਾਲ ਇਹ ਮਿਨੋਰਿਟੀ ਗਵਰਨਮੈਂਟ ਬਣਨ ਦੇ ਚਾਂਸਸ ਹੁਣ ਥੋੜੇ ਜਿਹੇ ਘਟਦੇ ਨਜ਼ਰ ਆ ਰਹੇ ਆ। ਮਿਨੋਰਿਟੀ ਗਵਰਨਮੈਂਟ ਤੁਸੀਂ ਕਹਿ ਰਹੇ ਹੋ ਲਿਬਰਲ ਬਣਾ ਸਕਦੀ ਆ? ਜੀ ਨਹੀਂ, ਮੈਂ ਬਿਲਕੁਲ ਨਹੀਂ ਕਿਹਾ। ਮੈਂ ਕਿਹਾ ਕਿ ਮਾਈਨੋਰਿਟੀ ਗਵਰਨਮੈਂਟ ਬਣਨ ਦੇ ਚਾਂਸਸ ਘਟਦੇ ਨਜ਼ਰ ਆ ਰਹੇ ਆ। ਐਨਡੀਪੀ ਗਵਰਨਮੈਂਟ ਬਣਾ ਸਕਦੀ ਆ। ਜਦੋਂ ਗੱਲ ਕੰਜ਼ਰਵੇਟਿਵ ਪਾਰਟੀ ਦੀ ਕੀਤੀ ਜਾਵੇ ਤਾਂ ਇਨਕੰਬੈਂਟ ਗਵਰਨਮੈਂਟ ਆ, ਐਬਸੋਲੂਟ ਮੈਜੋਰਿਟੀ ਆ, ਆਪਣੀ ਮਰਜ਼ੀ ਨਾਲ ਇਲੈਕਸ਼ਨ ਕਰਾਈਆਂ ਨੇ। ਤੇ ਜਦੋਂ ਹਰਪ੍ਰੀਤ ਜੀ ਤੇ ਪਰਮਿੰਦਰ ਜੀ ਗੱਲ ਕਰਦੇ ਨੇ ਤਾਂ ਕੰਜ਼ਰਵੇਟਿਵ ਪਾਰਟੀ ਨੂੰ ਤੀਜੇ ਨੰਬਰ ਤੇ ਕਿਉਂ ਮੰਨਦੇ ਨੇ ਹਰਨਿਆ ਜੀ? ਕਿਉਂਕਿ ਉਹ ਚਾਹੁੰਦੇ ਹਨ ਕਿ ਕੰਜ਼ਰਵੇਟਿਵ ਪਾਰਟੀ ਤੀਜੇ ਨੰਬਰ ਤੇ ਆਏ। ਇਹ ਬਸ ਸਾਡੇ ਚਾਹਣ ਨਾਲ ਥੋੜੀ ਕੁਝ ਹੋਣਾ ਹੈ ਤੇ ਨੰਬਰਸ ਨੇ ਰਹੇ ਆ ਜੀ। ਅਸੀਂ ਰਿਸਰਚ ਕਰਦੇ ਆ, ਜੋ ਨੰਬਰਸ ਪੋਲਸ ਵੇਨੇ ਉਹੀ ਦੱਸਣ ਦੇ ਆ। ਅਸੀਂ ਆਪ ਸੇ ਨਹੀਂ ਪੋਲ ਕਰਵਾਈ। ਪੋਲਸ ਤੇ ਆਏ ਦਿਨ ਆ ਰਹੇ ਨੇ, ਪੋਲਸ ਤੇ ਆਏ ਦਿਨ ਆ ਰਹੇ ਨੇ ਹਰਪ੍ਰੀਤ ਜੀ, ਪਰ ਪੋਲਸ ਤੇ ਤੁਸੀਂ ਕਿੰਨਾ ਕੋ ਰਿਲਾਈ ਕਰ ਸਕਦੇ ਹੋ? ਪੋਲਸ ਚ ਪਾਰਟਿਕੂਲਰ ਨੰਬਰ ਹੋਏਗਾ। 1000 ਲੋਕਾਂ ਨੂੰ ਇੰਟਰਵਿਊ ਕਰ ਲਿਆ, 2000 ਲੋਕਾਂ ਨਾਲ ਗੱਲਬਾਤ ਕਰ ਲਈ। ਤੁਸੀਂ ਪੂਰੇ ਕੈਨੇਡਾ ਦੀ ਗੱਲ ਕਰੋ ਨਾ ਕਿ ਪੂਰੇ ਕੈਨੇਡਾ ਚ ਕੌਣ ਸਪੋਰਟ ਕਰੇਗਾ। ਇਹ ਤੇ ਗੱਲ ਤਦ ਹੀ ਪਤਾ ਲੱਗੇਗੀ ਜਦ ਐਕਚੁਅਲੀ ਇਲੈਕਸ਼ਨਸ ਹੋਣਗੀਆਂ। ਤੁਸੀਂ ਮੈਨੂੰ ਇੱਕ ਰੀਜ਼ਨ ਦੱਸ ਦਿਓ ਕੰਜ਼ਰਵੇਟਿਵ ਕਿਉਂ ਜਿੱਤੂਗੀ? ਕਿਤੇ ਵੀ ਤੇ ਕੰਜ਼ਰਵੇਟਿਵ ਦਾ ਨੰਬਰ ਉੱਤੇ ਨਹੀਂ ਹੈਗਾ ਕਿ ਕਹਿੰਦੇ ਜੇ ਹੁਣ ਅਲਬਰਟਾ ਦੇ ਸਕਾਈ ਵਿਊ ਦੀ ਗੱਲ ਕਰ ਲਈਏ, ਜਿੱਥੇ ਅਲਬਰਟਾ ਕੰਜ਼ਰਵੇਟਿਵ ਸਟਰੋਂਗ ਹੈ ਉੱਥੇ ਵੀ ਲਿਬਰਲ ਦੇ ਨੰਬਰ ਉੱਤੇ ਜਾ ਰਹੇ ਨੇ। ਨਹੀਂ ਦੇਖੋ ਹਰਪ੍ਰੀਤ ਜੀ, ਤੁਸੀਂ ਵੈਸੇ ਹਰਨਿਆ ਜੀ ਨੂੰ ਸਾਈਡਲਾਈਨ ਦੋਨੇ ਜਾਣੇ ਕਰ ਰਹੇ ਹੋ। ਪਹਿਲੇ ਨੰਬਰ ਤੋਂ ਤੀਜੇ ਨੰਬਰ ਤੇ ਸਿੱਟਣਾ ਵੀ ਮੇਰਾ ਖਿਆਲ ਠੀਕ ਨਹੀਂ ਹੈਗਾ। ਪਰ ਲੈਟ ਮੀ ਸਪੋਰਟ ਹਰ ਲਿਟਲ ਬਿਟ, ਚੱਕ ਦੇ ਵਿਊ ਦੇ ਨਾਲ ਥੋੜੀ ਜਿਹੀ ਸਪੋਰਟ ਕਰਨਾ ਚਾਹੁੰਦਾ ਜੀ ਕਿ ਗੱਲਬਾਤ ਕੀਤੀ ਜਾਊਗੀ ਕੁਬੈਕ ਦੀ ਜਾਂ BC ਦੀ। ਨੋ ਡਾਊਟ NDP ਇਜ਼ ਡੂਇੰਗ ਮਚ ਬੈਟਰ ਦੈਨ ਦੇ ਵਰ ਐਕਸਪੈਕਟਿੰਗ। ਕੁਬੈਕ ਦੇ ਵਿੱਚ ਸਵੀਪ ਵੀ ਕਰ ਸਕਦੇ ਨੇ। ਕੁਬੈਕ ਦੇ ਵਿੱਚ ਜਿਹੜਾ ਕੁਝ ਲਿਬਰਲ ਪਾਰਟੀ ਕਰਦੀ ਹੁੰਦੀ ਸੀ ਜਾਂ ਬਲਾਕ ਕੁਬੈਕ ਕਰਦੀ ਸੀ, ਇਸ ਵਾਰੀ NDP ਦੇ ਕਰਨ ਦੀਆਂ ਸੰਭਾਵਨਾਵਾਂ ਨੇ। ਉਹਨਾਂ NDP ਦੇ ਇੰਨੇ ਕੁ ਹੌਸਲੇ ਵਧੇ ਹੋਏ ਨੇ ਕਿ ਟਰੂਡੋ ਸਾਹਿਬ ਦੀ ਸੀਟ ਤੇ ਵੀ ਜਾ ਕੇ ਚੈਲੰਜ ਕਰ ਰਹੇ ਨੇ ਕਿ ਟਰੂਡੋ ਸਾਹਿਬ ਨੂੰ ਵੀ ਇਲੈਕਸ਼ਨ ਦੇ ਵਿੱਚ ਹਰਾਇਆ ਜਾਵੇ। ਅਸੀਂ ਆਮ ਜਾਣਦੇ ਹਾਂ ਕਿ ਫੈਡਰਲ ਇਲੈਕਸ਼ਨ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਲੀਡਰਾਂ ਜਿਹੜੇ ਪ੍ਰਤੀ ਜਿਹੜੇ ਹੁੰਦੇ ਸੀ ਉਮੀਦਵਾਰ ਸਾਹਮਣੇ ਖੜੇ ਕੀਤੇ ਜਾਂਦੇ ਸੀ, ਉਹ ਇੰਨੇ ਤਾਕਤਵਰ ਉਮੀਦਵਾਰ ਖੜੇ ਨਹੀਂ ਸੀ ਕੀਤੇ ਜਾਂਦੇ। ਇੱਕ ਰਿਸਪੈਕਟ ਹੁੰਦੀ ਸੀ। ਸੋ ਪਰ ਇਸ ਵਾਰੀ NDP ਦੇ ਹੌਸਲੇ ਕੁਬੈਕ ਦੇ ਵਿੱਚ ਇੰਨੇ ਬੁਲੰਦ ਨੇ ਕਿ ਟਰੂਡੋ ਸਾਹਿਬ ਦੀ ਸੀਟ ਨੂੰ ਵੀ ਟਾਰਗੇਟ ਕਰ ਰਹੇ ਨੇ। ਦੂਜੇ ਪਾਸੇ ਗੱਲ BC ਦੀ ਕੀਤੀ ਜਾਵੇ, BC ਦੇ ਵਿੱਚ 3-ਵੇ ਰੇਸ ਦਾ ਸਾਨੂੰ ਪਤਾ, ਇਹ ਗੱਲ ਦਾ ਬਿਲਕੁਲ ਪਤਾ ਹੈਗਾ। ਪਰ ਦੂਜੇ ਪਾਸੇ ਜਿਹੜੇ NDP ਲਿਬਰਲ ਪਾਰਟੀ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੋਣ ਦੇ ਬਾਵਜੂਦ ਜਿਹੜਾ ਫਾਇਦਾ ਹੋ ਰਿਹਾ ਉਹ NDP ਨੂੰ ਹੋ ਰਿਹਾ। NDP ਦੇ ਜਿਹੜੇ ਨੰਬਰ ਨੇ ਉਹ ਨੋ ਡਾਊਟ ਉੱਤੇ ਜਾ ਰਹੇ ਨੇ। ਗੱਲਬਾਤ ਕੀਤੀ ਜਾਵੇ ਅਲਬਰਟਾ ਦੀ, ਸਸਕੈਚੂਨ ਦੀ, ਲਿਬਰਲ ਜਾਂ NDP ਜਿੰਨਾ ਮਰਜ਼ੀ ਰੌਲਾ ਪਾਉਂਦੀ ਰਵੇ, ਜਿਹੜੀ ਪ੍ਰੇਰੀ ਪ੍ਰਿੰਸਸ ਦੇ ਵਿੱਚੋਂ ਥੋੜੀਆਂ ਸੀਟਾਂ ਛੱਡ ਕੇ ਬਾਹਲੀਆਂ ਸੀਟਾਂ ਨਹੀਂ ਲੈ ਸਕਦੇ। ਜੇ ਮੈਂ ਤੁਹਾਡੀ ਗੱਲ ਮੰਨ ਵੀ ਲਵਾਂ, ਸਕਾਈ ਵਿਊ, ਹਾਲਾਂਕਿ ਸ਼ੋਰੀ ਸਾਹਿਬ ਮੇਰੇ ਨਾਲ ਗੁੱਸੇ ਹੋ ਸਕਦੇ ਨੇ, ਜੇ ਮੈਂ ਸਕਾਈ ਵਿਊ ਲਿਬਰਲ ਨੂੰ ਦੇ ਵੀ ਦਿੱਤਾ ਫਿਰ ਵੀ ਕੀ ਹੁੰਦਾ? 30 ਸੀਟਾਂ ਦੇ ਵਿੱਚੋਂ ਜੇ ਇੱਕ ਸੀਟ ਲੈ ਵੀ ਲਈ ਤਾਂ ਓਵਰਆਲ ਇਟਸ ਅ ਟੋਰੀ ਪ੍ਰੋਵਿੰਸ, ਕੰਜ਼ਰਵੇਟਿਵ ਪ੍ਰੋਵਿੰਸ। NDP ਨੂੰ 4-5 ਸੀਟਾਂ ਜੇ ਐਡਮਿੰਟਨ ਜਾਂ ਲੈਥਬ੍ਰਿਜ ਤੋਂ ਇੱਕ ਅੱਧੀ ਸੀਟ ਮਿਲ ਵੀ ਜਾਂਦੀ ਆ ਤਾਂ ਇਹਦੇ ਵਿੱਚ ਜਿਹੜੀ ਮੈਜੋਰਟੀ ਵੋਟਸ ਨੇ ਜਾਂ ਸੀਟਸ ਨੇ ਉਹ ਕੰਜ਼ਰਵੇਟਿਵ ਨੂੰ ਮਿਲਣ ਦੀਆਂ ਸੰਭਾਵਨਾਵਾਂ ਨੇ। ਦੂਜੇ ਪਾਸੇ ਗੱਲ ਜੇ ਨੋਵਾ ਸਕੋਸ਼ੀਆ ਦੀਆਂ ਜਾਂ ਉੱਧਰ ਕੀਤੀ ਜਾਵੇ ਤਾਂ ਉਸ ਵੇਲੇ ਲਿਬਰਲ ਨੇ ਆਪਣੀ ਜ਼ਿਆਦਾ ਬੜਤ ਬਣਾਈ ਹੋਈ ਆ। ਨੋ ਡਾਊਟ ਦੇ ਵਿਲ ਸਵੀਪ ਦੈਟ ਪ੍ਰੋਵਿੰਸ। ਜਦੋਂ ਗੱਲ ਓਨਟਾਰੀਓ ਦੀ ਕਰਦੇ ਆ, ਓਨਟਾਰੀਓ ਦੇ ਵਿੱਚ ਆ ਕੇ ਮੁਕਾਬਲਾ ਤਿੰਨੇ ਪੱਖੀ ਆ। ਹੁਣ ਉਸ ਦੇ ਵਿੱਚ ਤਿੰਨੇ ਪੱਖੀ ਦੇ ਵਿੱਚ ਜਿਹੜਾ ਗ੍ਰਾਫ ਆ ਉਹ ਅੱਗੇ ਪਿੱਛੇ ਵੱਧ ਰਿਹਾ। ਸੀਟਾਂ ਦਾ ਤੇ ਨੇ 121 338 ਦੇ ਵਿੱਚ ਕਾਫੀ ਵੱਡਾ ਨੰਬਰ ਆ। ਜੇ ਉਹਨਾਂ ਦੇ ਵਿੱਚ ਅਸੀਂ ਸਿਰਫ ਮੇਰਾ ਖਿਆਲ ਆ 19 ਸੀਟਾਂ ਹੋਰ ਜੋੜ ਦਿੱਤੀਆਂ ਜਾਣ ਤਾਂ ਮੈਜੋਰਟੀ ਮਿਲ ਸਕਦੀ ਆ। ਸੋ ਜੇ ਤੁਸੀਂ ਓਨਟਾਰੀਓ ਦੇ ਵਿੱਚ ਗੁੱਡ ਕਰਦੇ ਹੋ ਤੇ ਬਾਕੀ ਤੁਹਾਨੂੰ 19 ਸੀਟਾਂ ਚਾਹੀਦੀਆਂ ਨੇ ਤਾਂ ਤੁਸੀਂ ਮੈਜੋਰਟੀ ਵੀ ਲੈ ਸਕਦੇ ਹੋ। ਸੋ ਮੁੱਖ ਮੁਕਾਬਲਾ ਓਨਟਾਰੀਓ ਦੇ ਵਿੱਚ ਦੇਖਣ ਨੂੰ ਮਿਲੂਗਾ। ਮੁਕਾਬਲੇ ਦੇ ਵਿੱਚ BC ਪਾਰਟੀ, ਲਿਬਰਲ ਪਾਰਟੀ ਤੇ NDP ਸਾਰਿਆਂ ਨੇ ਹੀ ਓਨਟਾਰੀਓ ਤੇ ਆਪਣੀਆਂ ਅੱਖਾਂ ਲੱਗੀਆਂ ਹੋਈਆਂ ਨੇ। ਹੁਣ ਜੇ NDP ਦਾ ਗ੍ਰਾਫ ਵੱਧਦਾ, ਜੇ ਤਾਂ ਕੰਜ਼ਰਵੇਟਿਵ ਗ੍ਰਾਫ ਡਾਊਨ ਜਾਂਦਾ ਫਿਰ ਤਾਂ ਉਹਨਾਂ ਨੂੰ ਲਾਸ ਹੈਗਾ।
ਪਰ ਜੇ ਉਹਨਾਂ ਦਾ ਡਰਾਪ ਵੱਧਦਾ ਸਿਰਫ ਲਿਬਰਲ ਦੇ ਡਿੱਗਣ ਦੇ ਨਾਲ ਤਾਂ ਇੰਨਾ ਡਰਾਪ ਵਧਣਾ ਚਾਹੀਦਾ ਜਿਸ ਦਾ ਕੰਜ਼ਰਵੇਟਿਵ ਪਾਰਟੀ ਨੂੰ ਨੁਕਸਾਨ ਹੋਵੇ। ਪਰ ਕੰਜ਼ਰਵੇਟਿਵ ਨੇ ਆਪਣੀ ਲੀਡ ਇੱਕ ਸਟੈਡੀ ਡਰਾਪ ਬਣਾਇਆ ਹੋਇਆ। ਸੋ ਲਿਬਰਲ ਤੇ ਐਨਡੀਪੀ ਇੱਕ ਦੂਜੇ ਦੀਆਂ ਵੋਟਾਂ ਲੈ ਲੈਂਦੇ ਨੇ ਜਾਂ ਲੂਜ਼ ਕਰ ਲੈਂਦੇ ਨੇ। ਜੇ ਪ੍ਰਥਾ ਉਦਾਂ ਹੀ ਚੱਲਦੀ ਰਹੀ ਸਭ ਤੋਂ ਵੱਧ ਫਾਇਦਾ ਕੰਜ਼ਰਵੇਟਿਵ ਪਾਰਟੀ ਨੂੰ ਹੋਊਗਾ, ਕਿਉਂਕਿ ਜਿਹੜੀ ਵੋਟ ਪ੍ਰੋਪੋਰਸ਼ਨੇਟ ਆ, ਜਦੋਂ ਤੁਸੀਂ ਪਰਸੈਂਟੇਜ ਆਫ ਕਾਲਰਸ ਦੀ ਗੱਲ ਕਰਦੇ ਹੋ ਇੱਕ ਸਿਮੂਲੇਟਰ ਦੇ ਵਿੱਚ ਪਾਉਣੀ ਪੈਂਦੀ ਆ। ਸੀਟਾਂ ਦੇ ਵਿੱਚ ਕੋਈ ਵੀ ਪੋਲ ਪ੍ਰੈਡਿਕਸ਼ਨ ਨਹੀਂ ਕਰ ਸਕਦਾ। ਪਰ ਜਦੋਂ ਗੱਲ ਓਨਟਾਰੀਓ ਦੀ ਆਊਗੀ, ਓਨਟਾਰੀਓ ਦਾ ਵਿੱਚ ਸਾਡੀਆਂ ਨਜ਼ਰਾਂ ਉੱਥੇ ਹੀ ਲੱਗੀਆਂ ਰਹਿਣਗੀਆਂ ਕਿ ਓਨਟਾਰੀਓ ਦੇ ਵਿੱਚ ਕਿਹੜੀ ਪਾਰਟੀ ਬਹੁਮਤ ਲੈਂਦੀ ਆ। ਜਦੋਂ ਪਹਿਲਾਂ ਪੀਸੀ ਪਾਰਟੀ 37% ਤੇ ਲੀਡ ਕਰ ਰਹੀ ਸੀ, ਪਰ ਅੱਜ ਤਿੰਨੇ ਪਾਰਟੀਆਂ ਆਲਮੋਸਟ ਟਾਈਡ ਨੇ। ਮੈਨੂੰ ਲੱਗਦਾ ਕਿ ਐਨਡੀਪੀ ਤੇ ਲਿਬਰਲ ਦੀ ਲੜਾਈ ਦੇ ਵਿੱਚ ਜਿਹੜਾ ਫਾਇਦਾ ਉਹ ਕੰਜ਼ਰਵੇਟਿਵ ਪਾਰਟੀ ਨੂੰ ਹੋਊਗਾ। ਇਹ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਮੈਜੋਰਟੀ ਮਿਲੇ ਜਾਂ ਨਾ ਮਿਲੇ, ਪਰ ਨੰਬਰ ਆਫ ਸੀਟ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਸ਼ੰਕਾ ਜ਼ਰੂਰ ਆ ਕਿ ਕੰਜ਼ਰਵੇਟਿਵ ਪਾਰਟੀ ਦੇ ਨੰਬਰ ਦੂਜੀਆਂ ਪਾਰਟੀਆਂ ਨਾਲੋਂ ਜ਼ਿਆਦਾ ਹੋਣਗੇ। ਹਰਪ੍ਰੀਤ ਜੀ, ਮੈਂ ਦਵਿੰਦਰ ਜੀ ਤੁਹਾਡੀ ਇਸ ਗੱਲ ਤੋਂ ਨਹੀਂ ਐਗਰੀ ਕਰਦਾ ਤੇ ਮੇਰੇ ਖਿਆਲ ਜਿਹੜੀ ਤੁਸੀਂ ਕਿਊਬੈਕ ਦੀ ਗੱਲ ਵੀ ਕਰ ਰਹੇ ਹੋ, ਕਿਊਬੈਕ 'ਚ ਵੀ ਲਿਬਰਲ ਪਾਰਟੀ ਸੀਟਾਂ ਕੱਢੂਗੀ ਤੇ ਮੈਂ ਤਾਂ ਸਾਰੀਆਂ ਸੀਟਾਂ ਦੇ ਦਿੱਤੀਆਂ ਐਨਡੀਪੀ ਨੂੰ, ਫਿਰ ਵੀ ਮੈਜੋਰਟੀ ਨਹੀਂ ਮੈਂ ਕਹਿ ਰਿਹਾ ਮੈਂ ਉੱਥੋਂ ਲਿਬਰਲ ਉੱਥੋਂ ਵੀ ਸੀਟਾਂ ਕੱਢੂਗੀ। ਕਿੰਨੀਆਂ ਕੱਢੂਗੀ? ਮਿਨੀਮਮ 20 ਸੀਟਾਂ ਕਿਊਬੈਕ ਉੱਥੋਂ ਲੈ ਕੇ ਜਾਓਗੇ ਮਿਨੀਮਮ। ਤੁਸੀਂ ਜਸਟਿਨ ਟਰੂਡੋ ਦੀ ਸੀਟ ਦੀ ਵੀ ਗੱਲ ਕਰ ਰਹੇ ਹੋ ਤੇ ਕੋਈ ਹੋ ਹੀ ਨਹੀਂ ਸਕਦਾ ਕਿ ਜਸਟਿਨ ਟਰੂਡੋ ਦੀ ਸੀਟ ਨੂੰ ਕੋਈ ਖਤਰਾ ਹੋਵੇ। ਫਿਰ ਆਪਾਂ ਆ ਜਾਈਏ ਓਨਟਾਰੀਓ, ਤੁਸੀਂ ਸੈਕਿੰਡ ਕੁਆਟਰ ਦਾ ਰਿਜ਼ਲਟ ਆਉਣ ਦਿਓ, ਜਿੰਨੀ ਕੰਜ਼ਰਵੇਟਿਵ ਦੀ ਸਪੋਰਟ ਆ ਸਾਰੀ ਡਿੱਗਣੀ ਓਨਟਾਰੀਓ ਵਿੱਚ, ਤੇ ਉਹ ਫਾਇਦਾ ਜਿਹੜਾ ਵਾ ਜਦੋਂ ਕਿਤੇ ਇਕਨੋਮੀ ਦੀ ਗੱਲ ਹੁੰਦੀ ਆ ਉਦੋਂ ਅਸੀਂ ਐਨਡੀਪੀ ਉੱਤੇ ਸ਼ਾਇਦ ਭਰੋਸਾ ਨਹੀਂ ਕਰ ਸਕਦੇ, ਉਹ ਲਿਬਰਲ ਨੂੰ ਹੀ ਮਿਲੂਗਾ। ਬਾਕੀ ਜਿੱਦਾਂ ਹੁਣ ਗੱਲ ਕਰ ਰਹੇ ਨੇ ਟੌਮ ਮਲਕੀਰ ਜੀ ਕਿ ਮੈਂ ਅਗਲਾ ਬਜਟ ਬੈਲੈਂਸ ਕਰ ਦੂੰਗਾ, ਮੇਰੇ ਖਿਆਲ ਸਾਰੇ ਜਾਣਦੇ ਨੇ ਕਿ ਇੰਪੋਸੀਬਲ ਆ, ਮਜ਼ਾਕ ਕਰ ਰਹੇ ਨੇ। ਤੇ ਜੇ ਹੁਣ ਵੇਖੀਏ ਤੇ ਜੋ ਜਸਟਿਨ ਟਰੂਡੋ ਜੀ ਗੱਲ ਕਰ ਰਹੇ ਨੇ ਥੋੜੀ ਰੀਜ਼ਨੇਬਲ ਆ, ਤੇ ਕਿਤੇ ਨਾ ਕਿਤੇ ਲਿਬਰਲ ਨੂੰ ਫਾਇਦਾ ਹੋਊਗਾ ਹੀ ਹੋਊਗਾ। ਪਰਮਿੰਦਰ ਸਿੰਘ ਜੀ। ਦਵਿੰਦਰ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈਗਾ ਆ। ਬਹੁਤ ਸਾਰੇ ਜਿਹੜੇ ਫੈਕਟਸ ਤੁਸੀਂ ਦੱਸੇ ਹੈਗੇ ਆ ਕੰਜ਼ਰਵੇਟਿਵ ਦੇ ਪੱਖ ਦੇ ਵਿੱਚ ਜ਼ਰੂਰ ਜਾ ਰਹੇ ਹੈਗੇ ਇੱਥੇ, ਪਰ ਸਾਨੂੰ ਇੱਕ ਜਿਹੜੇ ਲੇਟੈਸਟ ਪੋਲ ਆਈ ਹੈਗੀ ਉਹਦੇ ਵਿੱਚ ਇੱਕ ਚੀਜ਼ ਸਾਨੂੰ ਦੇਖਣ ਨੂੰ ਮਿਲਦੀ ਪਈ ਆ ਕਿ ਜਿਹੜੇ ਡੈਡੀਕੇਟਿਡ ਕੰਜ਼ਰਵੇਟਿਵ ਸਪੋਰਟਰ ਸੀਗੇ ਉਹਨਾਂ ਵਿੱਚੋਂ 40% ਦਾ ਇਹ ਕਹਿਣਾ ਆ ਕਿ ਉਹ ਜਿਹੜੀ VOTING ਹੈਗੀ ਇਸ ਵਾਰੀ ਚੇਂਜ ਕਰਨਗੇ। ਉਹ ਨਹੀਂ ਚਾਹਣਗੇ ਕਿ ਉਹ ਦੁਬਾਰਾ ਕੰਜ਼ਰਵੇਟਿਵ ਨੂੰ ਉਹ ਵੋਟ ਨਹੀਂ ਕਰਨਗੇ। ਸੋ ਉਹ ਇੱਕ ਚੇਂਜ ਦੇਖਣਾ ਚਾਹੁੰਦੇ ਆ। ਸੋ ਇੱਥੇ ਜੇ ਅਸੀਂ ਦੇਖੀਏ ਤੇ 40% ਇਜ਼ ਅ ਬਿਗ ਨੰਬਰ ਜੇ ਉਹਦੇ ਕੰਜ਼ਰਵੇਟਿਵ ਦੇ ਵੋਟਰ ਜਿਹੜੇ ਆ ਟੁੱਟਦੇ ਆ। ਤੇ ਅਜੇ ਤੱਕ ਜਦੋਂ ਪਰਮਿੰਦਰ ਸਿੰਘ ਜੀ ਥੋੜਾ ਸਮਾਂ ਪਹਿਲਾਂ ਦੀ ਗੱਲ ਕੀਤੀ ਜਾਵੇ ਜੀ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਟੌਮ ਮਲਕੀਰ ਜੀ ਲਿਬਰਲ ਪਾਰਟੀ ਨਾਲ ਸੰਬੰਧਿਤ ਸੀਗੇ ਕੁਬੈਕ ਦੇ ਵਿੱਚ। ਉਹਨਾਂ ਨੇ ਲਿਬਰਲ ਪਾਰਟੀ ਜਦੋਂ ਛੱਡੀ ਸੀ ਤਾਂ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਇੱਕ ਜੌਬ ਅਪਲਾਈ ਕੀਤਾ ਸੀ। ਪੈਸੇ ਘੱਟ ਮਿਲਣ ਦੇ ਕਾਰਨ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜੌਬ ਨਹੀਂ ਲਿਆ। ਜੇ ਕੰਜ਼ਰਵੇਟਿਵ ਪਾਰਟੀ ਮੁੜ ਗਵਰਨਮੈਂਟ ਬਣਾਉਂਦੀ ਆ ਤਾਂ ਤੁਹਾਨੂੰ ਕੀ ਲੱਗਦਾ ਕਿ ਟੌਮ ਮਲਕੀਰ ਜੀ ਉਹੀ ਜੌਬ ਦੁਬਾਰਾ ਅਪਲਾਈ ਕਰਨਗੇ? ਦਵਿੰਦਰ ਜੀ, ਇੱਥੇ ਉਹ ਜੌਬ ਸ਼ਾਇਦ ਪੈਸਿਆਂ ਕਰਕੇ ਨਹੀਂ ਸੀਗੀ, ਉਹ ਸੀਗੀ ਕਿ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਸੀ ਆਪਸ ਵਿੱਚ ਮੈਚ ਨਹੀਂ ਸੀ ਕਰ ਰਹੀਆਂ। ਤੇ ਫਿਰ ਅਪਲਾਈ ਤਾਂ ਉਹਨਾਂ ਨੇ ਕੀਤਾ ਸੀ, ਉਹਨਾਂ ਨੂੰ ਆਫਰ ਕੀਤੀ ਗਈ ਸੀ। ਦਵਿੰਦਰ ਜੀ, ਅਪਲਾਈ ਕਰਨ ਦੀ ਗੱਲ ਬਾਅਦ ਵਿੱਚ ਆਈ ਸੀਗੀ। ਸੋ ਗੱਲ ਇਹ ਹੈ ਕਿ ਉਹਨਾਂ ਦੀ ਪਾਲਿਸੀਜ਼ ਆਪਸ ਵਿੱਚ ਮੈਚ ਨਹੀਂ ਸੀ ਕਰਦੀਆਂ। ਸੋ ਮੈਂ ਇਹੀ ਕਹਿਣਾ ਚਾਹੂੰਗਾ ਕਿ ਉਹਨਾਂ ਨੇ ਜੌਬ ਜਿਹੜੀ ਉਹ ਇਸ ਕਰਕੇ ਰਿਜੈਕਟ ਕੀਤੀ ਸੀਗੀ। ਹਰਨਿਆ ਜੀ। ਦਵਿੰਦਰ ਜੀ, ਮੈਨੂੰ ਕਿਤੇ ਤੱਕ ਲੱਗਦਾ ਹੈ ਕਿ ਸਾਊਥ ਵੈਸਟਰਨ ਓਨਟਾਰੀਓ ਦੀ ਗੱਲ ਕਰ ਲਓ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਕਿ ਪਰਮਿੰਦਰ ਜੀ ਨੇ ਇਸ ਗੱਲ ਨੂੰ ਕਿਹਾ ਹੈ ਕਿ 40% ਲੋਕ ਹੁਣ ਕੰਜ਼ਰਵੇਟਿਵਸ ਨੂੰ ਸਪੋਰਟ ਨਹੀਂ ਕਰ ਰਹੇ ਹਨ। ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਟੀਫਨ ਹਾਰਪਰ ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਕਾਫੀ ਅੱਛੀਆਂ ਜਿਹੜੀਆਂ ਨੇ ਪਾਲਿਸੀਜ਼ ਰੱਖੀਆਂ ਗਈਆਂ ਹਨ, ਖਾਸ ਤੌਰ 'ਤੇ ਨੈਸ਼ਨਲ ਸਿਕਿਉਰਿਟੀ ਦੀ ਜੇ ਅਸੀਂ ਗੱਲ ਕਰੀਏ ਤੇ ਜੇ ਕੋਈ ਇੱਕ ਪਰਟੀਕੂਲਰ ਗਰੁੱਪ ਉਹਨਾਂ ਨੂੰ ਛੱਡ ਰਿਹਾ ਤਾਂ ਮੈਨੂੰ ਲੱਗ ਰਿਹਾ ਕੁਝ ਨਵੇਂ ਗਰੁੱਪ ਵੀ ਨੇ ਜਿਹੜੇ ਉਹਨਾਂ ਨਾਲ ਜੁੜ ਰਹੇ ਹਨ। ਤੇ ਮੈਨੂੰ ਹਜੇ ਵੀ ਲੱਗਦਾ ਹੈ ਕਿ ਜਿਵੇਂ ਤੁਸੀਂ ਆਪਾਂ ਗੱਲ ਕਰ ਰਹੇ ਹਾਂ ਕਿ 150 ਸੀਟ ਜੋ ਉਹ ਸੋਚਦੇ ਹਨ ਹਰਪ੍ਰੀਤ ਜੀ ਕਿ 150 ਸੀਟ ਲਿਬਰਲਸ ਲੈ ਜਾਣਗੇ ਤਾਂ 160 ਦੇ ਕਰੀਬ ਐਨਡੀਪੀ ਲੈ ਜਾਣਗੇ। ਮੈਨੂੰ ਲੱਗਦਾ ਹੈ ਕਿ ਮੈਜੋਰਿਟੀ ਫਿਰ ਵੀ ਕੰਜ਼ਰਵੇਟਿਵ ਸਰਕਾਰ ਹੀ ਬਣਾਏਗੀ। ਤੁਸੀਂ ਮੈਨੂੰ ਇਹ ਕਹਿਣਾ ਚਾਹੁੰਦੇ ਹੋ ਕਿ ਹਰਪ੍ਰੀਤ ਜੀ ਸੁਪਨੇ ਲੈ ਰਹੇ ਨੇ, ਰਾਈਟ? ਨਹੀਂ, ਸੁਪਨੇ ਤਾਂ ਨਹੀਂ, ਪਰ ਉਮੀਦ ਕਿਰਨ ਛੱਡਣੀ ਨਹੀਂ ਚਾਹੀਦੀ। ਅਟਕ ਰਹੇ ਨੇ। ਹਾਂਜੀ, ਉਮੀਦ ਤੇ ਕਿਰਨ ਛੱਡਣੀ ਨਹੀਂ ਚਾਹੀਦੀ। ਐਨੀ ਆਓ, ਟਾਈਮ ਕਾਫੀ ਹੋ ਚੁੱਕਿਆ। ਇਹ ਤਾਂ ਆਉਣ ਵਾਲਾ ਹੀ ਸਮਾਂ ਦੱਸੂਗਾ ਕਿ ਕਿਹੜੀ ਪਾਰਟੀ ਜ਼ਿਆਦਾ ਸੀਟਾਂ ਲੈ ਕੇ ਆਪਣਾ ਹੱਕ ਜਤਾਉਂਦੀ ਹੈ ਗਵਰਨਮੈਂਟ ਦੇ ਵਿੱਚ। ਆਉਣ ਵਾਲਾ ਹੀ ਸਮਾਂ ਦੱਸੂਗਾ ਕਿ ਵਾਅਦਿਆਂ ਤੇ ਕਿਹੜੀ ਪਾਰਟੀ ਖਰੀ ਨਿੱਤਰਦੀ ਆ ਤੇ ਕਿਹੜੀ ਨਹੀਂ। ਵਾਅਦੇ ਕੀਤੇ ਜਾਂਦੇ ਨੇ, ਪਹਿਲੀ ਵਾਰ ਵੋਟਾਂ ਨਹੀਂ ਪਾਉਣੀਆਂ। ਵੋਟਾਂ ਦੇ ਵਿੱਚ ਸ਼ਮੂਲੀਅਤ ਜ਼ਰੂਰੀ ਹੁੰਦੀ ਆ। ਅਸੀਂ ਸਾਰੇ ਇਹੀ ਕਹਿਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਕਿ ਵੱਖ-ਵੱਖ ਪਾਲਿਸੀਆਂ ਨੂੰ ਚਾਹੇ ਅਸੀਂ ਜੇ ਮਜ਼ਾਕ ਦੇ ਤਰੀਕੇ ਵਿੱਚ ਚਾਹੇ ਕਾਫੀ ਸੀਰੀਅਸ ਲੈ ਕੇ ਜਦੋਂ ਗੱਲਾਂ ਕਰਦੇ ਹਾਂ ਤਾਂ ਵਿਚਾਰ ਜ਼ਰੂਰ ਦਿਆ ਕਰੋ। ਇਹ ਪਾਲਿਸੀਆਂ ਕਈ ਵਾਰੀ ਮਜ਼ਾਕ ਦੇ ਵਿੱਚ ਇੰਨਾ ਵਧੀਆ ਪ੍ਰਤੀਕਰਮ ਛੱਡ ਜਾਂਦੀਆਂ ਨੇ ਕਿ ਸਾਨੂੰ
ਵੋਟਰ ਨੂੰ ਇੱਕ ਪ੍ਰਤੀਕਿਰਿਆ ਦੇ ਵਿੱਚ ਕਾਫੀ ਇਨਫੋਰਮੇਸ਼ਨ ਮਿਲਦੀ ਆ। ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਕੋਸ਼ਿਸ਼ ਸਾਡੇ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੋਊਗੀ। ਇਸ ਸੰਬੰਧੀ ਆਪਣੇ ਸੁਝਾਅ ਤੁਸੀਂ ਹੇਠ ਲਿਖੇ ਈਮੇਲ ਐਡਰੈਸ ਜਾਂ ਫੋਨ ਨੰਬਰ ਤੇ ਦੇ ਸਕਦੇ ਹੋ। ਇਹਨਾਂ ਸੁਝਾਵਾਂ ਸਦਕਾ ਹੀ ਸਾਨੂੰ ਇਸ ਪ੍ਰੋਗਰਾਮ ਨੂੰ ਅੱਗੇ ਵੀ ਵਧੀਆ ਬਣਾਉਣ ਦੇ ਵਿੱਚ ਕਾਫੀ ਮਦਦ ਮਿਲਦੀ ਆ। ਅਖੀਰ ਦੇ ਵਿੱਚ ਜਾਂਦੇ ਜਾਂਦੇ ਹਰਨੇਹਾ ਜੀ, ਪਰਮਿੰਦਰ ਜੀ ਤੇ ਹਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ ਐਂਡ ਗੁੱਡ ਨਾਈਟ। Good night.